ਡਾਕਟਰ ਦਲੀਪ ਕੌਰ ਟਿਵਾਣਾ ਦਾ ਨਾਵਲ ਜਿਨ ਲੋਇਣ ਜਗ ਮੋਹਿਆ ਦਾ 7ਵਾਂ ਅੰਗ। ਵਾਰ ਐਤਵਾਰ ਨੂੰ ਮੈਂ ਆਪਣੇ ਘਰ ਪਟਿਆਲੇ ਚਲੀ ਜਾਂਦੀ ਸੀ, ਪਰ ਇਸ ਵਾਰੀ ਸੰਸਕ੍ਰਿਤ ਵਾਲੇ ਪ੍ਰੋਫੈਸਰ ਨੇ ਆਖਿਆ ਕਿ ਮੈਂ ਐਤਵਾਰ ਨੂੰ ਤੈਨੂੰ ਜ਼ਿਆਦਾ ਚਿਰ ਕੰਮ ਕਰਵਾਵਾਂਗਾ। ਇਮਤਿਹਾਨ 'ਚ ਪਾਸ ਵੀ ਤਾਂ ਹੋਣਾ ਹੈ। ਪਰਸ਼ੀਅਨ ਜਾਂ ਸੰਸਕ੍ਰਿਤ ਦੀ BA ਕਰਨੀ ਉਦੋਂ ਜ਼ਰੂਰੀ ਸੀ। ਮੈਂ ਘਰੇ ਫੋਨ ਕਰ ਦਿੱਤਾ ਕਿ ਮੈਂ ਅੱਜ ਨਹੀਂ ਆਵਾਂਗੀ। ਆਥਣ ਵੇਲੇ ਇੱਕ ਵੱਡੀ ਸਾਰੀ ਕਾਰ ਸਾਡੇ ਘਰ ਆ ਕੇ ਰੁਕੀ। ਉਸ ਵਿੱਚੋਂ ਇੱਕ ਅੱਧਖੜ ਉਮਰ ਦਾ ਆਦਮੀ ਪੈਂਟ ਕੋਟ ਪਾਈ, ਇੱਕ ਹੱਥ ਵਿੱਚ ਰਸਾਲਾ ਫੜੀ ਉਤਰ ਕੇ ਸਾਡੇ ਘਰ ਆਇਆ। ਮਗਰ ਹੀ ਉਹਦਾ ਡਰਾਈਵਰ 2-3 ਪੈਕੇਟ ਰੱਖ ਗਿਆ। ਜੀਤ ਨੇ ਬਹੁਤ ਖੁਸ਼ ਹੋ ਕੇ ਮੈਨੂੰ ਦੱਸਿਆ ਕਿ ਇਹੀ ਰੋਹਤਕ ਦੇ ਪ੍ਰਿੰਸੀਪਲ ਗਰੋਵਰ ਨੇ। ਇਹ ਮੇਰੀ ਕੁਲੀਗ ਹੈ ਜੋਤੀ। ਬੈਠੋ, ਮੈਂ ਚਾਹ ਬਣਾ ਕੇ ਲਿਆਉਣੀ ਆ। ਇਹ ਆਖ ਕੇ ਮੈਂ ਰਸੋਈ 'ਚ ਚਾਹ ਬਣਾਉਣ ਲਈ ਚਲੀ ਗਈ। ਉਸ ਆਦਮੀ ਦਾ ਇਸ ਤਰ੍ਹਾਂ ਆਉਣਾ ਮੈਨੂੰ ਅਜੀਬ ਲੱਗਿਆ। ਮੈਂ ਚਾਹ ਨਾਲ ਬਿਸਕਿਟ ਰੱਖ ਦਿੱਤੇ। ਟਰੇ ਉਹਨਾਂ ਦੇ ਅੱਗੇ ਮੇਜ਼ 'ਤੇ ਲਿਆ ਰੱਖੀ। ਮੁੜਨ ਹੀ ਲੱਗੀ ਸੀ ਜਦੋਂ ਪ੍ਰਿੰਸੀਪਲ ਨੇ ਆਖਿਆ ਕਿ ਤੁਸੀਂ ਸਾਡੇ ਨਾਲ ਚਾਹ ਨਹੀਂ ਪੀਓਗੇ, ਆਪਣਾ ਵੀ ਕੱਪ ਬਣਾ ਕੇ ਲੈ ਆਓ। ਮੈਂ ਵੀ ਆਪਣਾ ਕੱਪ ਲਿਆ ਕੇ ਕੁਰਸੀ 'ਤੇ ਬੈਠ ਗਈ। ਉਹ ਮੇਰੇ ਵੱਲ ਇਸ ਤਰ੍ਹਾਂ ਦੇਖ ਰਿਹਾ ਸੀ ਜਿਵੇਂ ਉਹ ਮੇਰੇ ਵਿੱਚੋਂ ਦੀ ਦੇਖ ਰਿਹਾ ਹੋਵੇ। ਇਹ ਲੜਕੀ ਇੰਟੈਲੀਜੈਂਟ ਲੱਗਦੀ ਹੈ, ਉਹਨੇ ਮੇਰੇ ਵੱਲ ਝਾਕ ਕੇ ਜੀਤ ਨੂੰ ਆਖਿਆ। ਇਹ ਡਾਢੀ ਵੀ ਬੜੀ ਹੈ, ਇਹ ਪੂਰੀ ਜੱਟੀ ਹੈ। ਇਹਦਾ ਪੂਰਾ ਨਾਂ ਹਰਜੋਤ ਹੈ। ਕਾਲਜ ਵਾਲੇ ਇਹ ਤੋਂ ਬਹੁਤ ਡਰਦੇ ਨੇ। ਇੱਕ ਦਿਨ ਕਾਲਜ ਵਿੱਚ 2 ਮੁੰਡੇ ਲੜ ਰਹੇ ਸੀ, ਗੁੱਥਮ ਗੁੱਥਾ ਹੋ ਰਹੇ ਸੀ, ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਸੀ। ਆਲੇ ਦੁਆਲੇ ਬੜੀ ਭੀੜ ਸੀ, ਪਰ ਕੋਈ ਉਹਨਾਂ ਨੂੰ ਛਡਾਉਣ ਦਾ ਹੀਆ ਨਹੀਂ ਸੀ ਕਰ ਰਿਹਾ। ਇਹ ਧੁੱਸ ਦੇ ਕੇ ਇੱਕ ਡੰਡਾ ਚੁੱਕ ਕੇ ਉਹਨਾਂ ਦੇ ਵਿੱਚ ਜਾ ਵੜੀ। 2 ਡੰਡੇ ਅਜਿਹੇ ਮਾਰੇ ਕਿ ਉਹ ਇੱਕ ਦੂਜੇ ਤੋਂ ਪਰਾਂ ਹੋ ਕੇ ਖਲੋ ਗਏ। ਇਹਨੇ ਆਕੜ ਕੇ ਆਖਿਆ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ, ਅਸੀਂ ਤੁਹਾਨੂੰ ਇਹੋ ਸਿਖਾਇਆ। ਉਹ ਦੋਵੇਂ ਮੂੰਹ ਲਟਕਾ ਕੇ ਇੱਧਰ ਉੱਧਰ ਖਿਸਕ ਗਏ। ਭੀੜ ਵੀ ਖਿੰਡ ਗਈ। ਮਗਰੋਂ ਮੈਂ ਇਹਨੂੰ ਆਖਿਆ ਕਿ ਤੈਨੂੰ ਡਰ ਨਹੀਂ ਲੱਗਦਾ ਇਹਨਾਂ ਬਾਂਦਰਾਂ ਤੋਂ? ਅੱਗੇ ਬੋਲੀ, ਇਹ ਡਰਦਿਆਂ ਨੂੰ ਡਰਾਉਂਦੇ ਨੇ। ਗੱਲ ਸੁਣ ਕੇ ਪ੍ਰਿੰਸੀਪਲ ਗਰੋਵਰ ਬੋਲਿਆ ਕਿ ਮੈਨੂੰ ਅਜਿਹੀਆਂ ਕੁੜੀਆਂ ਬਹੁਤ ਪਸੰਦ ਨੇ। ਚੱਲ ਮੈਂ ਤੈਨੂੰ ਆਪਣੇ ਕਾਲਜ 'ਚ ਜੌਬ ਦੇ ਦਿੰਦਾ। ਉਹਨੇ ਮੇਰੇ ਵੱਲ ਝਾਕ ਕੇ ਆਖਿਆ। ਮੈਂ ਕੋਈ ਉੱਤਰ ਨਾ ਦਿੱਤਾ। ਜੀਤ ਬੋਲੀ ਕਿ ਇਹਨਾਂ ਦੇ ਲਾਰਿਆਂ 'ਚ ਨਾ ਆਈ। ਕਾਲਜ 'ਚ ਪੜ੍ਹਾਉਣ ਦੇ ਨਾਲ ਨਾਲ ਤੁਹਾਨੂੰ ਹੋਰ ਬਥੇਰੇ ਕੰਮ ਦੇ ਦੇਣੇ ਨੇ। ਮੈਂ ਕੋਈ ਉੱਤਰ ਨਾ ਦਿੱਤਾ। ਪ੍ਰਿੰਸੀਪਲ ਗਰੋਵਰ ਨੇ ਆਖਿਆ ਕਿ ਮੈਂ ਅੱਗੋਂ ਬਠਿੰਡੇ ਜਾਣਾ ਹੈ, ਤੁਹਾਨੂੰ ਤਰੱਦਦ ਕਰਨ ਦੀ ਲੋੜ ਨਹੀਂ। ਆਪਾਂ ਕਿਸੇ ਹੋਟਲ 'ਚ ਖਾਣਾ ਖਾ ਆਵਾਂਗੇ। ਜੀਤ ਬੋਲੀ, ਡਰਾਇੰਗ ਰੂਮ 'ਚ ਚੱਲ ਕੇ ਬੈਠਦੇ ਹਾਂ। ਫਿਰ ਪ੍ਰਿੰਸੀਪਲ ਨੇ ਉੱਠ ਕੇ ਜਿਹੜਾ ਉਹ ਸਮਾਨ ਲਿਆਏ ਸੀ ਉਸ 'ਚੋਂ ਮਿਠਾਈ ਦਾ ਡੱਬਾ ਕੱਢ ਕੇ ਟੇਬਲ 'ਤੇ ਰੱਖ ਦਿੱਤਾ। 2 ਜੂਸ ਦੀਆਂ ਬੋਤਲਾਂ, 2 ਬਹੁਤ ਹੀ ਸੋਹਣੇ ਪਸ਼ਮੀਨੇ ਦੇ ਕੱਢੇ ਹੋਏ ਸ਼ਾਲ, ਇੱਕ ਉਹਨੇ ਜੀਤ ਨੂੰ ਫੜਾ ਦਿੱਤਾ, ਦੂਜਾ ਮੈਨੂੰ ਫੜਾਉਂਦੇ ਕਿਹਾ ਕਿ ਤੇਰੀ ਕਿਸਮਤ 'ਚ ਲਿਖਿਆ ਹੋਇਆ ਸੀ। ਮੈਂ ਕਿਹਾ ਕਿ ਨਹੀਂ, ਮੈਂ ਨਹੀਂ ਲੈਣਾ। ਜਿਹਦੇ ਲਈ ਲਿਆਏ ਹੋ ਉਹਨੂੰ ਹੀ ਦਿਓ। ਨਹੀਂ ਨਹੀਂ, ਇਹ ਤੇਰੇ ਲਈ ਹੀ ਹੈ ਕਿਉਂਕਿ ਤੂੰ ਜੀਤ ਵਰਗੀ ਨਹੀਂ। ਮੱਲੋ ਮੱਲੀ ਸ਼ਾਲ ਮੈਨੂੰ ਦਿੰਦਿਆਂ ਕਿਹਾ। ਮੈਂ ਸ਼ਾਲ ਲੈ ਕੇ ਜੀਤ ਦੇ ਸ਼ਾਲ ਨਾਲ ਰੱਖ ਦਿੱਤਾ। ਮਤਲਬ ਸੀ ਕਿ ਜੀਤ ਦੋਨੋਂ ਲੈ ਲਏਗੀ। ਮੈਂ ਚਾਹੁੰਦਾ ਕਿ ਦਿੱਲੀ ਆਉਣ ਜਾਣ ਲੱਗਿਆ ਜੀਤ ਦੇ ਨਾਲ ਤੂੰ ਵੀ ਸਾਡੇ ਕੋਲ ਆਇਆ ਕਰੇ। ਮੋਨਾ ਦਾ ਕੀ ਹਾਲ ਹੈ? ਜੀਤ ਨੇ ਪੁੱਛਿਆ। ਉਹ ਤੇਰੇ ਵਾਂਗ ਬੇਵਫਾ ਨਹੀਂ ਹੈ, ਉਹ ਉੱਥੇ ਹੀ ਹੈ, ਉੱਥੇ ਹੀ ਰਹੇਗੀ, ਪ੍ਰਿੰਸੀਪਲ ਬੋਲਿਆ। ਮੈਂ ਉੱਥੇ ਰਹਿੰਦੀ ਤਾਂ ਸਾਡੀ ਲੜਾਈ ਹੋ ਜਾਣੀ ਸੀ, ਜੀਤ ਬੋਲੀ। ਪ੍ਰਿੰਸੀਪਲ ਚੁੱਪ ਰਿਹਾ। ਮੈਨੂੰ ਉਹਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗ ਰਹੀਆਂ ਸੀ। ਮੈਂ ਉੱਠ ਕੇ ਬਾਥਰੂਮ 'ਚ ਨਹਾਉਣ ਚਲੀ ਗਈ। ਦੇਰ ਲਾਉਣ ਦੀ ਖਾਤਰ ਮੈਂ ਵਾਲ ਧੋਣ ਲੱਗ ਪਈ। ਜੀਤ ਨੇ ਇੱਕ ਵਾਰੀ ਦਰਵਾਜ਼ਾ ਖੜਕਾ ਕੇ ਪੁੱਛਿਆ ਕਿ ਕਿੰਨੀ ਦੇਰ ਲਾਏਂਗੀ, ਆਪਾਂ ਬਾਹਰ ਖਾਣਾ ਖਾਣ ਚੱਲਣਾ। ਮੈਂ ਅੰਦਰੋਂ ਹੀ ਆਖਿਆ ਕਿ ਮੈਂ ਤਾਂ ਵਾਲ ਧੋ ਰਹੀ ਹਾਂ, ਤੁਸੀਂ ਖਾਣਾ ਖਾਣ ਚਲੇ ਜਾਓ, ਮੈਂ ਨਹੀਂ ਜਾਣਾ। ਉਹ ਡਰਾਈਵਰ ਨਾਲ ਕਿਧਰੇ ਖਾਣਾ ਖਾਣ ਚਲੇ ਗਏ। ਬਹੁਤ ਦੇਰ ਨਾਲ ਮੁੜੇ ਤਾਂ ਮੈਂ ਚਾਹ ਨਾਲ ਟੋਸਟ ਖਾ ਚੁੱਕੀ ਸੀ, ਪਰ ਜੀਤ ਮੇਰੇ ਲਈ ਖਾਣਾ ਵੀ ਪੈਕ ਕਰਵਾ ਲਿਆਈ ਸੀ, ਜਿਹੜਾ ਮੈਂ ਫ੍ਰਿਜ 'ਚ ਰਖਵਾ ਦਿੱਤਾ। ਪ੍ਰਿੰਸੀਪਲ ਇੱਕ ਵਾਰੀ ਰਸੋਈ ਵੱਲ ਆਏ। ਉੱਥੇ ਮੈਂ ਪਲੇਟਾਂ ਧੋ ਰਹੀ ਸੀ। ਮੇਰੇ ਸਿਰ 'ਤੇ ਹੱਥ ਧਰ ਕੇ ਆਖਣ ਲੱਗੇ, ਯੂ ਆਰ ਵੈਰੀ ਇੰਟੈਲੀਜੈਂਟ ਗਰਲ, ਆਈ ਵੁੱਡ ਲਾਈਕ ਟੂ ਹੈਵ ਇਨ ਮਾਈ ਕਾਲਜ। ਮੈਂ ਸਿੱਧਾ ਉਸ ਵੱਲ ਝਾਕ ਕੇ ਆਖਿਆ ਕਿ ਸੌਰੀ, ਆਈ ਡੋਂਟ ਵਾਂਟ ਟੂ ਗੋ ਐਨੀਵੇਅਰ, ਰਾਦਰ ਆਈ ਵੁੱਡ ਲਾਈਕ ਟੂ ਬੀ ਟ੍ਰਾਂਸਫਰ ਟੂ ਪਟਿਆਲਾ which is my hometown. I'll get you transferred in no time. Sorry, I don't like anybody's help. ਜੀਤ ਮਗਰ ਆ ਕੇ ਸਭ ਸੁਣ ਰਹੀ ਸੀ। ਉਹਨੇ ਪ੍ਰਿੰਸੀਪਲ ਨੂੰ ਡਰਾਇੰਗ ਰੂਮ ਵੱਲ ਲਿਜਾਂਦੇ ਆਖਿਆ ਕਿ ਪਿਓਰ ਜੱਟੀ ਹੈ, ਜੋ ਮਨ 'ਚ ਆਉਂਦਾ ਹੈ ਸੋ ਆਖ ਦਿੰਦੀ ਹੈ, ਤੁਸੀਂ ਮਾਈਂਡ ਨਾ ਕਰਨਾ, ਆ ਕੇ ਆਰਾਮ ਕਰ ਲਓ। ਉਹ ਡਰਾਇੰਗ ਰੂਮ 'ਚ ਚਲਾ ਗਿਆ। ਜੀਤ ਕੁਝ ਦੇਰ ਉੱਥੇ ਬੈਠੀ ਉਸ ਨਾਲ ਗੱਲਾਂ ਕਰ ਰਹੀ ਸੀ। ਮੇਰਾ ਮਨ ਘੁੱਟ ਰਿਹਾ ਸੀ। ਜੀ ਕੀਤਾ ਕਿ ਹੁਣੇ ਰਾਤ ਨੂੰ ਹੀ ਪਟਿਆਲੇ ਚਲੀ ਜਾਵਾਂ। ਫਿਰ ਮੈਂ ਆਪਣਾ ਲੈਸਨ ਤਿਆਰ ਕਰਨ ਬੈਠ ਗਈ। ਪਤਾ ਨਹੀਂ ਕਦੋਂ ਪ੍ਰਿੰਸੀਪਲ ਵਾਪਸ ਚਲਾ ਗਿਆ। ਜੀਤ ਜਦੋਂ ਆਈ, ਮੈਂ ਆਖਿਆ ਕਿ ਅੱਗੋਂ ਤੋਂ ਜਦੋਂ ਇਸ ਬੰਦੇ ਨੇ ਆਉਣਾ ਹੋਵੇ ਮੈਨੂੰ ਪਹਿਲਾਂ ਦੱਸ ਦਿਆ ਕਰ, ਮੈਂ ਪਟਿਆਲੇ ਚਲੀ ਜਾਇਆ ਕਰਾਂਗੀ।
ਤੇਰੀ ਤਾਂ ਸੋਚ ਹੀ ਪਛਾਣ ਖਿੱਚੂ ਹੈ। ਸਾਡੇ ਜਿੱਡੇ ਤਾਂ ਉਹਦੇ ਧੀਆਂ ਪੁੱਤ ਨੇ, ਚੰਗੀ ਭਲੀ ਤਾਂ ਉਹਦੀ ਜਨਾਨੀ ਹੈ। ਇਹ ਤਾਂ ਵਲਾਇਤ ਰਹਿਣ ਕਰਕੇ ਖੁੱਲੇ ਸੁਭਾਅ ਦਾ ਹੋ ਗਿਆ। ਮੈਂ ਕੋਈ ਜਵਾਬ ਨਾ ਦਿੱਤਾ। ਮੈਂ ਆਪਣਾ ਕੰਮ ਕਰਦੀ ਰਹੀ। ਜੀਤ ਨੇ ਕਮਰਾ ਅੰਦਰੋਂ ਬੰਦ ਕਰ ਲਿਆ ਤੇ ਬੈੱਡ ਤੇ ਪੈ ਗਈ ਤੇ ਮੈਨੂੰ ਆਖਿਆ ਕਿ ਸੌਣ ਵੇਲੇ ਲਾਈਟ ਬੰਦ ਕਰ ਦੇਈਂ। ਕੁਝ ਹੀ ਚਿਰ ਮਗਰੋਂ ਮੈਂ ਕੱਪੜੇ ਬਦਲ ਕੇ ਲਾਈਟ ਬੰਦ ਕਰਕੇ ਆਪਣੇ ਬੈੱਡ ਤੇ ਪੈ ਗਈ। ਮੈਂ ਦੇਖਿਆ ਜੀਤ ਦੇ ਮਨ 'ਚ ਕੁਝ ਚੱਲ ਰਿਹਾ ਸੀ। ਬਹੁਤ ਦੇਰ ਤੱਕ ਸੋਈ ਨਹੀਂ ਸੀ। ਬੈੱਡ ਤੇ ਕਰਵਟਾਂ ਬਦਲੀ ਜਾ ਰਹੀ ਸੀ। ਫਿਰ ਪਤਾ ਨਹੀਂ ਮੈਨੂੰ ਕਦੋਂ ਨੀਂਦ ਆ ਗਈ। ਸ਼ਾਇਦ ਮੈਂ ਵੀ ਦੇਰ ਨਾਲ ਸੁੱਤੀ ਸੀ, ਜਿਸ ਕਰਕੇ ਜਦੋਂ ਜਾਗੀ ਕਾਫੀ ਦਿਨ ਚੜ੍ਹ ਚੁੱਕਿਆ ਸੀ। ਮੈਂ ਛੇਤੀ ਤਿਆਰ ਹੋਣ ਲੱਗੀ। ਸੰਸਕ੍ਰਿਤ ਦੇ ਪ੍ਰੋਫੈਸਰ ਨੇ ਹੁਣੇ ਆ ਜਾਣਾ ਸੀ। ਮਗਰੋਂ ਮੈਂ ਕਾਲਜ ਵੀ ਜਾਣਾ ਸੀ। ਪ੍ਰੋਫੈਸਰ ਸਾਹਿਬ ਆਏ ਤੇ ਪੁੱਛਣ ਲੱਗੇ ਕਿ ਰਾਤ ਤੁਹਾਡੇ ਕੌਣ ਮਹਿਮਾਨ ਆਏ ਸੀ। ਜੀਤ ਬੋਲੀ ਕਿ ਤੁਹਾਨੂੰ ਕੌਣ ਦੱਸਦਾ। ਪ੍ਰੋਫੈਸਰ ਨੇ ਸਧਾਰਨ ਤੌਰ ਤੇ ਕਿਹਾ ਕਿ ਤੁਹਾਡੇ ਨਾਲ ਰਹਿੰਦੇ DSP ਟੱਕਰ ਗਏ ਸੀ। ਆਉਂਦੇ ਨੂੰ ਆਖਦੇ ਸੀ ਕਿ ਰਾਤ ਇਹਨਾਂ ਦੇ ਪਤਾ ਨਹੀਂ ਕੌਣ ਮਹਿਮਾਨ ਆਇਆ ਸੀ ਵੱਡੀ ਕਾਰ ਵਿੱਚ। DSP ਸਾਡਾ ਇੰਨਾ ਖਿਆਲ ਰੱਖਦੇ ਹੈ? ਜੀਤ ਨੇ ਹੱਸ ਕੇ ਆਖਿਆ। ਮੈਂ ਆਖਿਆ ਕਿ ਚੰਗਾ ਹੈ, ਸਾਡਾ ਖਿਆਲ ਰੱਖਦੇ ਨੇ, ਸਾਨੂੰ ਕੱਲੀਆਂ ਰਹਿੰਦੀਆਂ ਨੂੰ ਕੋਈ ਡਰ ਨਹੀਂ। ਪ੍ਰੋਫੈਸਰ ਸਾਹਿਬ ਚਾਹ ਪੀਓਗੇ? ਮੈਂ ਪੁੱਛਿਆ। ਨਹੀਂ, ਮੈਂ ਚਾਹ ਨਹੀਂ ਪੀਂਦਾ। ਅੱਗੇ ਲੋਕੀ ਦੁੱਧ ਪੀਂਦੇ ਸੀ, ਲੱਸੀ ਪੀਂਦੇ ਸੀ, ਤਾਂ ਹੀ ਸੁਭਾਅ ਵੀ ਠੰਡੇ ਰਹਿੰਦੇ ਸੀ। ਜਦੋਂ ਅਸੀਂ ਛੋਟੇ ਹੁੰਦੇ ਸੀ, ਹਰ ਘਰ 'ਚ ਲਵੇਰਾ ਹੁੰਦਾ ਸੀ। ਦੁੱਧ ਤੇ ਪੁੱਤ ਵੇਚਣਾ ਗੁਨਾਹ ਸਮਝਿਆ ਜਾਂਦਾ ਸੀ। ਅੱਜ ਕੱਲ੍ਹ ਪਿੰਡਾਂ 'ਚ ਜਨਾਨੀਆਂ ਭਾਵੇਂ ਜਵਾਕਾਂ ਨੂੰ ਘੁੱਟ ਬਚੇ ਚਾਹੇ ਨਾ ਬਚੇ, ਦੁੱਧ ਡੈਰੀ 'ਚ ਪਾਉਣ ਦਾ ਕਰਦੀਆਂ ਨੇ, ਬਈ ਮਹੀਨੇ ਮਗਰੋਂ ਪੈਸੇ ਆ ਜਾਣਗੇ ਵੱਖਰੀਆਂ ਗੋਝਾਂ ਕਰਨ ਲਈ। ਪ੍ਰੋਫੈਸਰ ਸਾਹਿਬ, ਸੰਸਕ੍ਰਿਤ ਮੈਨੂੰ ਪੜ੍ਹਨੀ ਔਖੀ ਲੱਗਦੀ ਹੈ ਤੇ ਸਿੱਖਣੀ ਵੀ। ਫਿਰ ਉੱਪਰੋਂ ਗਰਦਾਨਾ ਯਾਦ ਕਰਨੀਆਂ। ਅਸੀਂ ਗਲਤ ਸੋਚਦੇ ਹਾਂ। ਅਸਲ 'ਚ ਸਾਰਾ ਗਿਆਨ ਬੰਦੇ ਦੇ ਅੰਦਰ ਪਿਆ ਹੁੰਦਾ ਹੈ। ਉਹਨੂੰ ਸਿਰਫ ਜਗਾਉਣਾ ਹੁੰਦਾ ਹੈ। ਪਤਾ ਨਹੀਂ ਕਿਹੜਾ ਜਨਮ ਲੰਘਦਿਆਂ ਕਿਹੜੇ ਸੰਸਕਾਰਾਂ ਕਰਕੇ ਉਹ ਗਿਆਨ ਸਾਡੇ ਅੰਦਰ ਹੀ ਦੱਬਿਆ ਰਹਿੰਦਾ ਹੈ। ਪ੍ਰਭੂ ਦੀ ਮਿਹਰ ਹੋਵੇ, ਕੋਈ ਪਹੁੰਚਿਆ ਗੁਰੂ ਮਿਲੇ ਤਾਂ ਸਾਡਾ 10ਵਾਂ ਦੁਆਰ ਵੀ ਖੁੱਲ੍ਹ ਸਕਦਾ ਹੈ। ਪ੍ਰੋਫੈਸਰ ਸਾਹਿਬ, ਕੀ ਤੁਸੀਂ ਪਿਛਲੇ ਜਨਮਾਂ ਨੂੰ ਮੰਨਦੇ ਹੋ? ਇਹ ਵੀ ਸੋਚਦੇ ਹੋ ਕਿ ਹਰੇਕ ਦੇ ਅੰਦਰ ਰੂਹ ਹੁੰਦੀ ਹੈ? ਉਹ ਆਖਣ ਲੱਗੇ, ਅੱਜ ਕੱਲ੍ਹ ਦੀ ਪੜ੍ਹਾਈ 'ਚ ਇਹੋ ਹੀ ਤਾਂ ਨੁਕਸ ਹੈ। ਸਹੀ ਗੱਲਾਂ ਤਾਂ ਦੱਸੀਆਂ ਨਹੀਂ ਜਾਂਦੀਆਂ। ਬੰਦਾ ਜਦੋਂ ਮਰਦਾ ਹੈ, ਉਹਦੀ ਦੇਹ ਤਾਂ ਸਾਬਤ ਸਬੂਤ ਹੁੰਦੀ ਹੈ। ਉਹਨੂੰ ਮਰਿਆ ਸਮਝ ਕੇ ਜਲਾ ਕਿਉਂ ਦਿੰਦੇ ਨੇ? ਇਸੇ ਕਰਕੇ ਕਿ ਉਸ ਦੇਹ ਨੂੰ ਚਲਾਉਣ ਵਾਲੀ ਸ਼ਕਤੀ, ਜਿਹਨੂੰ ਅਸੀਂ ਰੂਹ ਆਖਦੇ ਹਾਂ, ਵਿਦਾ ਹੋ ਚੁੱਕੀ ਹੁੰਦੀ ਹੈ। ਜੇ ਪਿਛਲੇ ਜਨਮ ਨਾ ਹੁੰਦੇ ਹੋਣ ਤਾਂ ਇਸ ਜਨਮ ਦੇ ਊਚ ਨੀਚ, ਭਲੇ ਬੁਰੇ, ਸੋਹਣੇ ਕਸੋਹਣੇ, ਧਨੀ ਗਰੀਬ 'ਚ ਫਰਕ ਕਿਸ ਆਧਾਰ ਤੇ ਬਣ ਗਏ? ਪਿਛਲੇ ਜਨਮ ਦੇ ਕਰਮ ਫਲ ਨੂੰ ਲੈ ਕੇ ਅਸੀਂ ਜਨਮਦੇ ਹਾਂ। ਹੁਣ ਵਾਲੇ ਕਰਮ ਸਾਡੇ ਅਗਲੇ ਜੀਵਨ ਦਾ ਆਧਾਰ ਬਣਦੇ ਨੇ। ਪਰ ਪ੍ਰੋਫੈਸਰ ਸਾਹਿਬ, ਇਸ ਗੱਲ ਦਾ ਸਾਡੇ ਕੋਲ ਕੋਈ ਸਬੂਤ ਤਾਂ ਨਹੀਂ ਹੈ। ਬਹੁਤ ਸਾਰੇ ਸਬੂਤ ਹਨ ਵੀ, ਜਿਵੇਂ ਕਿ ਕਈ ਬੱਚਿਆਂ ਨੂੰ ਆਪਣੇ ਪਿਛਲੇ ਜਨਮ ਦਾ ਪਤਾ ਹੁੰਦਾ ਹੈ। ਪੁੱਛ ਪੜਤਾਲ ਕਰਨ ਤੇ ਸੱਚ ਨਿਕਲਦਾ ਹੈ। ਬਾਹਰਲੇ ਮੁਲਕਾਂ 'ਚ ਵਿਗਿਆਨਕ ਪੱਧਰ ਤੇ ਇਹਨਾਂ ਗੱਲਾਂ ਦੀ ਖੋਜ ਹੋ ਰਹੀ ਹੈ। ਇਹਨਾਂ ਨੂੰ ਸੱਚ ਮੰਨ ਕੇ ਅਗਾਂਹ ਖੋਜ ਕੀਤੀ ਜਾ ਰਹੀ ਹੈ। ਸਾਡੇ ਗ੍ਰੰਥਾਂ ਵਿੱਚ ਵੀ ਲਿਖਿਆ ਹੋਇਆ, ਪ੍ਰੋਫੈਸਰ ਨੇ ਦੱਸਿਆ। ਗ੍ਰੰਥ ਤਾਂ ਬੰਦਿਆਂ ਦੀ ਕਲਪਨਾ ਵੀ ਹੋ ਸਕਦੇ ਆ। ਮੈਂ ਆਖਿਆ, ਨਹੀਂ, ਸ਼ੁੱਧ ਮਨ ਨਾਲ ਅੰਤਰ ਯਾਤਰਾ ਰਾਹੀਂ ਉਸ ਸਰੋਤ ਤੱਕ ਤਪੀਸਰ ਲੋਕ ਅੱਪੜ ਜਾਂਦੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ। ਉਸ ਸਰੋਤ ਨਾਲ ਜੁੜ ਕੇ ਉਹਦਾ ਰੂਪ ਹੀ ਹੋ ਜਾਂਦੇ ਸਨ। ਇਹ ਗੱਲ ਸਾਡੇ ਗ੍ਰੰਥ ਦੱਸਦੇ ਨੇ। ਅਸੀਂ ਲੋਕ ਆਪਣੇ ਵਿਰਸੇ ਨਾਲ ਜੁੜਦੇ ਨਹੀਂ, ਉਹਨੂੰ ਸਮਝਦੇ ਨਹੀਂ, ਉਸ ਅਨੁਸਾਰ ਜਿਉਂਦੇ ਨਹੀਂ, ਬਸ ਸੁੱਤੇ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ। ਇਸ ਤੋਂ ਬਾਅਦ ਪ੍ਰੋਫੈਸਰ ਸਾਹਿਬ ਪੜ੍ਹਾਉਂਦੇ ਰਹੇ ਤੇ ਫਿਰ ਉਹਨਾਂ ਨੇ ਮਿਸਿਸ ਸਿੰਗਲਾ ਨੂੰ ਸਾਡੇ ਵੱਲ ਆਉਂਦੇ ਦੇਖਿਆ। ਲਓ ਜੀ, ਮਿਸਿਸ ਸਿੰਗਲਾ ਤੁਹਾਡੇ ਵੱਲ ਆ ਰਹੇ ਨੇ, ਮੈਂ ਹੁਣ ਚੱਲਦਾ, ਪ੍ਰੋਫੈਸਰ ਸਾਹਿਬ ਨੇ ਕਿਹਾ। ਅੰਗ 8ਵਾਂ। ਆਓ ਜੀ ਮਿਸਿਸ ਸਿੰਗਲਾ। ਉਹਦੇ ਅੰਦਰ ਲੰਘ ਆਉਣ ਤੇ ਕੁਰਸੀ ਅੱਗੇ ਕਰਦਿਆਂ ਮੈਂ ਆਖਿਆ। ਜੀਤ ਨੇ ਪੁੱਛਿਆ, ਚਾਹ ਪੀਓਗੇ? ਨਹੀਂ, ਮੈਂ ਪੀ ਕੇ ਆਈ ਹਾਂ। ਮੈਂ ਤਾਂ ਤੁਹਾਡੇ ਨਾਲ ਜ਼ਰੂਰੀ ਸਲਾਹ ਕਰਨ ਆਈ ਹਾਂ। ਕਿਸੇ ਓਪਰੇ ਬੰਦੇ ਨਾਲ ਗੱਲ ਕਰੋ ਤਾਂ ਹੋਰ ਵੀਆਂ ਨੂੰ ਦੱਸੇਗਾ। आपने हमें इस काबिल समझा, खुदा कसम खुशी से मर जाएंगे। ਜੀਤ ਨੇ ਇੱਕ ਹੱਥ ਸਲਾਮ ਕਰਨ ਵਾਂਗ 2-3 ਵਾਰੀ ਮੱਥੇ ਵੱਲ ਜਾਂਦਿਆਂ ਹੱਸ ਕੇ ਆਖਿਆ। ਗੱਲ ਅਸਲ 'ਚ ਇਹ ਹੈ, ਸਿੰਗਲਾ ਸਾਹਿਬ ਅੱਜ ਕੱਲ੍ਹ ਬਿਮਾਰ ਰਹਿੰਦੇ ਨੇ। ਉਂਝ ਵੀ ਉਹ ਮੇਰੇ ਨਾਲੋਂ 20 ਸਾਲ ਵੱਡੇ ਨੇ। ਉਹਨਾਂ ਦੀ ਪਹਿਲੀ ਪਤਨੀ, ਜਿਸ ਤੋਂ ਕੋਈ ਔਲਾਦ ਨਹੀਂ ਸੀ, ਮਰ ਗਈ ਸੀ। ਫਿਰ ਮੇਰੇ ਘਰਦਿਆਂ ਦੇ ਉੱਪਰ ਇਹਨਾਂ ਦੇ ਘਰਦਿਆਂ ਨੇ ਬੜਾ ਜ਼ੋਰ ਪਾਇਆ ਕਿ ਅਖੇ ਕੁੜੀ ਰਾਜ ਕਰੇਗੀ। ਅੰਤਾਂ ਦੀ ਦੌਲਤ ਹੈ, ਘਾਟਾ ਤਾਂ ਕਿਸੇ ਗੱਲ ਦਾ ਨਹੀਂ, ਪਰ ਔਲਾਦ ਸਾਡੇ ਵੀ ਨਹੀਂ ਹੋਈ। ਬਹੁਤ ਚਿਰ ਘਰ 'ਚ ਉਦਾਸੀ ਛਾਈ ਰਹੀ। ਰਿਸ਼ਤੇਦਾਰਾਂ ਨੇ ਬੱਚਾ ਲੈਣ ਲਈ ਆਖਿਆ, ਪਰ ਮੈਨੂੰ ਲੱਗਿਆ ਕਿ ਰੱਬ ਨੂੰ ਸ਼ਾਇਦ ਮਨਜ਼ੂਰ ਹੀ ਨਹੀਂ। ਰੱਬ ਦੇ ਘਰ ਕੀ, ਘਾਟਾ ਸਾਡਾ ਆਪਣਾ ਹੋ ਜਾਂਦਾ। ਹੁਣ ਨਾਲੇ ਉਮਰ ਵੀ ਨਹੀਂ ਕਿਸੇ ਛੋਟੇ ਬੱਚੇ ਨੂੰ ਪਾਲਣ ਦੀ। ਮਿਸਿਸ ਸਿੰਗਲਾ ਨੇ ਦੱਸਿਆ। ਪਰ ਇੰਨੀ ਧਨ ਦੌਲਤ ਦਾ ਕੀ ਕਰੋਗੇ? ਜੀਤ ਨੇ ਪੁੱਛਿਆ। ਇਹੀ ਤਾਂ ਚਿੰਤਾ ਵੱਡ ਖਾਈ ਜਾਂਦੀ ਹੈ।
ਵੀ ਜੇ ਇਹਨਾਂ ਨੂੰ ਕੁਝ ਹੋ ਗਿਆ ਤਾਂ ਮੈਨੂੰ ਤਾਂ ਇਹਦੇ ਰਿਸ਼ਤੇਦਾਰ ਕੱਚੀ ਨੂੰ ਖਾ ਜਾਣਗੇ। ਇਸ ਲਈ ਮੈਂ ਚਾਹੁੰਦੀ ਹਾਂ ਕਿ ਆਪਣੇ ਲਈ ਕੁਝ ਰੱਖ ਕੇ ਬਾਕੀ ਦੇ ਪੈਸਿਆਂ ਨੂੰ ਕਿਸੇ ਚੰਗੇ ਕੰਮ 'ਚ ਲਾ ਦਿਆਂ। ਮਿਸਿਸ ਸਿੰਗਲਾ ਦੱਸੀ ਗਈ। ਤੁਸੀਂ ਕੋਈ ਭਲੇ ਦਾ ਕੰਮ ਕਰੋ, ਕਿਸੇ ਯਤੀਮਖਾਨੇ ਨੂੰ ਦੇ ਦਿਓ, ਕਿਸੇ ਨਾਰੀ ਨਿਕੇਤਨ ਨੂੰ ਦੇ ਦਿਓ ਜਾਂ ਕਿਸੇ ਮੱਠ ਜਾਂ ਆਸ਼ਰਮ ਨੂੰ ਦੇ ਦਿਓ, ਜੀਤ ਬੋਲੀ। ਇਸੇ ਖਿਆਲ ਨਾਲ ਮੈਂ ਪਿਛਲੇ ਸਾਲ ਨਾਰੀ ਨਿਕੇਤਨ, ਮੱਠ, ਆਸ਼ਰਮ ਸਾਰੀਆਂ ਥਾਵਾਂ ਵੇਖਣ ਗਈ। ਕਿਤੇ ਵੀ ਮੈਨੂੰ ਸੁੱਚਤਾ ਨਹੀਂ ਮਿਲੀ। ਪਤਾ ਨਹੀਂ ਕਿਉਂ ਲੋਕਾਂ ਨੂੰ ਮਰਨਾ ਯਾਦ ਹੀ ਨਹੀਂ ਰਹਿੰਦਾ। ਜੋ ਕੁਝ ਸਮੇਟਿਆ ਜਾਂਦਾ ਹੈ ਸਮੇਟਣ ਦੀ ਕਰਦੇ ਨੇ। ਹਰ ਥਾਂ ਕਰਪਸ਼ਨ, ਜਿਵੇਂ ਦੁਨੀਆ ਤੇ ਧਰਮ ਕਰਮ ਰਹਿ ਹੀ ਨਾ ਗਏ ਹੋਣ। ਮਿਸਿਸ ਸਿੰਗਲਾ ਨੇ ਦੱਸਿਆ। ਇਉਂ ਕਰੋ, ਜਾਂ ਤਾਂ ਇੱਕ ਬਿਰਧ ਆਸ਼ਰਮ ਬਣਵਾ ਦਿਓ। ਬਿਰਧ ਆਸ਼ਰਮ ਦੇ ਨਾਂ ਇੱਕ ਰਕਮ ਜਮ੍ਹਾਂ ਕਰਾ ਦਿਓ ਜਿਹਦੇ ਵਿਆਜ ਨਾਲ ਉਹ ਚੱਲਦਾ ਰਹੇ। ਚੰਗੇ ਲੋਕਾਂ ਦਾ ਟਰਸਟ ਬਣਾ ਦਿਓ ਜਿਹੜਾ ਬਿਰਧ ਆਸ਼ਰਮ ਵਿੱਚ ਕੰਮ ਕਰਨ ਵਾਲੇ ਸਟਾਫ ਦਾ ਧਿਆਨ ਰੱਖੇ। ਮੈਂ ਆਖਿਆ। ਅੱਗੋਂ ਜੀਤ ਹੱਸ ਕੇ ਆਖਣ ਲੱਗੀ, ਹੋ ਸਕਦਾ ਹੈ ਜਦੋਂ ਅਸੀਂ ਵੀ ਧੀਆਂ ਪੁੱਤਾਂ ਦੇ ਕੰਮ ਦੇ ਨਾ ਰਹੇ ਸਾਨੂੰ ਵੀ ਕਿਸੇ ਅਜਿਹੇ ਬਿਰਧ ਆਸ਼ਰਮ 'ਚ ਜਾਣਾ ਪਏ। ਮਿਸਿਸ ਸਿੰਗਲਾ, ਠੀਕ ਹੈ, ਆਪਾਂ ਇਸ ਬਾਰੇ ਸੋਚ ਲੈਂਦੇ ਹਾਂ। ਫਿਰ ਲੋਕਾਂ ਦੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਦੀ ਮੇਰੇ ਤੇ ਅੱਖ ਨਹੀਂ ਰਹੂਗੀ ਕਿ ਇਹ ਮਰੇ ਤੇ ਫਿਰ ਅਸੀਂ ਸਾਂਭੀਏ ਸਾਰਾ ਕੁਝ। ਅਗਲੇ ਦਿਨ ਅਸੀਂ ਕਾਲਜ ਗਈਆਂ ਤਾਂ ਕਾਲਜ 'ਚ ਹਾਸਾ ਠੱਠਾ ਮਚਿਆ ਪਿਆ ਸੀ। ਪੁੱਛਣ ਤੇ ਪਤਾ ਚੱਲਿਆ ਕਿ ਬਲਬੀਰ, ਜੋ ਕਿ 4th ਈਅਰ ਦਾ ਸਟੂਡੈਂਟ ਸੀ, ਨੇ ਕੁਝ ਮੁੰਡਿਆਂ ਨਾਲ ਸ਼ਰਤ ਲਾ ਲਈ ਸੀ ਕਿ ਉਹ ਸਭ ਦੇ ਸਾਹਮਣੇ ਕਮਲੇਸ਼ ਮੈਡਮ ਦਾ ਹੱਥ ਫੜ ਕੇ ਕਿਸ ਕਰੇਗਾ। ਸੱਚੀ ਮੁੱਚੀ ਉਹਨੇ 42-43 ਸਾਲ ਦੀ ਅਣਵਿਆਹੀ ਕਮਲੇਸ਼ ਮੈਡਮ ਦਾ ਹੱਥ ਫੜ ਕੇ ਮਿੰਟਾਂ ਸਕਿੰਟਾਂ 'ਚ ਆਪਣੇ ਬੁੱਲਾਂ ਨੂੰ ਲਾ ਕੇ ਛੱਡ ਦਿੱਤਾ। ਮੈਡਮ ਅੱਗ ਬਬੂਲਾ ਹੋਈ ਪ੍ਰਿੰਸੀਪਲ ਕੋਲ ਗਈ। ਪ੍ਰਿੰਸੀਪਲ ਨੇ ਬਲਬੀਰ ਨੂੰ ਆਪਣੇ ਕਮਰੇ 'ਚ ਬੁਲਾਇਆ ਤੇ ਆਖਿਆ ਕਿ ਬਦਤਮੀਜ਼, ਕਮਲੇਸ਼ ਮੈਡਮ ਤੇਰੀਆਂ ਮਾਵਾਂ ਵਰਗੀ ਹੈ। ਇਸ ਕਸੂਰ ਬਦਲੇ ਤੈਨੂੰ ਮੈਂ 50 ਰੁਪਏ ਫਾਈਨ ਕਰਦਾ। ਬਲਬੀਰ ਨੇ ਝੱਟ ਜੇਬ 'ਚੋਂ 100 ਰੁਪਏ ਕੱਢ ਕੇ ਪ੍ਰਿੰਸੀਪਲ ਦੇ ਟੇਬਲ ਤੇ ਰੱਖਦਿਆਂ ਕਿਹਾ ਕਿ ਸਰ, 50 ਦੀ ਥਾਂ 100 ਲੈ ਲਓ। ਮੈਂ ਇੱਕ ਵਾਰੀ ਹੋਰ ਮੈਡਮ ਦਾ ਹੱਥ ਫੜਨਾ ਚਾਹਾਂਗਾ। ਤੈਨੂੰ ਪਤਾ ਮੈਂ ਤੈਨੂੰ ਕਾਲਜ 'ਚੋਂ ਕੱਢ ਸਕਦਾ, ਪ੍ਰਿੰਸੀਪਲ ਬੋਲਿਆ। ਉਹ ਬੋਲਿਆ, ਨਹੀਂ ਸਰ, ਮੈਂ ਤਾਂ ਕਮਲੇਸ਼ ਮੈਡਮ ਦੀ ਬਹੁਤ ਇੱਜ਼ਤ ਕਰਦਾ। ਉਸੇ ਵੇਲੇ ਉਹਨੇ ਕਮਲੇਸ਼ ਮੈਡਮ ਦੇ ਪੈਰਾਂ ਉੱਤੇ ਝੁੱਕ ਕੇ ਪੈਰੀਂ ਹੱਥ ਲਾਏ। ਕਮਲੇਸ਼ ਮੈਡਮ ਨੂੰ ਉਹਦੀਆਂ ਕਮਲੀਆਂ ਗੱਲਾਂ ਤੇ ਹਾਸਾ ਆ ਗਿਆ ਤੇ ਬੋਲੀ, ਜਾਂ ਤੈਨੂੰ ਮਾਫ ਕੀਤਾ। ਪ੍ਰਿੰਸੀਪਲ ਅੱਗੋਂ ਆਪਣੇ ਪੈਸੇ ਚੁੱਕ ਲਏ। ਬਲਬੀਰ ਨੇ ਅਗਾਂਹ ਵੱਧ ਕੇ ਪੈਸੇ ਚੁੱਕ ਲਏ। ਥੈਂਕ ਯੂ ਮੈਡਮ, ਥੈਂਕ ਯੂ ਸਰ ਕਹਿ ਕੇ ਉਹ ਬਾਹਰ ਨਿਕਲ ਗਿਆ। ਬਾਹਰ ਲੋਕ ਉਡੀਕ ਰਹੇ ਸਨ ਕਿ ਬਲਬੀਰ ਨਾਲ ਕੀ ਬੀਤ ਰਿਹਾ। ਉਹਨੇ ਬਾਹਰ ਆ ਕੇ ਕੰਨਾਂ ਨੂੰ ਹੱਥ ਲਾ ਕੇ ਕਿਹਾ ਕਿ ਅੱਜ ਤੋਂ ਮੈਂ ਕਮਲੇਸ਼ ਮੈਡਮ ਨੂੰ ਭੈਣ ਤੇ ਮਾਂ ਸਮਝਾਂਗਾ। ਸ਼ਰਤ ਹਾਰਨ ਵਾਲੇ ਮੁੰਡੇ ਨੇ ਆਖਿਆ ਕਿ ਓਏ ਮੂਰਖਾ, ਇੱਕੋ ਔਰਤ ਤੇਰੀ ਭੈਣ ਮਾਂ ਕਿਵੇਂ ਹੋ ਸਕਦੀ ਹੈ? ਉਹਨੇ ਕਿਹਾ ਕਿ ਤੈਨੂੰ ਖਰ ਦਿਮਾਗ ਨੂੰ ਇਹ ਗੱਲਾਂ ਸਮਝ ਨਹੀਂ ਆ ਸਕਦੀਆਂ। ਹਰ ਔਰਤ ਤੁਹਾਡੀ ਮਾਂ ਤੇ ਭੈਣ ਹੋ ਸਕਦੀ ਹੈ। ਉਸੇ ਵੇਲੇ ਉਹਨੇ ਸ਼ਰਤ ਹਾਰਨ ਵਾਲੇ ਮੁੰਡੇ ਤੋਂ 50 ਰੁਪਏ ਲਏ। ਚਪੜਾਸੀ ਨੂੰ ਦੇ ਕੇ ਬੋਲਿਆ ਕਿ ਇਹ 2 ਕੱਪ ਕੌਫੀ ਦੇ ਲੈ ਕੇ ਇੱਕ ਪ੍ਰਿੰਸੀਪਲ ਤੇ ਇੱਕ ਕਮਲੇਸ਼ ਮੈਡਮ ਨੂੰ ਦੇ ਕੇ ਆਵੇ। ਇਹ ਤੋਂ ਮਗਰੋਂ ਗੱਲ ਆਈ ਗਈ ਹੋਗੀ। ਵਿਦਿਆਰਥੀ ਜਦੋਂ ਵੀ ਕਮਲੇਸ਼ ਮੈਡਮ ਦੀ ਗੱਲ ਕਰਦੇ ਤਾਂ ਉਹ ਹਮੇਸ਼ਾ ਕਮਲੇਸ਼ ਨੂੰ ਬਲਬੀਰ ਦੀ ਮਾਂ ਆ ਕੇ ਸੰਬੋਧਨ ਕਰਦੇ। ਪਹਿਲਾਂ ਤਾਂ ਇਹ ਗੱਲ ਕਮਲੇਸ਼ ਨੂੰ ਓਪਰੀ ਲੱਗੀ। ਇਹ ਤੋਂ ਮਗਰੋਂ ਉਹਨੂੰ ਲੱਗਣ ਲੱਗ ਪਿਆ ਜਿਵੇਂ ਬਲਬੀਰ ਸੱਚਮੁੱਚ ਹੀ ਉਹਦਾ ਬੇਟਾ ਹੈ। ਬਲਬੀਰ ਹੋਰ ਵੀ ਜ਼ਿਆਦਾ ਪੜ੍ਹਨ ਲੱਗ ਪਿਆ। ਇਸ ਕਰਕੇ ਉਹ ਛਮਾਈ ਪੇਪਰਾਂ 'ਚੋਂ ਸੈਕਿੰਡ ਆਇਆ ਸੀ। ਸਾਨੂੰ ਇਸ ਕਾਲਜ 'ਚ ਪੜ੍ਹਾਉਂਦਿਆਂ 6 ਮਹੀਨੇ ਹੋ ਗਏ ਸੀ। ਇੱਕ ਦਿਨ ਮੇਰੀ ਅੱਖ ਤੇ ਛੋਟੀ ਜਿਹੀ ਫਿੰਸੀ ਹੋ ਗਈ। ਮੈਂ ਰਿਕਸ਼ੇ 'ਚ ਬੈਠ ਇੱਕ ਡਾਕਟਰ ਨੂੰ ਦਿਖਾਉਣ ਗਈ। ਉਹਨੇ ਦਵਾਈ ਵੀ ਦੇ ਦਿੱਤੀ ਤੇ ਪੈਨਸਲੀਨ ਦਾ ਟੀਕਾ ਵੀ ਲਾ ਦਿੱਤਾ। 5-7 ਮਿੰਟ ਦਾ ਹੀ ਰਸਤਾ ਸੀ। ਘਰ ਪਹੁੰਚ ਕੇ ਮੇਰਾ ਮੂੰਹ ਸੁੱਜ ਕੇ ਦੁੱਗਣਾ ਹੋ ਗਿਆ ਤੇ ਨੀਲਾ ਹੁੰਦਾ ਜਾ ਰਿਹਾ ਸੀ। ਜੀਤ ਸ਼ੁਰੂ 'ਚ ਉਸੇ ਡਾਕਟਰ ਕੋਲ ਗਈ। ਡਾਕਟਰ ਵੀ ਘਬਰਾ ਗਿਆ, ਆਖਣ ਲੱਗਾ ਕਿ ਮੈਂ ਹੁਣ ਕੁਝ ਨਹੀਂ ਕਰ ਸਕਦਾ। ਉਹਨੂੰ ਐਲਰਜਿਕ ਸ਼ੌਕ ਹੋ ਗਿਆ। ਜਦੋਂ ਨਾਲ ਨਾ ਤੁਰਿਆ ਤਾਂ ਜੀਤ ਰੋਂਦੀ ਰੋਂਦੀ ਘਰ ਨੂੰ ਮੁੜ ਆਈ। ਆਉਂਦਿਆਂ ਸਾਰ ਰੋਂਦੀ ਨੇ ਗੁਆਂਢੀ DSP ਦਾ ਦਰਵਾਜ਼ਾ ਖੜਕਾਇਆ। ਉਹ ਤੇ ਉਹਦੀ ਘਰ ਵਾਲੀ ਬਾਹਰ ਆਏ। ਜੀਤ ਨੇ ਸਾਰੀ ਗੱਲ ਦੱਸੀ। ਉਸੇ ਵੇਲੇ ਆਪਣਾ ਮੋਟਰਸਾਈਕਲ ਲੈ ਕੇ ਕਿਸੇ ਵੱਡੇ ਡਾਕਟਰ ਕੋਲ ਗਿਆ। ਉਹਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਨਾਲ ਲਿਆਇਆ। ਉਹਨੇ ਆ ਕੇ ਮੇਰੇ 2-3 ਇੰਜੈਕਸ਼ਨ ਲਾਏ ਤੇ DSP ਉੱਥੇ ਬੈਠਾ ਰਿਹਾ। ਇੰਨੇ ਨੂੰ ਉਹਦੀ ਵਹੁਟੀ ਵੀ ਆ ਗਈ। ਜੀਤ ਅਜੇ ਵੀ ਰੋਈ ਜਾ ਰਹੀ ਸੀ। DSP ਦੀ ਘਰ ਵਾਲੀ ਨੇ ਪਟਕੇਰੂ ਘੋਲ ਕੇ ਪਿਲਾਉਣਾ ਸ਼ੁਰੂ ਕਰ ਦਿੱਤਾ। 2 ਕੁ ਘੰਟੇ ਮਗਰੋਂ ਮੇਰਾ ਨੀਲਾ ਸੁੱਜਿਆ ਮੂੰਹ ਠੀਕ ਹੋਣ ਲੱਗਿਆ। ਕੁਝ ਚਿਰ ਮਗਰੋਂ ਡਾਕਟਰ ਬੋਲਿਆ ਕਿ ਅਜਿਹੇ ਗੈਰ ਜ਼ਿੰਮੇਵਾਰ ਡਾਕਟਰਾਂ ਦੇ ਗੋਲੀ ਮਾਰ ਦੇਣੀ ਚਾਹੀਦੀ ਹੈ। ਪੈਨਸਲੀਨ ਦੇਣ ਤੋਂ ਪਹਿਲਾਂ ਟੈਸਟ ਕਰ ਲੈਣਾ ਹੁੰਦਾ ਹੈ। ਜੇ 15 ਮਿੰਟ ਹੋਰ ਨਾ ਦੇਖਦੇ ਤਾਂ ਇਹ ਖਤਮ ਸੀ। ਜੀਤ ਅੰਦਰੋਂ ਡਾਕਟਰ ਤੇ DSP ਲਈ ਕੇਲੇ ਪਲੇਟ 'ਚ ਰੱਖ ਕੇ ਲਿਆਈ, ਪਰ ਉਹਨਾਂ ਨੇ ਖਾਧੇ ਨਹੀਂ। ਅਗਲੇ ਦਿਨ 2 ਦਿਨ ਦੀ ਛੁੱਟੀ ਲੈ ਕੇ ਮੈਂ ਪਟਿਆਲੇ ਆਪਣੇ ਘਰ ਆ ਗਈ। ਜੀਤ ਵੀ ਛੁੱਟੀ ਲੈ ਕੇ ਮੇਰੇ ਨਾਲ ਹੀ ਆ ਗਈ।
ਮੇਰੀਆਂ ਭੈਣਾਂ ਭਰਾ ਤੇ ਬੇਜੀ ਨੂੰ ਮਿਲ ਕੇ ਜੀਤ ਬੜੀ ਖੁਸ਼ ਹੋਈ ਤੇ ਉਹਨੂੰ ਹੈਰਾਨੀ ਵੀ ਹੋਈ ਕਿ ਸਾਡੀ ਏਡੀ ਵੱਡੀ ਕੋਠੀ ਹੈ। ਤੇਰੇ ਪਾਪਾ ਨੂੰ ਕੀ ਹੋਇਆ ਸੀ? ਉਹਨੇ ਅਚਾਨਕ ਪੁੱਛਿਆ। ਸ਼ਾਇਦ ਉਹਨੂੰ ਲੱਗਿਆ ਸੀ ਕਿ ਸਾਡਾ ਗੁਜ਼ਾਰਾ ਕਿਵੇਂ ਹੁੰਦਾ ਹੋਏਗਾ। ਪਾਪਾ ਨੂੰ ਕਿਸੇ ਨੇ ਸ਼ਰਾਬ 'ਚ ਕੁਝ ਦੇ ਦਿੱਤਾ ਸੀ। ਪਿੰਡ ਸਾਡੀ ਜ਼ਮੀਨ ਹੈ ਤੇ ਏਡਾ ਵੱਡਾ ਘਰ ਵੀ ਹੈ। ਅੱਗੋਂ ਕੁਝ ਨਾ ਬੋਲੀ। ਇਹਨਾਂ 2 ਦਿਨਾਂ 'ਚੋਂ ਟੱਬਰ ਨਾਲ ਇੰਨਾ ਰਚ ਮਿਚ ਗਈ ਕਿ ਉਹਨੂੰ ਮਹਿਸੂਸ ਹੀ ਨਾ ਹੋਇਆ ਕਿ ਉਹ ਪਹਿਲੀ ਵਾਰੀ ਆਈ ਹੈ। ਬੇਜੀ ਨੇ ਅਗਲੇ ਦਿਨ ਆਥਣੇ ਜਾਣ ਲੱਗਿਆਂ ਪੇਟੀ 'ਚੋਂ ਕੱਢ ਕੇ ਸਾਨੂੰ ਇੱਕ ਸੂਟ ਵੀ ਦਿੱਤਾ। ਰਹਿਣ ਦਿਓ ਬੇਜੀ, ਕਿਉਂ ਖੇਚਲ ਕਰਦੇ ਹੋ? ਜੀਤ ਨੇ ਕਿਹਾ। ਲੈ ਖੇਚਲ ਕਾਹਦੀ, ਤੂੰ ਵੀ ਤਾਂ ਜੋਤ ਵਰਗੀ ਹੈ। ਵਾਪਸ ਨਾਭੇ ਆਏ ਤਾਂ ਜਿੰਦਰੇ ਵਿੱਚ ਇੱਕ ਚਿੱਟ ਫਸਾਈ ਮਿਲੀ। ਇਹ ਜੀਤ ਦੇ ਪ੍ਰਿੰਸੀਪਲ ਗਰੋਵਰ ਵੱਲੋਂ ਸੀ। ਉਹ ਸਾਡੇ ਮਗਰੋਂ ਆਇਆ ਸੀ। ਜੀਤ ਨੇ ਆਪਣੀ ਗੈਰ ਹਾਜ਼ਰੀ ਦੀ ਖਿਮਾ ਮੰਗਣ ਲਈ ਫੋਨ ਵੀ ਨਾ ਕੀਤਾ। ਅਗਲੇ ਦਿਨ ਕਾਲਜ ਪ੍ਰਿੰਸੀਪਲ ਗਰੋਵਰ ਦਾ ਜੀਤ ਨੂੰ ਫੋਨ ਆ ਗਿਆ ਕਿ ਮੈਂ ਤੈਨੂੰ ਮਿਲਣ ਆਇਆ ਸੀ ਪਰ ਅੱਗੇ ਤੂੰ ਨਹੀਂ ਸੀ। ਇਹ ਬੜੀ ਜ਼ਿਆਦਤੀ ਹੈ। ਕੋਈ ਹੋਰ ਹੋਵੇ ਤਾਂ ਮੁੜ ਕੇ ਮਿਲਣ ਲਈ ਵੀ ਨਾ ਜਾਵਾਂ। ਖੈਰ ਅਗਲੇ ਹਫ਼ਤੇ ਐਤਵਾਰ ਨੂੰ ਆਵਾਂਗਾ। ਉਹਨੇ ਕਹਿ ਕੇ ਫੋਨ ਰੱਖ ਦਿੱਤਾ। ਆਲੇ ਦੁਆਲੇ ਜੀਤ ਝਾਕੀ ਕਿ ਕਿਧਰੇ ਮੈਂ ਤਾਂ ਨਹੀਂ ਪ੍ਰਿੰਸੀਪਲ ਗਰੋਵਰ ਦੀਆਂ ਗੱਲਾਂ ਸੁਣ ਲਈਆਂ। ਇਉਂ ਹੀ ਦਿਨ ਲੰਘਦੇ ਜਾ ਰਹੇ ਸੀ। ਇੱਕ ਦਿਨ ਜੀਤ ਕਾਲਜ ਤੋਂ ਜਲਦੀ ਘਰ ਆ ਗਈ ਸੀ। ਉਹਦੀਆਂ ਰੋ ਰੋ ਕੇ ਅੱਖਾਂ ਸੁੱਜ ਗਈਆਂ। ਮੈਂ ਪੁੱਛਿਆ ਕੀ ਗੱਲ? ਆਖਣ ਲੱਗੀ ਕਿ ਜੋਗੀ ਨੇ ਬਾਹਰ ਚਲੇ ਜਾਣਾ ਹੈ। ਮੈਂ ਕਿਹਾ ਇਸ 'ਚ ਰੋਣ ਵਾਲੀ ਕਿਹੜੀ ਗੱਲ ਹੈ? 2 ਸਾਲ ਪੜ੍ਹ ਕੇ ਵਾਪਸ ਆ ਜਾਊਗਾ। ਮੈਂ ਸੋਚਦੀ ਹਾਂ ਅਗਲੇ ਐਤਵਾਰ ਘਰ ਚਲੀ ਜਾਵਾਂ। ਝਾਈ ਦੀ ਹਾਲਤ ਠੀਕ ਨਹੀਂ, ਪਰ ਅਗਲੇ ਹਫ਼ਤੇ ਤਾਂ ਤੇਰਾ ਪ੍ਰਿੰਸੀਪਲ ਆ ਰਿਹਾ। ਮੈਂ ਕਿਹਾ ਕਹਿ ਦਿਆਂਗੀ ਅਗਲੇ ਹਫ਼ਤੇ ਮੈਂ ਘਰ ਜਾ ਰਹੀ ਹਾਂ। ਮੈਂ ਪੁੱਛਿਆ ਕਿ ਝਾਈ ਦੀ ਹਾਲਤ ਪੁੱਛਣ ਲਈ ਅਗਲੇ ਹਫ਼ਤੇ ਤੇਰੇ ਨਾਲ ਚੱਲਾਂ? ਤੂੰ ਇੱਥੇ ਹੀ ਰਹਿ। ਬਾਏ ਦ ਵੇ ਪ੍ਰਿੰਸੀਪਲ ਸਾਹਿਬ ਆ ਗਏ ਤਾਂ ਦੱਸ ਦੇਈਂ ਕਿ ਝਾਈ ਜੀ ਬਿਮਾਰ ਸੀ। ਮੈਂ ਕਿਹਾ ਮੈਂ ਇਕੱਲੀ ਇੱਥੇ ਨਹੀਂ ਰਹਿਣਾ, ਮੈਂ ਵੀ ਪਟਿਆਲੇ ਚਲੇ ਜਾਣਾ। ਇਉਂ ਹੀ ਹੋਇਆ। ਜੀਤ ਮੈਨੂੰ ਆਪਣੇ ਨਾਲ ਲਿਜਾਣਾ ਨਹੀਂ ਸੀ ਚਾਹੁੰਦੀ। ਅਸਲ ਗੱਲ ਇਹ ਸੀ ਕਿ ਜਿਹਦਾ ਮਗਰੋਂ ਮੈਨੂੰ ਪਤਾ ਲੱਗਿਆ ਕਿ ਲੁਧਿਆਣੇ ਦੀ ਇੱਕ ਭੀੜੀ ਜਿਹੀ ਗਲੀ 'ਚ ਉਹਨਾਂ ਦੀ ਛੋਲੇ ਪੂਰੀਆਂ ਦੀ ਦੁਕਾਨ ਸੀ। ਦੁਕਾਨ ਕਾਫੀ ਖੁੱਲ੍ਹੀ ਸੀ। ਇੱਕ ਪਾਸੇ ਗਾਹਕਾਂ ਦੇ ਬੈਠਣ ਲਈ ਬੈਂਚ ਲਾਏ ਗਏ ਸੀ, ਅੱਗੇ ਮੇਜ਼ ਰੱਖੇ ਸੀ। ਦੁਕਾਨ ਦੇ ਬਾਹਰ ਪੌੜੀਆਂ ਚੜ੍ਹਦੀਆਂ ਸੀ। ਉਸੇ ਦੁਕਾਨ ਉੱਤੇ 2 ਕਮਰੇ ਬਣੇ ਹੋਏ ਸਨ ਤੇ ਇੱਕ ਪਾਸੇ ਨੂੰ ਕੰਧ ਕੱਢ ਕੇ ਬਾਥਰੂਮ ਬਣਿਆ ਆਇਆ ਸੀ। ਜਦੋਂ ਮੈਂ ਉਹਦੇ ਪਾਪਾ ਜੀ ਦੀ ਡੈਥ ਤੇ ਉਹਦੇ ਘਰ ਗਈ ਤਾਂ ਮੇਰੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਕਿ ਤੁਹਾਨੂੰ ਤਾਂ ਮੌਜ ਹੈ, ਜਦੋਂ ਰੋਟੀ ਬਣਾਉਣ ਨੂੰ ਦਿਲ ਨਾ ਕੀਤਾ ਤੇ ਦੁਕਾਨ ਤੋਂ ਛੋਲੇ ਪੂਰੀਆਂ ਮੰਗਵਾ ਲਏ। ਜੀਤ ਨੇ ਦੱਸਿਆ ਕਿ ਪਹਿਲਾਂ ਤਾਂ ਅਸੀਂ ਇਉਂ ਹੀ ਕਰਦੇ ਸੀ, ਪਰ ਹੁਣ ਝਾਈ ਉਹਨਾਂ ਨੂੰ ਪੂਰੀਆਂ ਹਜ਼ਮ ਨਹੀਂ ਹੁੰਦੀਆਂ। ਫੁਲਕੇ ਉਹਨਾਂ ਵਾਸਤੇ ਉੱਪਰ ਹੀ ਬਣਾ ਲੈਂਦੇ ਹਾਂ। ਉਂਝ ਵੀ ਬੜੀ ਮੌਜ ਹੈ, ਕੋਈ ਕੰਮ ਹੋਵੇ ਤਾਂ ਬੈਲ ਮਾਰ ਕੇ ਮੁੰਡੂ ਸੱਦ ਲਈਦਾ। ਮੈਨੂੰ ਯਾਦ ਆਇਆ ਕਿ ਮੈਂ ਉਹਨੂੰ ਆਖਿਆ ਸੀ ਕਿ ਪ੍ਰਿੰਸੀਪਲ ਨੂੰ ਆਖ ਕੇ ਤੂੰ ਲੁਧਿਆਣੇ ਦੀ ਟ੍ਰਾਂਸਫਰ ਕਰਵਾ ਲੈ। ਦੇਖਾਂਗੇ ਆ ਕੇ ਕਹਿ ਕੇ ਉਹਨੇ ਗੱਲ ਟਾਲ ਦਿੱਤੀ ਸੀ। ਸਮੱਸਿਆ ਇਹ ਸੀ ਕਿ ਉੱਥੇ ਨਾ ਪ੍ਰਿੰਸੀਪਲ ਜਾ ਸਕਦਾ ਸੀ ਤੇ ਨਾਲੇ ਜੋਗੀ ਨੂੰ ਪਤਾ ਲੱਗ ਜਾਣਾ ਸੀ। ਸੱਚਮੁੱਚ ਹੀ ਆਪਣੇ ਘਰ ਚਲੀ ਗਈ ਸੀ। ਮੈਂ ਪਟਿਆਲੇ ਆ ਗਈ। ਅਗਲੇ ਦਿਨ ਮੈਂ ਵਾਪਸ ਗਈ ਤਾਂ ਜੰਦਰੇ 'ਚ ਉਹੀ ਚਿੱਟ ਟੰਗੀ ਪਈ ਸੀ। ਇਸ ਹਫ਼ਤੇ ਫੇਰ ਪ੍ਰਿੰਸੀਪਲ ਆ ਕੇ ਮੁੜਿਆ ਸੀ। ਜੀਤ ਆਖਣ ਲੱਗੀ ਕਿ ਬੁੱਢਾ ਠਰਕ ਗਿਆ। ਇਹ ਆਖ ਕੇ ਉਹ ਹੱਸ ਪਈ। ਮੈਂ ਕਿਹਾ ਕਿ ਚੱਲ ਦਫਾ ਕਰ ਬੁੱਢੇ ਨੂੰ। ਘਰ ਗਈ ਸੀ, ਜੋਗੀ ਤਾਂ ਮਿਲਿਆ ਹੋਏਗਾ। ਮਿਲਿਆ ਸੀ। ਉਹਨਾਂ ਦੀ ਕਿਸੇ ਦੂਰ ਪਾਰ ਦੀ ਰਿਸ਼ਤੇਦਾਰ ਨੇ ਕਾਲਜ 'ਚ ਨੌਕਰੀ ਲਈ ਅਪਲਾਈ ਕੀਤਾ ਸੀ। ਲੋਕੀ ਪਤਾ ਨਹੀਂ ਕਿੱਥੋਂ ਸੂਹਾਂ ਕੱਢ ਲਿਆਉਂਦੇ ਨੇ। ਉਹਨਾਂ ਨੇ ਜੋਗੀ ਨੂੰ ਆਖਿਆ ਕਿ ਆਪਣੇ ਸ਼ਹਿਰ ਦੀ ਇੱਕ ਕੁੜੀ ਵੀ ਉੱਥੇ ਪੜ੍ਹਾਉਂਦੀ ਰਹੀ ਹੈ। ਉਹਦੀ ਪ੍ਰਿੰਸੀਪਲ ਬੜੀ ਮੰਦ ਹੈ, ਆਪਾਂ ਉਸੇ ਨੂੰ ਹੀ ਪੁੱਛ ਕੇ ਦੇਖ ਲੈਂਦੇ ਹਾਂ। ਮੈਂ ਨਹੀਂ ਅਜਿਹੀ ਕੁੜੀ ਨੂੰ ਜਾਣਦਾ, ਜੋਗੀ ਨੇ ਜਵਾਬ ਦਿੱਤਾ ਸੀ। ਉਸ ਲੇਡੀ ਨੇ ਕਿਹਾ ਕਿ ਨਹੀਂ ਜਾਣਦਾ ਤਾਂ ਜਾਣ ਜਾਏਗਾ, ਸੁਣਿਆ ਕਿ ਉਹ ਤੇਰੇ ਨਾਲ ਪੜ੍ਹਦੀ ਰਹੀ ਹੈ। ਉਹਨੇ ਕਿਹਾ ਕਿ ਇਉਂ ਤਾਂ ਕੁੜੀਆਂ ਬਥੇਰੀਆਂ ਪੜ੍ਹਦੀਆਂ ਹੁੰਦੀਆਂ ਨੇ ਤੁਹਾਡੇ ਨਾਲ, ਪਰ ਉਹ ਲੇਡੀ ਨੇ ਖਹਿੜਾ ਨਹੀਂ ਛੱਡਿਆ। ਉਹ ਜੋਗੀ ਨੂੰ ਨਾਲ ਲੈ ਕੇ ਨਾਭੇ ਆ ਗਈ। ਉਹਦੇ ਸਾਹਮਣੇ ਜੋਗੀ ਨੇ ਮੈਨੂੰ ਆਖਿਆ ਕਿ ਜੇ ਇਹਦਾ ਕੰਮ ਹੁੰਦਾ ਤਾਂ ਪ੍ਰਿੰਸੀਪਲ ਗਰੋਵਰ ਨੂੰ ਆਖ ਕੇ ਦੇਖ ਲੈ। ਉਹਨਾਂ ਦੇ ਸਾਹਮਣੇ ਹੀ ਮੈਂ ਚਿੱਟ ਲਿਖ ਕੇ ਦੇ ਦਿੱਤੀ। ਫਿਰ ਉਹ ਜਨਾਨੀ ਤਾਂ ਝਾਟੀ ਮਗਰੋਂ ਚਲੀ ਗਈ, ਪਰ ਜੋਗੀ ਮਗਰੋਂ ਮੇਰੇ ਨਾਲ ਬਹੁਤ ਨਾਰਾਜ਼ ਹੋਇਆ ਕਿ ਉਹਨੇ ਬਦਲੀ ਕਰਵਾਉਣੀ ਸੀ ਤਾਂ ਨਾਭੇ ਦੀ ਕਿਉਂ ਕਰਵਾਈ, ਲੁਧਿਆਣੇ ਦੀ ਕਰਵਾਉਣੀ ਸੀ। ਝਾਈ ਜੀ ਇਕੱਲੇ ਰੁਲਦੇ ਨੇ। ਮੈਂ ਆਖਿਆ ਤੂੰ ਵਲਾਇਤ ਤੋਂ ਛੇਤੀ ਵਾਪਸ ਆ ਜਾ, ਫਿਰ ਆਪਾਂ ਝਾਈ ਨੂੰ ਇਕੱਲੇ ਨਹੀਂ ਛੱਡਦੇ। ਕੁਝ ਚਿਰ ਮਗਰੋਂ ਜੋਗੀ ਬੱਸ ਲੈ ਕੇ ਲੁਧਿਆਣੇ ਚਲਾ ਗਿਆ। ਜਦੋਂ ਘਰ ਪਹੁੰਚਿਆ ਤਾਂ ਘਰੇ ਉਹਦੇ ਪਿਤਾ ਜੀ ਕੋਲ ਬੰਦੇ ਆਏ ਬੈਠੇ ਸੀ। ਉਹਨਾਂ ਨੇ ਆਖਿਆ ਕਿ ਲਓ ਭਾਈ ਸਾਹਿਬ, ਕਾਕਾ ਜੀ ਵੀ ਆ ਗਏ ਨੇ, ਕਰੋ ਗੱਲ ਮੁੱਕਦੀ। ਵਿਆਹ ਕਰਕੇ ਅਸੀਂ ਬੀਬੀ ਨੂੰ ਨਾਲ ਹੀ ਭੇਜ ਦਿਆਂਗੇ ਬਾਹਰ। ਬਾਕੀ ਲੈਣ ਦੇਣ ਦੀ ਤੁਸੀਂ ਚਿੰਤਾ ਨਾ ਕਰੋ, ਵਿਆਹ ਅਸੀਂ ਸਟੈਂਡਰਡ ਦਾ ਹੀ ਕਰਾਂਗੇ। ਜੋਗੀ ਮਲਕ ਦੇ ਕੇ ਕਮਰੇ 'ਚੋਂ ਨਿਕਲ ਕੇ ਉੱਪਰ ਜਾਣ ਲੱਗਿਆ ਤਾਂ ਉਹਦੇ ਪਾਪਾ ਨੇ ਆਵਾਜ਼ ਮਾਰ ਕੇ ਆਖਿਆ ਕਿ ਲੜਕੀ ਦੇਖਣ ਕਿਸ ਦਿਨ ਚੱਲਣਾ। ਜੋਗੀ ਨੇ ਉੱਪਰ ਚੁੱਕਿਆ ਪੈਰ ਪੌੜੀਆਂ ਤੋਂ ਹੇਠਾਂ ਉਤਾਰ ਲਿਆ ਤੇ ਸਿੱਧਾ ਹੋ ਕੇ ਆਖਣ ਲੱਗਿਆ ਕਿ ਪਾਪਾ, ਮੈਂ ਤੁਹਾਨੂੰ ਕਿੰਨੀ ਵਾਰ ਆਖਿਆ ਕਿ ਇਹ ਵਿਆਹ ਮੈਂ ਆ ਕੇ ਕਰਵਾ ਲਵਾਂਗਾ। ਉਹਨਾਂ 'ਚੋਂ ਇੱਕ ਭਾਈ ਬੋਲਿਆ, ਚੰਗਾ ਕਾਕਾ, ਵਿਆਹ ਜਦੋਂ ਮਰਜ਼ੀ ਕਰ ਲੈਣਾ, ਪਰ ਗੱਲ ਪੱਕੀ ਕਰ ਲਓ।
ਚਲੋ ਜਿਵੇਂ ਕਾਕਾ ਜੀ ਚਾਹੁੰਦੇ ਨੇ ਅਸੀਂ ਮੰਨ ਲੈਂਦੇ ਹਾਂ, ਬੰਦੇ ਦੀ ਜ਼ਬਾਨ ਹੀ ਹੁੰਦੀ ਏ। ਉਹਨਾਂ ਚੋਂ ਇੱਕ ਨੇ ਕਿਹਾ। ਇਹ ਤੋਂ ਮਗਰੋਂ ਉਹ ਉਹਦੇ ਪਾਪਾ ਨਾਲ ਕਿੰਨਾ ਚਿਰ ਗੱਲਾਂ ਬਾਤਾਂ ਕਰਦੇ ਰਹੇ ਤੇ ਜੋਗੀ ਆਪਣੇ ਕਮਰੇ ਤੋਂ ਬਾਹਰ ਨਾ ਨਿਕਲਿਆ। ਜਿਸ ਦਿਨ ਦਾ ਜੋਗੀ ਨੇ ਇਹ ਦੱਸਿਆ ਸੀ ਕਿ ਅਗਲੇ ਹਫ਼ਤੇ ਉਹਨੇ ਬਾਹਰ ਚਲੇ ਜਾਣਾ, ਜੀਤ ਕਿੰਨੀ ਵਾਰੀ ਬਿਨਾਂ ਕਿਸੇ ਗੱਲ ਤੋਂ ਰੋ ਹਟੀ ਸੀ। ਇੱਕ ਦਿਨ ਆਥਣ ਵੇਲੇ ਮਿਸਿਸ ਸਿੰਗਲਾ ਆ ਗਈ। ਸਿਆਣੀ ਔਰਤ ਸੀ, ਸਭ ਕੁਝ ਆਪੇ ਸਮਝਦੀ ਸੀ। ਉਹ ਜੀਤ ਦੇ ਮੋਢੇ ਤੇ ਹੱਥ ਰੱਖ ਕੇ ਬੋਲੀ ਕਿ ਇੱਕ ਗੱਲ ਜ਼ਿੰਦਗੀ 'ਚ ਯਾਦ ਰੱਖੋ, ਜਿਹੜਾ ਤੁਹਾਨੂੰ ਰਵਾਉਂਦਾ ਹੈ ਉਹ ਇਸ ਯੋਗ ਨਹੀਂ ਕਿ ਉਸ ਲਈ ਰੋਇਆ ਜਾਏ। ਇਹ ਸੁਣ ਕੇ ਜੀਤ ਦੀਆਂ ਅੱਖਾਂ ਭਰ ਆਈਆਂ। ਮੈਂ ਆਖਿਆ ਕਿ ਜਿਹੜਾ ਬੰਦਾ ਸੱਚਮੁੱਚ ਤੁਹਾਡਾ ਉਹ ਕਿਤੇ ਵੀ ਰਹੇ ਤੁਹਾਡਾ ਹੀ ਰਹੇਗਾ, ਜਿਹੜਾ ਤੁਹਾਡਾ ਹੈ ਹੀ ਨਹੀਂ ਉਸ ਪਿੱਛੇ ਰੋਣਾ ਕਿਉਂ? ਜੀਤ ਰੋਂਦੀ ਰੋਂਦੀ ਕੌੜੀਆਂ ਅੱਖਾਂ ਨਾਲ ਮੇਰੇ ਵੱਲ ਝਾਕ ਕੇ ਬੋਲੀ, ਜੱਟ ਕੀ ਜਾਣੇ ਲੌਂਗਾਂ ਦਾ ਭਾਅ। ਮੈਂ ਆਖਿਆ ਜੱਟ ਰੋਂਦੇ ਨਹੀਂ, ਸਗੋਂ ਮਿਰਜੇ ਵਾਂਗ ਘੋੜੀ ਤੇ ਬਿਠਾ ਕੇ ਭਜਾ ਕੇ ਲੈ ਜਾਂਦੇ ਨੇ। ਸਾਡੀਆਂ ਕਮਲੀਆਂ ਜੀਆਂ ਗੱਲਾਂ ਤੇ ਮਿਸਿਸ ਸਿੰਗਲਾ ਹੱਸ ਪਈ ਤੇ ਆਖਣ ਲੱਗੀ, ਬੁਢੇਪਾ ਘਰ ਬਣਾਉਣ ਲਈ ਥਾਂ ਸਾਡੇ ਕੋਲ ਪਈ ਹੈ। ਸਿੰਗਲਾ ਸਾਹਿਬ ਨੂੰ ਵੀ ਕੋਈ ਇਤਰਾਜ਼ ਨਹੀਂ, ਕਮੇਟੀ ਲਈ ਕੁਝ ਵੱਡੇ ਲੋਕਾਂ ਦੇ ਨਾਂ ਲੱਭ ਕੇ ਕੁਝ ਕੰਮ ਸ਼ੁਰੂ ਕਰੀਏ। ਮਿਸਿਸ ਸਿੰਗਲਾ ਚਾਹ ਦਾ ਕੱਪ ਪੀ ਵਾਪਸ ਚਲੀ ਗਈ। ਮਗਰੋਂ ਮੈਂ ਜੀਤ ਨੂੰ ਆਖਿਆ ਕਿ ਐਡੀ ਵੀ ਕੀ ਗੱਲ ਹੈ, ਆਪਾਂ ਜੋਗੀ ਨੂੰ ਜਾ ਕੇ ਮਿਲ ਆਉਂਦੇ ਹਾਂ ਜਾਂ ਉਹਨੂੰ ਇੱਥੇ ਬੁਲਾ ਲੈਂਦੇ ਹਾਂ। ਜੀਤ ਨੇ ਕਿਹਾ, ਉਹਦੇ ਸ਼ਹਿਰ ਤਾਂ ਜਾਣਾ ਰਿਸਕੀ ਹੈ। ਇੱਕ ਗੱਲ ਹੋਰ, ਜਿਸ ਦਿਨ ਉਹਨੇ ਦਿੱਲੀ ਤੋਂ ਜਹਾਜ਼ ਪਕੜਨਾ ਹੈ ਤੂੰ ਮੇਰੇ ਨਾਲ ਚੱਲੀ। ਏਅਰਪੋਰਟ ਤੋਂ ਮੈਂ ਉਹਨੂੰ ਆਖਰੀ ਵਾਰ ਦੇਖਣਾ ਚਾਹੁੰਦੀ ਹਾਂ। ਠੀਕ ਹੈ ਚੱਲਾਂਗੀ, ਪਰ ਆਖਰੀ ਵਾਰ ਕਿਉਂ ਆਖਦੀ ਹੈ? ਉਹਨੇ ਮੁੜ ਕੇ ਵੀ ਆਉਣਾ। ਪਤਾ ਨਹੀਂ ਕਿਉਂ ਮੇਰੇ ਹੌਲ ਪਈ ਜਾਂਦੇ ਨੇ। ਚੱਲ ਅੱਜ ਹੀ ਉਹਨੂੰ ਫੋਨ ਕਰਦੇ ਹਾਂ ਕਿ ਅਗਲੇ ਐਤਵਾਰ ਉਹ ਆ ਜਾਏ। ਦੇਖੋ ਸਵਰਨ ਕੈਸੀ ਹੈ, ਉਹਨੇ ਮੁੜ ਕੇ ਆਪਣੀ ਬਾਤ ਹੀ ਨਹੀਂ ਪੁੱਛੀ। ਮੈਂ ਆਖਿਆ, ਉਹ ਇੱਕ ਪ੍ਰੈਕਟੀਕਲ ਔਰਤ ਹੈ, ਉਹ ਸੋਚਦੀ ਹੋਊ ਸਾਡੇ ਨਾਲ ਕੰਟੈਕਟ ਰੱਖ ਕੇ ਉਹਨੂੰ ਕੀ ਫਾਇਦਾ। ਜੀਤ ਬੋਲੀ, ਹਰ ਗੱਲ ਫਾਇਦੇ ਨੁਕਸਾਨ ਨਾਲ ਨਹੀਂ ਤੋਲੀ ਜਾਂਦੀ। ਕੁਝ ਮਨੁੱਖੀ ਰਿਸ਼ਤੇ ਵੀ ਹੁੰਦੇ ਨੇ, ਰਿਸ਼ਤੇ ਰੂਹਾਂ ਦੇ ਹੁੰਦੇ ਨੇ। ਅੱਜ ਕੱਲ੍ਹ ਲੋਕ ਨਿਰਾ ਦੇਹ ਦੇ ਪੱਧਰ ਤੇ ਜਿਉਣ ਲੱਗ ਪਏ ਨੇ, ਇਸ ਲਈ ਕੋਈ ਵੀ ਰਿਸ਼ਤਾ ਸਾਬਤ ਨਹੀਂ ਰਹਿ ਗਿਆ। ਅਜੀਬ ਅਜੀਬ ਗੱਲਾਂ ਸੁਣੀ ਦੀਆਂ ਨੇ, ਪੜ੍ਹੀ ਦੀਆਂ ਨੇ, ਕੁੜੀਆਂ ਦੇ ਘਰੋਂ ਭੱਜਣ ਦੀਆਂ, ਮੁੰਡਿਆਂ ਦੇ ਮਾਪਿਆਂ ਨੂੰ ਕਤਲ ਕਰਨ ਦੀਆਂ, ਨੂੰਹਾਂ ਨੂੰ ਜਲਾਉਣ ਦੀਆਂ, ਘਰ ਦੇ ਮੁਖੀ ਵੱਲੋਂ ਆਪਣੇ ਪਰਿਵਾਰ ਦਾ ਕਤਲ ਕਰਨ ਦੀਆਂ, ਸਭ ਤੋਂ ਵੱਧ ਆਤਮ ਹੱਤਿਆਵਾਂ ਦੀਆਂ। ਕਈ ਵਾਰ ਲੱਗਦਾ ਹੈ ਇਹ ਦੁਨੀਆ ਰਹਿਣ ਦੇ ਕਾਬਲ ਹੀ ਨਹੀਂ। ਮੈਂ ਆਖਿਆ। ਜੀਤ ਬੋਲੀ, ਤੂੰ ਤਾਂ ਨਿਰੀਆਂ ਪ੍ਰੋਫੈਸਰਾਂ ਵਾਲੀਆਂ ਗੱਲਾਂ ਕਰਦੀ ਹੈ, ਤੇ ਉੱਠ ਕੇ ਜੋਗੀ ਨੂੰ ਬਾਹਰ ਫੋਨ ਕਰਨ ਚਲੀ ਗਈ। ਫੋਨ ਕਰਦੀ ਰਹੀ, ਰੋਂਦੀ ਰਹੀ, ਫੋਨ ਤੇ ਬਾਰ-ਬਾਰ ਆਖਦੀ ਰਹੀ ਕਿ ਅਗਲੇ ਐਤਵਾਰ ਜ਼ਰੂਰ ਆ ਜਾਈਂ। ਅਗਲੇ ਦਿਨ ਪਟਿਆਲੇ ਜਾ ਕੇ ਅਸੀਂ ਜੋਗੀ ਲਈ ਇੱਕ ਲੈਦਰ ਦਾ ਪਰਸ ਗਿਫਟ ਵਜੋਂ ਖਰੀਦ ਕੇ ਲਿਆਂਦਾ, ਜਿਹਦੇ ਇੱਕ ਖਾਨੇ 'ਚ ਜੀਤ ਨੇ ਲੁਕੋ ਕੇ ਆਪਣੀ ਨਿੱਕੀ ਜਿਹੀ ਤਸਵੀਰ ਪਾ ਦਿੱਤੀ। ਉਹਨੇ ਨਵੇਂ ਕੱਪ ਖਰੀਦ ਕੇ ਲਿਆਂਦੇ। ਜੀਤ ਆਪਣੇ ਲਈ ਗੁਲਾਬੀ ਰੰਗ ਦਾ ਬਣਿਆ ਸੂਟ ਵੀ ਲੈ ਕੇ ਆਈ। ਘਰ ਆ ਕੇ ਜਦੋਂ ਉਹਨੇ ਪਾ ਕੇ ਦਿਖਾਇਆ ਤਾਂ ਬਹੁਤ ਸੋਹਣੀ ਲੱਗ ਰਹੀ ਸੀ। ਅਗਲੇ ਦਿਨ ਕਾਲਜ ਤੋਂ ਵਾਪਸ ਆ ਕੇ ਮੈਂ ਤੌਖਲੇ ਨਾਲ ਜੀਤ ਨੂੰ ਪੁੱਛਿਆ ਕਿ ਕਿਤੇ ਉਸੇ ਦਿਨ ਤੇਰਾ ਪ੍ਰਿੰਸੀਪਲ ਤਾਂ ਨਹੀਂ ਆ ਪਹੁੰਚੇਗਾ। ਨਹੀਂ, ਉਹ ਅਮਰੀਕਾ ਗਿਆ ਹੋਇਆ, ਉੱਥੋਂ ਦੀਆਂ ਮੇਮਾਂ ਨੂੰ ਛੱਡ ਕੇ ਇੰਡੀਆ ਕੀ ਕਰਨਾ ਹੈਗਾ। ਇਸ ਉਮਰ 'ਚ ਵੀ ਉਹਨੂੰ ਮੇਮਾਂ ਦਾ ਸ਼ੌਕ ਹੈ। ਮੈਂ ਹੱਸ ਕੇ ਪੁੱਛਿਆ। ਉਹ ਆਪਣੇ ਆਪ ਨੂੰ ਬੁੱਢਾ ਨਹੀਂ ਸਮਝਦਾ, ਭਾਵੇਂ ਉਹਦੀ ਇੱਕ ਕੁੜੀ ਵਿਆਹੀ ਹੋਈ ਹੈ, ਮੁੰਡਾ ਬੈਂਕ 'ਚ ਅਫਸਰ ਲੱਗਾ ਹੋਇਆ, ਤੇ ਉਹਦੀ ਵਾਈਫ। ਮੈਂ ਉਹਨੂੰ ਪੁੱਛਿਆ। ਉਹ ਹੈਗੀ ਹੈ ਵਿਚਾਰੀ, ਪਰ ਅਮੀਰ ਘਰ ਦੀ ਹੋਣ ਕਰਕੇ ਉਹਨੂੰ ਕੁਝ ਨਹੀਂ ਕਹਿ ਸਕਦਾ। ਤੇ ਮੋਨਾ ਵੀ ਤਾਂ ਤੇਰੀ ਕੁਲੀਗ ਸੀ। ਮੈਂ ਪੁੱਛਿਆ। ਹਾਂ, ਉਹ ਅੰਗਰੇਜ਼ੀ ਦੇ ਲੈਕਚਰਰ ਸੀ, ਦਿੱਲੀ ਦੀ ਪੜ੍ਹੀ ਹੋਣ ਕਰਕੇ ਬੜੀ ਖੁੱਲੀ ਤਬੀਅਤ ਦੀ ਸੀ। ਪਿਛਲੀ ਵਾਰ ਜਦੋਂ ਪ੍ਰਿੰਸੀਪਲ ਆਏ ਹੋਏ ਸੀ ਉਦੋਂ ਮੈਂ ਮੋਨਾ ਬਾਰੇ ਪੁੱਛਿਆ ਤਾਂ ਆਖਣ ਲੱਗੇ ਕਿ ਮੈਂ ਚਾਹੁੰਦਾ ਕਿ ਉਹਦੀ ਮੇਰੇ ਬੇਟੇ ਬਿੱਟੂ ਨਾਲ ਸ਼ਾਦੀ ਹੋ ਜਾਏ। ਮੈਨੂੰ ਹੈਰਾਨੀ ਹੋਈ, ਪਰ ਮੈਂ ਆਖਿਆ ਕੁਛ ਨਾ। ਜੀਤ ਬੋਲੀ, ਮੈਂ ਕਿਹਾ, ਕभी सुबह होती है कभी शाम होती है, ਇਉਂ ਹੀ ਜ਼ਿੰਦਗੀ ਤਮਾਮ ਹੋਤੀ ਹੈ। ਦੇ ਆਖਣ ਅਨੁਸਾਰ ਦਿਨ ਚੜ੍ਹ ਜਾਂਦਾ ਹੈ, ਛਿਪ ਜਾਂਦਾ ਹੈ, ਧਰਤੀ ਆਪਣੇ ਧੁਰੇ ਦੁਆਲੇ ਘੁੰਮੀ ਜਾਂਦੀ ਹੈ, ਅਸੀਂ ਸਾਰੇ ਆਪਣੇ ਆਪਣੇ ਧੁਰਿਆਂ ਦੁਆਲੇ ਘੁੰਮੀ ਜਾਂਦੇ ਹਾਂ। ਇਉਂ ਹੀ ਵਕਤ ਲੰਘਦਾ ਜਾ ਰਿਹਾ ਸੀ। ਇਸ ਸ਼ਨਿਚਰਵਾਰ ਮੈਂ ਪਟਿਆਲੇ ਚਲੀ ਜਾਵਾਂਗੀ, ਕਿਉਂਕਿ ਐਤਵਾਰ ਨੂੰ ਜੋਗੀ ਨੇ ਤੈਨੂੰ ਮਿਲਣ ਆਉਣਾ ਹੈ। ਮੈਂ ਕਿਹਾ। ਇੱਕ ਦਿਨ ਪਹਿਲਾਂ ਜੀਤ ਨੇ ਚੰਗੀ ਤਰ੍ਹਾਂ ਘਰ ਸਾਫ਼ ਕਰਵਾਇਆ, ਤਾਜ਼ਾ ਕੇਕ ਤੇ ਭੁੰਨੇ ਕਾਜੂ ਮੰਗਵਾਏ। ਮੈਨੂੰ ਲੱਗਦਾ ਜੀਤ ਨੂੰ ਖੁਸ਼ੀ ਦੇ ਮਾਰੇ ਰਾਤ ਨੂੰ ਨੀਂਦ ਨਹੀਂ ਆਈ ਹੋਈ। ਸੋਮਵਾਰ ਨੂੰ ਜਦੋਂ ਮੈਂ ਵਾਪਸ ਨਾਭੇ ਆਈ ਤਾਂ ਜੀਤ ਦਾ ਚਿਹਰਾ ਉੱਡਿਆ ਪਿਆ ਸੀ। ਉਹ ਬਹੁਤ ਘਬਰਾਈ ਹੋਈ, ਬੇਚੈਨ ਦਿਸ ਰਹੀ ਸੀ। ਜੋਗੀ ਆ ਗਿਆ ਸੀ ਨਾ? ਮੈਂ ਪੁੱਛਿਆ। ਹਾਂ, ਮੇਰੇ ਲਈ ਰਿੰਗ ਵੀ ਬਣਵਾ ਕੇ ਲਿਆਇਆ ਸੀ। ਅਸੀਂ ਇਕੱਠਿਆਂ ਖਾਣਾ ਖਾਧਾ। ਜੋਗੀ ਨੇ ਮੈਨੂੰ ਸਮਝਾਇਆ ਕਿ 2 ਸਾਲ ਮਗਰੋਂ ਆ ਕੇ ਸ਼ਾਦੀ ਕਰ ਲਵਾਂਗਾ। ਜੇ ਘਰ ਦੇ ਨਾ ਮੰਨੇ ਤਾਂ ਮੈਂ ਤੈਨੂੰ ਉੱਥੇ ਬੁਲਾ ਲਵਾਂਗਾ। ਅਸੀਂ ਸ਼ਾਮ ਦੀ ਚਾਹ ਪੀ ਲਈ ਸੀ ਜਦੋਂ ਬਿਨਾਂ ਬੂਹਾ ਖੜਕਾਏ ਪ੍ਰਿੰਸੀਪਲ ਅੰਦਰ ਲੰਘ ਆਇਆ। ਨਾਲ ਡਰਾਈਵਰ ਨੇ ਅਟੈਚੀ ਕੇਸ ਚੁੱਕਿਆ ਹੋਇਆ ਸੀ। ਆਓ ਬੈਠੋ। ਕੁਰਸੀ ਛੱਡ ਕੇ ਜੋਗੀ ਬੋਲਿਆ, ਤੁਸੀਂ ਤਾਂ ਅਮਰੀਕਾ ਗਏ ਹੋਏ ਸੀ। ਮੈਂ ਕਿਹਾ।
ਉੱਥੇ ਮੇਰਾ ਕੰਮ ਛੇਤੀ ਮੁੱਕ ਗਿਆ ਸੀ, ਨਾਲੇ ਕਿਸੇ ਨੇ ਤੇਰੇ ਲਈ ਲੜਕੇ ਬਾਰੇ ਦੱਸਿਆ ਸੀ, ਉਸ ਬਾਰੇ ਤੇਰੇ ਨਾਲ ਡਿਸਕਸ ਕਰਨ ਆਇਆ। ਇਹ ਸੁਣ ਕੇ ਜੋਗੀ ਜਾਣ ਲਈ ਤਿਆਰ ਹੋ ਗਿਆ। ਪ੍ਰਿੰਸੀਪਲ ਨੇ ਕਿਹਾ ਕਿ ਮੇਰਾ ਡਰਾਈਵਰ ਬੱਸ ਅੱਡੇ ਤੱਕ ਕਾਰ 'ਚ ਛੱਡ ਆਉਂਦਾ ਹੈ। ਨਹੀਂ ਨਹੀਂ ਆਖ ਕੇ ਜੋਗੀ ਬਾਹਰ ਲੰਘ ਗਿਆ। ਜੀਤ ਨੇ ਜਦੋਂ ਦੱਸਿਆ ਤਾਂ ਮੈਨੂੰ ਸਾਰੀ ਸਿਚੁਏਸ਼ਨ ਸਮਝ ਆ ਗਈ। ਜੀਤ ਦੱਸਦੀ ਗਈ ਕਿ ਉਹ ਰਿੰਗ ਵੀ ਨਹੀਂ ਦੇ ਕੇ ਗਿਆ, ਸ਼ਾਇਦ ਦੇਣੀ ਭੁੱਲ ਗਿਆ, ਪਤਾ ਨਹੀਂ ਕੀ ਹੋਏਗਾ। ਜੀਤ ਕਹਿੰਦੇ ਕਹਿੰਦੇ ਉਦਾਸ ਹੋ ਗਈ ਸੀ। ਮੈਂ ਆਖਿਆ ਕਿ ਉਦਾਸ ਨਾ ਹੋ, ਰੱਬ ਤੇ ਭਰੋਸਾ ਰੱਖ। ਇਸ ਤੋਂ ਮਗਰੋਂ ਜੀਤ ਉੱਪਰਲੇ ਮਨ ਨਾਲ ਸਾਰੇ ਕੰਮ ਕਰ ਰਹੀ ਸੀ, ਪਰ ਵਿੱਚੋਂ ਉਦਾਸ ਸੀ। ਜੋਗੀ ਉਹਦਾ ਫੋਨ ਵੀ ਨਹੀਂ ਸੀ ਚੁੱਕ ਰਿਹਾ। ਕੁਝ ਦਿਨਾਂ ਮਗਰੋਂ ਸਾਨੂੰ ਦੋਹਾਂ ਨੂੰ ਸਵਰਨ ਦੇ ਭਰਾ ਦੇ ਵਿਆਹ ਦਾ ਕਾਰਡ ਆਇਆ, ਪਰ ਉਸੇ ਦਿਨ ਪਹੁੰਚਿਆ ਜਿਸ ਦਿਨ ਵਿਆਹ ਸੀ। ਜਿਹਨੂੰ ਨਾ ਸੱਦਣਾ ਹੋਵੇ ਇਉਂ ਹੀ ਕਰੀਦਾ, ਜੀਤ ਬੋਲੀ। ਅਸੀਂ ਫਿਰ ਵੀ ਵਧਾਈ ਦੀ ਤਾਰ ਪਾ ਦਿੱਤੀ। ਜੀਤ ਬਹੁਤ ਰੋਂਦੀ ਰਹਿੰਦੀ ਸੀ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉਹਨੂੰ ਕੀ ਆਖ ਕੇ ਦਿਲਾਸਾ ਦੇਵਾਂ। ਮੈਂ ਉਹਨੂੰ ਆਖਿਆ ਕਿ ਜਿਸ ਦਿਨ ਜੋਗੀ ਨੇ ਫਲਾਈ ਕਰਨਾ ਆਪਾਂ ਦਿੱਲੀ ਚੱਲਾਂਗੇ, ਉੱਥੇ ਉਹਦੇ ਘਰ ਦੇ ਆਏ ਹੋਣਗੇ। ਮੈਂ ਕਹਿ ਦਿਆਂਗੀ ਅਸੀਂ ਆਪਣੀ ਸਿਸਟਰ ਨੂੰ ਰਿਸੀਵ ਕਰਨ ਆਏ ਹਾਂ, ਨਾਲੇ ਰਾਤ ਨੂੰ 9 ਵਜੇ ਐਡੀ ਭੀੜ 'ਚ ਕੌਣ ਕਿਸੇ ਵੱਲ ਧਿਆਨ ਦਿੰਦਾ। ਮੈਂ ਜਦੋਂ ਆਖਿਆ ਜੀਤ ਖੁਸ਼ ਹੋ ਗਈ। ਇੱਕ ਦਿਨ ਦੁਪਹਿਰੇ ਕਾਲਜ ਤੋਂ ਆ ਕੇ ਖਾਣਾ ਖਾਣ ਮਗਰੋਂ ਜਮਾਤ ਦਾ ਸਿਲੇਬਸ ਦੇਖਦੇ ਹਾਂ। ਮੈਂ ਜੀਤ ਨੂੰ ਆਖਿਆ ਕਿ ਆਪਾਂ ਬੱਚਿਆਂ ਨੂੰ ਜੋ ਕੁਝ ਵੀ ਪੜ੍ਹਾ ਰਹੇ ਹਾਂ ਉਹਦਾ ਕੋਈ ਮਤਲਬ ਵੀ ਹੈ? ਇਹ ਨਿਰੀ ਜਾਣਕਾਰੀ ਹੈ। ਇਹ ਪੜ੍ਹਾਈ ਜ਼ਿੰਦਗੀ 'ਚ ਕਿਧਰੇ ਕੰਮ ਨਹੀਂ ਆਉਂਦੀ, ਨਾ ਹੀ ਜ਼ਿੰਦਗੀ 'ਚ ਕੋਈ ਅਸਰ ਪਾਉਂਦੀ ਹੈ। ਅਸੀਂ ਸਾਰੇ ਮੁਲਕ ਦੇ ਬੱਚਿਆਂ ਨੂੰ ਤੋਤੇ ਬਣਾ ਰਹੇ ਹਾਂ। ਇਉਂ ਕਰਦੇ ਕਰਦੇ ਅਸੀਂ ਡਿਗਰੀਆਂ ਦੇ ਦਿੰਦੇ ਹਾਂ। ਡਿਗਰੀਆਂ ਦੇ ਨਾਲ ਉਹ ਨੌਕਰੀਆਂ ਦੀ ਭਾਲ 'ਚ ਤੁਰ ਪੈਂਦੇ ਨੇ। ਨੌਕਰੀ ਮਿਲ ਜਾਏ, ਉਸ ਨਾਲ ਰੋਟੀ ਕਮਾਉਂਦੇ ਨੇ, ਟੱਬਰ ਪਾਲਦੇ ਨੇ। ਰੋਟੀ ਜਿਉਣ ਦਾ ਸਾਧਨ ਹੈ। ਇਉਂ ਬਿਨਾਂ ਸੋਚੇ ਬਿਨਾਂ ਜਾਣੇ ਜ਼ਿੰਦਗੀ ਲੰਘ ਜਾਂਦੀ ਹੈ ਤੇ ਅਖੀਰ ਇੱਕ ਦਿਨ ਸਮਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਪੂਰਾਂ ਦੇ ਪੂਰ ਆਉਂਦੇ ਜਾਂਦੇ ਨੇ ਤੇ ਪਾਰ ਲੰਘਦੇ ਜਾਂਦੇ ਨੇ। ਕਈ ਵਾਰੀ ਮੈਂ ਸੋਚਦੀ ਹਾਂ ਕਿ ਇਉਂ ਹੀ ਅਸੀਂ ਵੀ ਬੀਤ ਜਾਵਾਂਗੇ, ਪਰ ਕਿੱਥੇ, ਪਤਾ ਨਹੀਂ। ਹਰ ਧਰਮ ਗ੍ਰੰਥ ਆਖਦਾ ਪ੍ਰਭੂ ਦਾ ਨਾਮ ਜਪੋ, ਪ੍ਰਭੂ ਨੂੰ ਪਿਆਰ ਕਰੋ। ਮੈਨੂੰ ਤਾਂ ਇਉਂ ਲੱਗਦਾ ਜਿਵੇਂ ਕੋਈ ਦਰਿਆ ਦੇ ਪਰਲੇ ਪਾਸੇ ਖੜਾ ਹਾਕਾ ਮਾਰ ਰਿਹਾ ਹੋਵੇ ਕਿ ਆ ਜਾਓ ਦਰਿਆ ਲੰਘ ਆਓ, ਪਰ ਕਿਵੇਂ ਲੰਘ ਆਓ ਇਹ ਕੋਈ ਨਹੀਂ ਦੱਸਦਾ। ਜੀਤ ਬੋਲੀ, ਮੇਰੇ ਝਾਈ ਸਾਰੀ ਉਮਰ ਪਾਠ ਪੂਜਾ ਕਰਦੇ ਰਹੇ, ਸੁਖਣਾ ਸੁਖਦੇ ਰਹੇ, ਹਰ ਸਾਧੂ ਸੰਤ ਦੇ ਪੈਰ ਫੜਦੇ ਰਹੇ ਕਿ ਉਹਨਾਂ ਦੇ ਇੱਕ ਪੁੱਤਰ ਹੋ ਜਾਏ, ਪਰ ਨਹੀਂ ਹੋਇਆ। ਸਵੇਰ ਤੋਂ ਉੱਠ ਕੇ ਰਾਤ ਤੱਕ ਰੱਬ ਨੂੰ ਧਿਆਉਣਾ ਹੀ ਉਹਨਾਂ ਦਾ ਕੰਮ ਰਿਹਾ ਹੈ। ਫਿਰ ਵੀ ਰੱਬ ਨੇ ਉਹਦੀ ਇਹ ਇੱਛਾ ਪੂਰੀ ਨਹੀਂ ਕੀਤੀ। ਕਾਹਦੇ ਲਈ ਫਿਰ ਰੱਬ ਦੀ ਪੂਜਾ ਕਰੋ, ਹਾੜੇ ਕੱਢੋ। ਜੋ ਕੁਝ ਜ਼ਿੰਦਗੀ 'ਚ ਮਿਲਦਾ ਹੈ ਬਸ ਉਹਦੇ ਨਾਲ ਸਬਰ ਕਰੋ। ਮੈਂ ਕਿਹਾ ਆਖਦੇ ਨੇ ਜੀਤ ਇਸ ਜਨਮ 'ਚ ਸਾਨੂੰ ਉਹੀ ਕੁਝ ਮਿਲਦਾ ਹੈ ਜਿਸ ਅਨੁਸਾਰ ਅਸੀਂ ਪਿਛਲੇ ਜਨਮ 'ਚ ਕਰਮ ਕੀਤੇ ਹੁੰਦੇ ਹੈ। ਹੁਣ ਜੋ ਕਰਮ ਕਰਾਂਗੇ ਉਹਦਾ ਫਲ ਅਗਲੇ ਜਨਮ ਹੀ ਮਿਲੇਗਾ, ਜੀਤ ਨੇ ਆਖਿਆ। ਮੈਨੂੰ ਲੱਗਦਾ ਹੈ ਇਹ ਸਭ ਮਨ ਨੂੰ ਸਮਝਾਉਣ ਦੀਆਂ ਗੱਲਾਂ ਨੇ। ਜਦੋਂ ਬੰਦਾ ਹੀ ਖਤਮ ਹੋ ਗਿਆ ਤਾਂ ਉਹਦੇ ਕਰਮ ਕਿਵੇਂ ਉਹਦਾ ਪਿੱਛਾ ਕਰ ਸਕਦੇ ਨੇ? ਇਹੀ ਤਾਂ ਜੀਤ ਸਾਨੂੰ ਗਲਤਫਹਿਮੀ ਬਣੀ ਰਹਿੰਦੀ ਹੈ ਕਿ ਦੇਹ ਦੇ ਮੁੱਕ ਜਾਣ ਨਾਲ ਸਭ ਕੁਝ ਮੁੱਕ ਜਾਂਦਾ ਹੈ। ਬੰਦੇ ਦੇ ਮਰ ਜਾਣ ਨਾਲ ਉਹਦੀ ਰੂਹ ਨਹੀਂ ਮਰ ਜਾਂਦੀ, ਉਹਦਾ ਕਾਰਮਿਕ ਅਕਾਊਂਟ ਉਹਦੇ ਨਾਲ ਜਾਂਦਾ ਹੈ। ਇਹ ਕਾਰਮਿਕ ਅਕਾਊਂਟ ਹਰ ਜਨਮ ਸਾਡੇ ਨਾਲ ਤੁਰਦਾ ਹੈ, ਜਿਸ ਅਨੁਸਾਰ ਅਗਲੇ ਜਨਮ ਦੀ ਪ੍ਰਾਪਤੀ ਹੁੰਦੀ ਹੈ। ਰੂਹ ਤਾਂ ਉਹੀ ਹੁੰਦੀ ਹੈ, ਸਰੀਰ ਦੂਸਰਾ ਧਾਰਨ ਕਰ ਲੈਂਦੀ ਹੈ ਕਿਉਂਕਿ ਸਾਨੂੰ ਪਿਛਲਾ ਕੁਝ ਵੀ ਯਾਦ ਨਹੀਂ ਰਹਿੰਦਾ। ਅਸੀਂ ਸਰੀਰ ਨੂੰ ਹੀ ਸਭ ਕੁਝ ਸਮਝਣ ਲੱਗ ਪੈਂਦੇ ਹਾਂ। ਮੈਂ ਦੱਸਿਆ, ਚਲੋ ਛੱਡੋ, ਜੋ ਕੁਝ ਹੋਏਗਾ ਦੇਖਿਆ ਜਾਏਗਾ। ਮੇਰਾ ਕੁਝ ਵੀ ਸੋਚਣ ਨੂੰ ਮਨ ਨਹੀਂ ਕਰਦਾ। ਅਗਲੇ ਦਿਨ ਕਾਲਜ ਪਹੁੰਚ ਕੇ ਪਤਾ ਲੱਗਿਆ ਕਿ ਛੁੱਟੀ ਹੋ ਗਈ ਹੈ। ਰਾਤੀ ਦਿਲ ਦਾ ਦੌਰਾ ਪੈਣ ਨਾਲ ਮਿਸਿਸ ਸਿੰਗਲਾ ਗੁਜ਼ਰ ਗਈ ਸੀ। ਕਾਲਜ ਦਾ ਸਾਰਾ ਸਟਾਫ ਇਕੱਠਾ ਹੋ ਕੇ ਸਿੰਗਲਾ ਦੇ ਘਰ ਗਏ। ਮਿਸਿਸ ਸਿੰਗਲਾ ਨਹਾ ਧੋਆ ਕੇ ਤਿਆਰ ਕਰਕੇ ਸਫੈਦ ਚਾਦਰ ਨਾਲ ਢਕੀ ਸੀੜੀ ਤੇ ਪਾਈ ਹੋਈ ਸੀ। ਉਹਦਾ ਮੂੰਹ ਨੰਗਾ ਸੀ। ਸਾਰੇ ਉਹਦੇ ਪੈਰਾਂ ਕੋਲ ਖੜੋ ਕੇ ਮੱਥਾ ਟੇਕ ਕੇ ਆਉਂਦੇ ਸਨ। ਕੱਲ ਜਿਹੜੀ ਲੇਡੀ ਏਡੀਆਂ ਸਕੀਮਾਂ ਬਣਾਉਂਦੀ ਸੀ, ਅੱਜ ਸ਼ਾਂਤ ਚਿੱਤ ਬਿਨਾਂ ਕੁਝ ਪੁੱਛੇ ਦੱਸੇ ਦੁਨੀਆ ਤੋਂ ਵਿਦਾ ਹੋ ਰਹੀ ਸੀ। ਮਿਸਟਰ ਸਿੰਗਲਾ ਜੋ ਤੋਂ 20 ਸਾਲ ਵੱਡੇ ਸਨ, ਕੁਝ ਦੂਰ ਕੁਰਸੀ ਤੇ ਬੈਠੇ ਹੋਏ ਸਨ, ਜਿਵੇਂ ਇਹ ਜਗਤ ਤਮਾਸ਼ਾ ਵੇਖ ਰਹੇ ਹੋਣ। ਆਉਂਦੇ ਐਤਵਾਰ ਨੂੰ ਜੋਗੀ ਨੇ ਦਿੱਲੀ ਤੋਂ ਜਹਾਜ਼ ਚੜ੍ਹਨਾ ਸੀ। ਮੈਂ ਤੇ ਜੀਤ ਪਹਿਲਾਂ ਹੀ ਦਿੱਲੀ ਏਅਰਪੋਰਟ ਤੇ ਪਹੁੰਚ ਗਈਆਂ ਸੀ। ਅੰਦਰ ਲੰਘ ਇੱਕ ਪਾਸੇ ਉਹਨਾਂ ਲੋਕਾਂ 'ਚ ਬੈਠ ਗਈਆਂ ਜਿਹੜੇ ਆਪਣੇ ਸਕੇ ਸੰਬੰਧੀਆਂ ਦੇ ਜਹਾਜ਼ ਨੂੰ ਉਡੀਕ ਰਹੇ ਸੀ। 9 ਵਜੇ ਜਹਾਜ਼ ਨੇ ਚੱਲਣਾ ਸੀ। 6 ਵਜੇ ਜੋਗੀ ਉੱਥੇ ਪਹੁੰਚ ਗਿਆ। ਨਾਲ ਉਹਦੇ ਘਰ ਦੇ ਸਨ। ਘੰਟੇ ਕੁ ਮਗਰੋਂ ਸਮਾਨ ਜਮ੍ਹਾਂ ਕਰਵਾ ਕੇ ਉਹਨੇ ਵਾਪਸ ਆ ਕੇ ਆਪਣੇ ਘਰਦਿਆਂ ਨੂੰ ਵਾਪਸ ਚਲੇ ਜਾਣ ਲਈ ਆਖਿਆ ਕਿ ਹੁਣ ਮੈਂ ਅੰਦਰ ਚਲਾ ਜਾਵਾਂਗਾ, ਫਿਰ ਬਾਹਰ ਆਉਣ ਦੀ ਇਜਾਜ਼ਤ ਨਹੀਂ। ਉਹਨਾਂ ਸਾਰਿਆਂ ਨੂੰ ਵਿਦਾ ਕਰਕੇ ਜਦੋਂ ਪਿਛਾਂਹ ਮੁੜਿਆ ਤਾਂ ਉਹਦੀ ਨਜ਼ਰ ਸਾਡੇ 'ਤੇ ਪਈ ਸੀ। ਅਸੀਂ ਉਸ ਵੱਲ ਗਈਆਂ।
ਤੁਸੀਂ ਕਿਉਂ ਇੰਨੀ ਖੇਚਲ ਕੀਤੀ? ਉਹਨੇ ਜੀਤ ਦੇ ਉਦਾਸ ਮੂੰਹ ਵੱਲ ਵੇਖ ਕੇ ਆਖਿਆ। ਜੀਤ ਦੀਆਂ ਅੱਖਾਂ ਭਰ ਆਈਆਂ। ਮੈਂ ਆਖਿਆ, ਜੋਗੀ ਤੂੰ ਜੀਤ ਦਾ ਖਿਆਲ ਰੱਖੀ। ਜੀਤ ਨੇ ਚਾਕਲੇਟਾਂ ਦਾ ਇੱਕ ਨਿੱਕਾ ਜਿਹਾ ਪੈਕੇਟ ਉੱਪਰ ਪਿਆਰ ਨਾਲ ਲਿਖ ਕੇ ਸਲਿੱਪ ਲਾਈ ਜੋਗੀ ਨੂੰ ਦਿੱਤਾ। ਉਹਨੂੰ ਪਤਾ ਸੀ ਚਾਕਲੇਟ ਜੋਗੀ ਨੂੰ ਬਹੁਤ ਪਸੰਦ ਸਨ। ਮੇਰੀ ਅੰਗੂਠੀ? ਜੀਤ ਨੇ ਡੁੱਬਦੀ ਆਵਾਜ਼ 'ਚ ਪੁੱਛਿਆ। ਉਹ ਮੈਂ ਨਾਲ ਲੈ ਚੱਲਿਆ, ਜੋਗੀ ਨੇ ਉਸੇ ਉਦਾਸ ਲਹਿਜੇ 'ਚ ਆਖਿਆ। ਫਿਰ ਕੁਝ ਪਲ ਅਸੀਂ ਤਿੰਨੋਂ ਚੁੱਪਚਾਪ ਖੜੇ ਰਹੇ, ਜਿਵੇਂ ਕਿਸੇ ਕੋਲ ਵੀ ਕਹਿਣ ਨੂੰ ਕੋਈ ਸ਼ਬਦ ਨਹੀਂ ਸਨ। ਫਿਰ ਜੋਗੀ ਨੇ ਜੀਤ ਨੂੰ ਸਿੱਧਾ ਝਾਕ ਕੇ ਕਿਹਾ, ਮੈਂ ਤੈਨੂੰ ਆਖਿਆ ਸੀ ਕਿ ਤੈਨੂੰ ਕਿਸੇ ਤੋਂ ਕੋਈ ਅਹਿਸਾਨ ਲੈਣ ਦੀ ਲੋੜ ਨਹੀਂ। ਅਹਿਸਾਨਾਂ ਦਾ ਵੀ ਬਦਲਾ ਚੁਕਾਉਣਾ ਪੈਂਦਾ ਹੈ। ਮੈਂ ਅੱਗੇ ਤੋਂ ਕਿਸੇ ਦਾ ਵੀ ਅਹਿਸਾਨ ਨਹੀਂ ਲਵਾਂਗੀ। ਮੈਂ ਉਤੋਂ ਕੱਟ ਆਫ ਕਰ ਲਵਾਂਗੀ। ਆਪਣੇ ਹੱਕ ਨਾਲ ਕੋਈ ਕਿਸੇ ਨੂੰ ਕੁਝ ਆਖਦਾ ਹੈ, ਮੈਂ ਦੱਸਾਂ ਤੈਨੂੰ, ਜੀਤ ਬਹੁਤ ਪਿਆਰ ਕਰਦੀ ਹੈ। ਮੈਂ ਕਿਹਾ, ਸੌਰੀ ਸਿਸਟਰ, ਮੇਰੀਆਂ ਗੱਲਾਂ ਤੁਹਾਨੂੰ ਵਧੀਆ ਨਹੀਂ ਲੱਗੀਆਂ, ਜੋਗੀ ਨੇ ਕਿਹਾ। ਮੈਂ ਕਿਹਾ, ਜੋਗੀ ਤੂੰ ਆਪਣਾ ਫ਼ੋਨ ਨੰਬਰ ਜ਼ਰੂਰ ਭੇਜ ਦੇਈਂ। ਠੀਕ ਹੈ, ਮੈਂ ਉੱਥੇ ਜਾ ਕੇ ਆਪਣਾ ਫ਼ੋਨ ਨੰਬਰ ਭੇਜ ਦਿਆਂਗਾ ਜੋਤੀ, ਜੋਗੀ ਨੇ ਕਿਹਾ। ਜੀਤ ਹਾਬੜ ਕੇ ਉਹਦੇ ਗਲ ਲੱਗ ਗਈ। ਇੰਨੇ ਨੂੰ ਜਹਾਜ਼ ਦੇ ਚੱਲਣ ਦੀ ਦੂਜੀ ਘੰਟੀ ਵੀ ਵੱਜ ਗਈ। ਜੋਗੀ ਕਾਹਲੀ ਕਾਹਲੀ ਅੰਦਰਲੇ ਗੇਟ ਵੱਲ ਤੁਰ ਪਿਆ। ਜੀਤ ਹਵਾ 'ਚ ਹੱਥ ਹਿਲਾਉਂਦੀ ਰਹੀ। ਉਹਨੇ ਇੱਕ ਵਾਰੀ ਪਿਛਾਂਹ ਮੁੜ ਕੇ ਦੇਖਿਆ, ਹੱਥ ਉੱਚਾ ਕਰਕੇ ਹਿਲਾਇਆ ਤੇ ਫਿਰ ਗੇਟ ਦੇ ਓਹਲੇ ਹੋ ਗਿਆ। ਕੁਝ ਪਲ ਅਸੀਂ ਉੱਥੇ ਹੀ ਖੜੀਆਂ ਰਹੀਆਂ। ਤਰ੍ਹਾਂ ਤਰ੍ਹਾਂ ਦੇ ਮੁਸਾਫਿਰ ਇੱਧਰ ਉੱਧਰ ਆ ਰਹੇ ਸਨ। ਹੁਣੇ ਇੱਕ ਜਹਾਜ਼ ਉਤਰਿਆ ਸੀ। ਉਹਦੀਆਂ ਸਵਾਰੀਆਂ ਦੀ ਉਡੀਕ 'ਚ ਖੜੇ ਲੋਕ ਖੁਸ਼ ਹੋ ਕੇ ਇੱਧਰ ਉੱਧਰ ਦੇਖ ਰਹੇ ਸਨ। ਕਈਆਂ ਨੇ ਤਾਂ ਹੱਥਾਂ 'ਚ ਹਾਰ ਵੀ ਫੜੇ ਹੋਏ ਸਨ। ਦੋ ਮੁੰਡਿਆਂ ਨੇ ਦੋਨੋਂ ਪਾਸਿਆਂ ਤੋਂ ਡੰਡਿਆਂ ਨਾਲ ਬੰਨ੍ਹਿਆ ਇੱਕ ਝੰਡਾ ਫੜਿਆ ਸੀ, ਜਿਸ ਉੱਪਰ ਲਿਖਿਆ ਸੀ, ਵੈਲਕਮ ਪ੍ਰੋਫੈਸਰ ਜਾਰਜ। ਸ਼ਾਇਦ ਇਹ ਪ੍ਰੋਫੈਸਰ ਪਹਿਲੀ ਵਾਰ ਆ ਰਿਹਾ ਸੀ। ਉਹਨੂੰ ਪਤਾ ਨਹੀਂ ਸੀ ਲੱਗਣਾ ਕਿ ਯੂਨੀਵਰਸਿਟੀ 'ਚੋਂ ਮੈਨੂੰ ਲੈਣ ਕੌਣ ਆ ਰਿਹਾ। ਇੰਨੇ ਨੂੰ ਜੋਗੀ ਵਾਲਾ ਜਹਾਜ਼ ਰਨਵੇ 'ਤੇ ਭੱਜ ਕੇ ਜ਼ੋਰ ਲਾ ਕੇ ਉੱਪਰ ਉੱਠਿਆ। ਉੱਚਾ ਹੁੰਦਾ ਹੁੰਦਾ ਬਹੁਤ ਉੱਚਾ ਹੋ ਕੇ ਤੇਜ਼ੀ ਨਾਲ ਅੱਖਾਂ ਤੋਂ ਓਹਲੇ ਹੋ ਗਿਆ। ਅਸੀਂ ਏਅਰਪੋਰਟ ਦੇ ਉੱਪਰਲੇ ਵਰਾਂਡੇ 'ਚੋਂ ਜਹਾਜ਼ ਉੱਡ ਜਾਣ ਮਗਰੋਂ ਹੇਠਾਂ ਉਤਰੀਆਂ। ਜੀਤ ਨੇ ਮੇਰਾ ਹੱਥ ਘੁੱਟ ਕੇ ਫੜ ਲਿਆ, ਜਿਵੇਂ ਉਹ ਕਿਧਰੇ ਗੁਆਚ ਗਈ ਹੋਵੇ। ਅਸੀਂ ਆਪਣੇ ਬਜ਼ੁਰਗ ਟੈਕਸੀ ਵਾਲੇ ਨੂੰ ਫ਼ੋਨ ਕੀਤਾ ਤੇ ਟੈਕਸੀ ਰਾਹੀਂ ਅਸੀਂ ਵਾਪਸ ਮੁੜ ਪਈਆਂ। ਇੰਗਲੈਂਡ ਪਹੁੰਚ ਕੇ ਜੋਗੀ ਨੇ ਕੋਈ ਫ਼ੋਨ ਨਹੀਂ ਸੀ ਕੀਤਾ। ਜੀਤ ਬਹੁਤ ਰੋਂਦੀ ਰਹਿੰਦੀ ਸੀ। ਕਈ ਵਾਰੀ ਤਾਂ ਮੈਨੂੰ ਇੱਥੇ ਖਿਝ ਆਉਂਦੀ। ਇੱਕ ਵਾਰੀ ਤਾਂ ਮੈਂ ਉਹਨੂੰ ਕਹਿ ਦਿੱਤਾ, ਜਾਂ ਤਾਂ ਇਸ ਰਿਸ਼ਤੇ ਨੂੰ ਸੰਭਾਲ ਕੇ ਰੱਖਣਾ ਸੀ, ਜਾਂ ਜੋ ਫਿਰ ਹੁੰਦਾ ਹੋਣ ਦੇ। ਦੁਨੀਆ ਤੈਂ ਤਾਂ ਨਹੀਂ ਬਣਾਈ ਜੋ ਤੇਰੀ ਮਰਜ਼ੀ ਦੀ ਹੋਵੇ। ਉਂਝ ਸਾਨੂੰ ਪਤਾ ਹੈ ਕਿ ਜੋਗੀ ਕਿਸ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਗਿਆ ਹੈ। ਜੀਤ ਦੀ ਦਸ਼ਾ ਵੇਖ ਕੇ ਮੈਂ ਉੱਥੋਂ ਦੇ ਇੱਕ ਦੋ ਵਾਕਫਾਂ ਨੂੰ ਜੋਗੀ ਦਾ ਪਤਾ ਕਰਨ ਲਈ ਆਖਿਆ। ਉੱਥੇ ਸ਼ਾਇਦ ਲੋਕ ਕਿਸੇ ਬਾਰੇ ਪੁੱਛਣਾ ਜਾਂ ਕਿਸੇ ਦੀ ਜ਼ਿੰਦਗੀ 'ਚ ਦਖਲ ਦੇਣਾ ਠੀਕ ਨਹੀਂ ਸਮਝਦੇ। ਇਸੇ ਲਈ ਕਿਸੇ ਨੇ ਜਵਾਬ ਨਾ ਭੇਜਿਆ। ਜਿਉਂ-ਜਿਉਂ ਦਿਨ ਲੰਘਦੇ ਗਏ ਤਿਉਂ-ਤਿਉਂ ਉਹਦਾ ਰੋਣਾ ਵੱਧਦਾ ਜਾਂਦਾ ਸੀ। ਇਉਂ ਹੀ 6 ਮਹੀਨੇ ਲੰਘ ਗਏ ਸਨ। ਹਰ ਐਤਵਾਰ ਜੀਤ ਜਾਂ ਮੇਰੇ ਨਾਲ ਪਟਿਆਲੇ ਆ ਜਾਂਦੀ ਸੀ ਜਾਂ ਫਿਰ ਆਪਣੇ ਘਰ ਲੁਧਿਆਣੇ। ਹਰ ਵਾਰੀ ਉਹ ਪ੍ਰਿੰਸੀਪਲ ਨੂੰ ਫ਼ੋਨ ਕਰ ਦਿੰਦੀ ਕਿ ਮੈਂ ਨਾਭੇ ਨਹੀਂ ਹੋਵਾਂਗੀ। ਜੋਗੀ ਨੂੰ ਗਏ ਹੋਏ ਨੂੰ ਸਾਲ ਹੋ ਗਿਆ ਸੀ। ਜੀਤ ਬਹੁਤ ਵਾਰੀ ਉਹਨੂੰ ਯਾਦ ਕਰਕੇ ਰੋ ਚੁੱਕੀ ਸੀ। ਫਿਰ ਇੱਕ ਦਿਨ ਉਹਦਾ ਫ਼ੋਨ ਆਇਆ ਕਿ ਜੀਤ, ਮੈਂ ਜੋਗੀ ਬੋਲਦਾ। ਜਦੋਂ ਉਹਨੇ ਆਖਿਆ ਤਾਂ ਜੀਤ ਦੀਆਂ ਅੱਖਾਂ 'ਚ ਚਮਕ ਆ ਗਈ। ਸ਼ੁਕਰ ਹੈ ਤੇਰੀ ਆਵਾਜ਼ ਸੁਣਾਈ ਦੇ ਦਿੱਤੀ। ਮੈਂ ਤੈਨੂੰ ਸਿਰਫ ਇਹ ਦੱਸਣਾ ਚਾਹੁੰਦਾ ਕਿ ਮੈਂ ਇੱਕ ਅੰਗਰੇਜ਼ ਲੜਕੀ ਨਾਲ ਸ਼ਾਦੀ ਕਰਨ ਦਾ ਫੈਸਲਾ ਕਰ ਲਿਆ। ਇੱਥੋਂ ਦੀਆਂ ਕੁੜੀਆਂ ਹੋਰ ਭਾਵੇਂ ਕੁਝ ਵੀ ਹੋਣ, ਇਮਾਨਦਾਰ ਜ਼ਰੂਰ ਹੁੰਦੀਆਂ ਨੇ। ਉਹ ਕਦੇ ਝੂਠ ਨਹੀਂ ਬੋਲਦੀਆਂ। ਅਗਲੇ ਹਫ਼ਤੇ ਮੇਰੇ ਘਰ ਦੇ ਇੱਥੇ ਆ ਕੇ ਸਾਡਾ ਵਿਆਹ ਕਰ ਦੇਣਗੇ। ਪਰ ਇਹ ਤੂੰ ਮੈਨੂੰ ਸਭ ਕੁਝ ਕਿਉਂ ਦੱਸ ਰਿਹਾ? ਉਹਨੇ ਝੁੰਝਲਾ ਕੇ ਆਖਿਆ। ਇਸ ਲਈ ਕਿ ਤੂੰ ਕਿਸੇ ਗਲਤ ਫਹਿਮੀ 'ਚ ਨਾ ਰਹੀਂ। ਆਖ ਕੇ ਜੋਗੀ ਨੇ ਫ਼ੋਨ ਬੰਦ ਕਰ ਦਿੱਤਾ। ਫ਼ੋਨ ਰੱਖ ਕੇ ਜੀਤ ਉੱਥੇ ਹੀ ਕੁਰਸੀ 'ਤੇ ਬੈਠ ਕੇ ਉੱਚੀ ਉੱਚੀ ਰੋਣ ਲੱਗ ਪਈ। ਉਹ ਕੁਝ ਨਹੀਂ ਸੀ ਦੱਸ ਰਹੀ, ਬਸ ਰੋਈ ਜਾ ਰਹੀ ਸੀ। ਮੈਂ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ ਰਹੀ। ਜਦੋਂ ਰੋ ਰੋ ਕੇ ਹੰਬ ਹਾਰ ਗਈ ਤਾਂ ਉਹਨੇ ਦੱਸਿਆ ਕਿ ਅਗਲੇ ਹਫ਼ਤੇ ਜੋਗੀ ਦੀ ਮੈਰਿਜ ਹੈ। ਦਫਾ ਕਰ, ਮੈਂ ਆਖਿਆ। ਇੱਕ ਦਿਨ ਫਿਰ ਜੀਤ ਮੇਰੇ ਕੋਲ ਆ ਕੇ ਮੇਰੇ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਪਈ। ਕਾਫੀ ਚਿਰ ਰੋਣ ਮਗਰੋਂ ਨੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੰਭਾਲਿਆ। ਮੈਂ ਉਹਨੂੰ ਪਾਣੀ ਪੀਣ ਲਈ ਦਿੱਤਾ। ਉਹ ਬੋਲੀ ਕਿ ਜੋਤੀ, ਹੁਣ ਮੈਂ ਨਹੀਂ ਜਿਉਣਾ, ਮੈਂ ਮਰ ਜਾਣਾ, ਮੈਂ ਜ਼ਹਿਰ ਖਾ ਲੈਣੀ ਹੈ। ਕੁਝ ਚਿਰ ਚੁੱਪ ਰਹਿ ਕੇ ਮੈਂ ਆਖਿਆ, ਤੂੰ ਮਿਸਿਸ ਸਿੰਗਲਾ ਦੀ ਆਖੀ ਗੱਲ ਯਾਦ ਕਿਉਂ ਨਹੀਂ ਰੱਖਦੀ ਕਿ ਉਸ ਲਈ ਕਦੇ ਨਾ ਰੋਵੋ ਜੋ ਤੁਹਾਨੂੰ ਰਵਾਉਂਦਾ ਹੈ। ਜੀਤ ਨੇ ਆਖਿਆ, ਇਹ ਗੱਲਾਂ ਆਖ ਲੈਣੀਆਂ ਸੌਖੀਆਂ ਹੁੰਦੀਆਂ ਨੇ। ਮੈਂ ਉਹਦਾ ਹੱਥ ਆਪਣੇ ਹੱਥਾਂ 'ਚ ਲੈ ਕੇ ਆਖਿਆ, ਤੂੰ ਉਸ ਬੰਦੇ ਲਈ ਮਰਨਾ ਚਾਹੁੰਦੀ ਹੈ ਜਿਹਨੂੰ ਤੇਰੀ ਪਰਵਾਹ ਨਹੀਂ, ਤੇ ਉਹਨਾਂ ਲਈ ਤੂੰ ਨਹੀਂ ਜਿਉਣਾ ਚਾਹੁੰਦੀ ਜਿਨ੍ਹਾਂ ਨੇ ਤੈਨੂੰ ਸਾਹ ਸਾਹ ਕਰਕੇ ਪਾਲਿਆ ਪੜ੍ਹਾਇਆ, ਜਿਨ੍ਹਾਂ ਦੀ ਜ਼ਿੰਦਗੀ 'ਚ ਸਿਰਫ ਜਿਉਣ ਲਈ ਤੂੰ ਹੀ ਹੈ। ਕਦੇ ਸੋਚਿਆ ਕਿ ਝਾਈ ਜੀ ਤੇਰੇ ਤੋਂ ਬਿਨਾਂ ਕਿਵੇਂ ਜਿਉਣਗੇ? ਤੂੰ ਸਵਰਨ ਨੂੰ ਆਖਦੀ ਸੀ ਕਿ ਉਹ ਪ੍ਰੈਕਟੀਕਲ ਔਰਤ ਹੈ, ਕਿਸੇ ਲਈ ਕੁਝ ਮਹਿਸੂਸ ਨਹੀਂ ਕਰਦੀ। ਕਿ ਤੂੰ ਕਿਸੇ ਲਈ ਕੁਝ ਮਹਿਸੂਸ ਕਰਦੀ ਹੈ? ਇੱਥੋਂ ਤੱਕ ਕਿ ਤੈਨੂੰ ਮੇਰਾ ਵੀ ਖਿਆਲ ਨਹੀਂ।
ਤੂੰ ਹੀ ਦੱਸ ਮੈਂ ਜੋਗੀ ਤੋਂ ਬਿਨਾਂ ਕਿਵੇਂ ਜਿਊਂਗੀ, ਉਹ ਬੋਲੀ। ਹਰੇਕ ਨੂੰ ਹਰ ਇੱਕ ਬਿਨਾਂ ਸਰ ਜਾਂਦਾ ਹੈ, ਬਸ ਕੁਝ ਚਿਰ ਦਾ ਔਖਾ ਹੁੰਦਾ ਹੈ। ਕਹਿੰਦੇ ਨੇ ਪਹਿਲਾਂ ਰੱਬ ਨੇ ਮੌਤ ਨਹੀਂ ਸੀ ਬਣਾਈ ਕਿ ਲੋਕ ਵਿਛੋੜਾ ਕਿਵੇਂ ਜਰਿਆ ਕਰਨਗੇ। ਫਿਰ ਉਹਨੇ ਤਜਰਬਾ ਕਰਨ ਲਈ ਇੱਕ ਗਧੀ ਤੇ ਉਹਦੇ ਬੱਚੇ ਨੂੰ ਖੂਹ ਕੋਲ ਛੱਡ ਦਿੱਤਾ। ਬੱਚਾ ਟਪੂਸੀਆਂ ਮਾਰਦਾ ਖੂਹ 'ਚ ਡਿੱਗ ਪਿਆ। ਮਾਂ ਨੇ ਖੂਹ 'ਚ ਝਾਕ ਕੇ ਦੇਖਿਆ ਕਿ ਬੱਚਾ ਛਟਪਟਾ ਰਿਹਾ ਸੀ। ਮਾਂ ਬੇਚੈਨ ਹੋ ਕੇ ਖੂਹ ਦੇ ਦੁਆਲੇ ਗੇੜੇ ਕੱਢਣ ਲੱਗੀ। ਕੁਝ ਚਿਰ ਬਾਅਦ ਬੱਚਾ ਡੁੱਬ ਕੇ ਮਰ ਗਿਆ। ਗੇੜੇ ਕੱਢਦੀ ਮਾਂ ਨੂੰ ਪਤਾ ਲੱਗ ਗਿਆ ਕਿ ਬੱਚਾ ਹੁਣ ਕਦੇ ਨਹੀਂ ਮਿਲਣਾ। ਇੱਕ ਦੋ ਗੇੜੇ ਹੋਰ ਕੱਢ ਕੇ ਹਫ ਕੇ ਉੱਥੇ ਬੈਠ ਗਈ। ਰੱਬ ਨੇ ਸੋਚਿਆ ਕਿ ਇਸ ਤਰ੍ਹਾਂ ਹੀ ਆਪਣਿਆਂ ਦੀ ਮੌਤ ਨੂੰ ਲੋਕੀ ਜਰ ਲਿਆ ਕਰਨਗੇ, ਤਾਂ ਉਹਨੇ ਮੌਤ ਬਣਾਈ। ਇਸੇ ਤਰ੍ਹਾਂ ਨਾਲ ਲੋਕ ਇਹ ਆਖ ਕੇ ਦੂਰ ਗਿਆ ਨੂੰ ਭੁੱਲ ਜਾਂਦੇ ਨੇ ਕਿ ਕੰਧ ਓਲੇ ਪਰਦੇਸ। ਇਸ ਤਰ੍ਹਾਂ ਹੌਲੀ ਹੌਲੀ ਤੂੰ ਜੋਗੀ ਨੂੰ ਭੁੱਲ ਜਾਏਂਗੀ। ਨਹੀਂ ਨਹੀਂ, ਮੈਂ ਉਹਨੂੰ ਨਹੀਂ ਭੁੱਲ ਸਕਦੀ, ਜੀਤ ਚੀਖੀ। ਜੇ ਉਹ ਤੈਨੂੰ ਭੁੱਲ ਸਕਦਾ ਤੂੰ ਕਿਉਂ ਨਹੀਂ ਭੁੱਲ ਸਕਦੀ, ਮੈਂ ਫੇਰ ਆਖਿਆ। ਨਹੀਂ, ਉਹ ਵੀ ਮੈਨੂੰ ਬਹੁਤ ਯਾਦ ਕਰਦਾ ਹੋਏਗਾ, ਬੋਲੀ। ਜ਼ਰੂਰੀ ਨਹੀਂ ਕਿ ਸੱਚ ਹੋਵੇ, ਸ਼ਾਇਦ ਇਹ ਤੇਰੀ ਸਿਰਫ ਇੱਛਾ ਹੀ ਹੋਵੇ, ਮੈਂ ਕਿਹਾ। ਫਿਰ ਉਹ ਆਪਣੇ ਆਪ ਨੂੰ ਵਿਅਸਤ ਰੱਖਣ ਲਈ ਛੁੱਟੀਆਂ 'ਚ ਮੇਰੇ ਨਾਲ ਪਟਿਆਲੇ ਆ ਕੇ ਮੇਰੇ ਭੈਣਾਂ ਭਰਾਵਾਂ ਨੂੰ ਪੜ੍ਹਾਉਂਦੀ ਰਹਿੰਦੀ। ਕਦੇ ਬੀਜੀ ਦਾ ਨਵਾਂ ਸੂਟ ਸੀ ਦਿੰਦੀ, ਕਦੇ ਸਾਰੇ ਘਰ ਦੀ ਝਾੜ ਪੂੰਝ ਕਰ ਦਿੰਦੀ, ਕਦੇ ਬੂਟਿਆਂ ਨੂੰ ਪਾਣੀ ਦੇਣ ਲੱਗ ਜਾਂਦੀ। ਕਦੇ ਕਦੇ ਅਸੀਂ ਦੋਵੇਂ ਪਟਿਆਲੇ ਤੋਂ ਲੁਧਿਆਣੇ ਝਾਈ ਕੋਲ ਚਲੀਆਂ ਜਾਂਦੀਆਂ। ਇੱਕ ਦਿਨ ਸਾਨੂੰ ਨਾਭੇ ਸਵਰਨ ਦੇ ਵਿਆਹ ਦਾ ਕਾਰਡ ਤੇ ਨਾਲ ਉਹਦੀ ਚਿੱਠੀ ਵੀ ਮਿਲੀ ਕਿ ਵਿਆਹ ਤੇ ਜ਼ਰੂਰ ਆਉਣਾ। ਚਲੋ ਇਸ ਬਹਾਨੇ ਨਵੇਂ ਸੂਟ ਸਵਾਈਏ, ਮੈਂ ਜੀਤ ਨੂੰ ਆਖਿਆ। ਅਸੀਂ ਹਰ ਗੱਲ ਲਈ ਬਹਾਨੇ ਕਿਉਂ ਲੱਭਦੇ ਰਹਿੰਦੇ ਹਾਂ, ਇੱਥੋਂ ਤੱਕ ਕਿ ਜਿਉਣ ਲਈ ਵੀ, ਜੀਤ ਨੇ ਕਿਹਾ। ਇਸ ਲਈ ਕਿ ਅਸਲ 'ਚ ਸਾਡੇ ਕੋਲ ਜਿਉਣ ਜੋਗਾ ਕੁਝ ਹੁੰਦਾ ਹੀ ਨਹੀਂ। ਤਦੀ ਤਾਂ ਰਿਸ਼ੀ ਮੁਨੀਆਂ ਨੇ ਆਖਿਆ ਕਿ ਜਗਤ ਇੱਕ ਸੁਪਨਾ ਹੈ। ਕੀ ਪਤਾ ਕਦੋਂ ਅੱਖ ਖੁੱਲ ਜਾਏ ਤੇ ਸਭ ਕੁਝ ਲੋਪ ਹੋ ਜਾਏ। ਮਤਲਬ ਹੈ ਕਿ ਜਿਸ ਕਾਸੇ ਨੂੰ ਸੱਚ ਸਮਝਿਆ ਹੋਇਆ ਉਹ ਅਸਲ ਵਿੱਚ ਮਿਥਿਆ ਹੈ। ਕਾਲ ਨੇ ਹਰ ਚੀਜ਼ ਨਿਗਲ ਲੈਣੀ ਹੈ। ਧਨ ਦੌਲਤ, ਸ਼ੋਹਰਤ, ਪਦਵੀ ਜਾਂ ਹੋਰ ਕੋਈ ਵੀ ਪ੍ਰਾਪਤੀ ਸਭ ਜਿਉਣ ਦੇ ਬਹਾਨੇ ਹੀ ਨੇ, ਜਦੋਂ ਕਿ ਅਖੀਰ 'ਚ ਇਹਨਾਂ ਵਿੱਚੋਂ ਕੁਝ ਵੀ ਨਹੀਂ ਬਚਦਾ, ਮੈਂ ਆਖਿਆ। ਤੂੰ ਫਿਲਾਸਫਰਾਂ ਵਾਲੀਆਂ ਗੱਲਾਂ ਕਰਨ ਲੱਗ ਪੈਂਦੀ ਹੈ। ਫਿਲਾਸਫਰਾਂ ਵਾਲੀਆਂ ਨਹੀਂ, ਇਹ ਉਹ ਸੱਚ ਨੇ ਜਿਨ੍ਹਾਂ ਨੂੰ ਅਸੀਂ ਭੁਲਾਈ ਰੱਖਦੇ ਹਾਂ। ਤਦ ਹੀ ਤਾਂ ਬਾਬਾ ਫਰੀਦ ਜੀ ਆਖਦੇ ਨੇ ਕਿ ਤੇਰੇ ਮਾਪੇ ਕਿੱਥੇ ਨੇ। ਮਤਲਬ ਹੈ ਕਿ ਤੂੰ ਵੀ ਇੱਥੇ ਨਹੀਂ ਹੋਏਗਾ, ਤੂੰ ਇਸ ਸੰਸਾਰ ਵਿੱਚ ਉਹਨਾਂ ਵਾਂਗ ਹੀ ਤੁਰ ਜਾਏਗਾ। ਜੀਤ ਮੇਰੇ ਮੂੰਹ ਵੱਲ ਵੇਖ ਕੇ ਆਖਣ ਲੱਗੀ, ਤੂੰ ਕਦੇ ਆਪਣੇ ਬਾਰੇ ਨਹੀਂ ਦੱਸਿਆ। ਇਹਨਾਂ ਔਖਾਂ 'ਚੋਂ ਲੰਘਦਿਆਂ ਕੋਈ ਬੰਦਾ ਤੇਰੇ ਜਿੰਨਾ ਸਮਝਦਾਰ ਨਹੀਂ ਹੋਣਾ। ਕੀ ਤੇਰੇ 'ਤੇ ਕਿਸੇ ਦੀ ਨਜ਼ਰ ਨਹੀਂ ਪਈ? ਮੇਰੇ ਵੱਲ ਜਦੋਂ ਕੋਈ ਦੇਖਦਾ ਹੈ ਤਾਂ ਮੈਂ ਨਜ਼ਰਾਂ ਝੁਕਾ ਲੈਂਦੀ ਹਾਂ, ਇਹ ਸੋਚ ਕੇ ਕਿ ਮੇਰੇ ਕੋਲ ਟਾਈਮ ਨਹੀਂ ਹੈ, ਕਿਉਂਕਿ ਬਾਪੂ ਜੀ ਦੀ ਮੌਤ ਤੋਂ ਮਗਰੋਂ ਬੇਜੀ ਨੇ ਪਤਾ ਨਹੀਂ ਕਦੋਂ ਤੇ ਕਿਵੇਂ ਮੇਰੇ ਨਾਲ ਆਪਣੀ ਥਾਂ ਵਟਾ ਲਈ ਸੀ। ਆਪਣੀ ਕਬੀਲਦਾਰੀ ਮੈਨੂੰ ਸੰਭਾਲ ਕੇ ਉਹ ਪਾਠ ਪੂਜਾ ਕਰਨ ਲਈ ਸੁਰਖਰੂ ਹੋ ਗਏ ਸੀ। ਕਦੇ ਕਦੇ ਤਾਂ ਮੈਨੂੰ ਇਉਂ ਹੀ ਲੱਗਦਾ ਜਿਵੇਂ ਰੱਬ ਨੇ ਮੈਨੂੰ ਕਿਤੇ ਰੱਖ ਕੇ ਹੀ ਭੁੱਲ ਗਿਆ ਹੋਵੇ। ਛੱਡਦੇ ਉਦਾਸ ਗੱਲਾਂ। ਆਪਾਂ ਪਟਿਆਲੇ ਜਾ ਕੇ ਵਧੀਆ ਸੂਟ ਲੈ ਕੇ ਸੁਆ ਕੇ ਚੁੰਨੀਆਂ ਨੂੰ ਗੋਟਾ ਲਵਾ ਕੇ ਸਵਰਨ ਦੇ ਵਿਆਹ 'ਤੇ ਚੱਲਾਂਗੇ। ਜੀਤ ਨੇ ਮੇਰਾ ਧਿਆਨ ਹੋਰ ਪਾਸੇ ਕਰਨ ਲਈ ਆਖਿਆ। ਆਪਾਂ ਗਿਫਟ ਕੀ ਲੈ ਕੇ ਚੱਲਾਂਗੇ, ਮੈਂ ਪੁੱਛਿਆ। ਆਪਾਂ ਸੋਨੇ ਦੀਆਂ ਮੋਤੀਆਂ ਵਾਲੀਆਂ ਵਾਲੀਆਂ ਲੈ ਕੇ ਚੱਲਾਂਗੇ, ਜੀਤ ਬੋਲੀ। ਠੀਕ ਹੈ, ਇੱਕ ਵਾਲੀ ਤੇਰੇ ਵੱਲੋਂ, ਇੱਕ ਵਾਲੀ ਮੇਰੇ ਵੱਲੋਂ। ਸਵਰਨ ਨਾ ਇੰਨੇ ਪੈਸੇ ਕਿਸੇ ਲਈ ਖਰਚੇ, ਜੀਤ ਬੋਲੀ। ਗਿਫਟ ਦੋ ਤਰ੍ਹਾਂ ਨਾਲ ਹੀ ਦਿੱਤੇ ਜਾਂਦੇ ਨੇ, ਜਾਂ ਆਪਣੇ ਸਟੈਂਡਰਡ ਅਨੁਸਾਰ ਜਾਂ ਦੂਸਰੇ ਦੇ ਸਟੈਂਡਰਡ ਅਨੁਸਾਰ, ਮੈਂ ਆਖਿਆ। ਅਗਲੇ ਦਿਨ ਅਸੀਂ ਪਟਿਆਲੇ ਜਾ ਕੇ ਸਿਲਕ ਦੇ ਇੱਕੋ ਜਿਹੇ 2 ਸੂਟ ਖਰੀਦੇ, ਉੱਥੇ ਹੀ ਸਿਉਣੇ ਦੇ ਦਿੱਤੇ। ਪਿਓਰ ਸ਼ਿਫੋਨ ਦੀਆਂ ਨਾਲ ਦੀਆਂ ਚੁੰਨੀਆਂ ਰੰਗਾ ਕੇ ਨਾਲ ਗੋਟਾ ਖਰੀਦ ਕੇ ਅਸੀਂ ਨਾਭੇ ਆ ਗਈਆਂ। ਗੋਟਾ DSP ਭਾਜੀ ਦੀ ਘਰਵਾਲੀ ਨੇ ਲਗਾ ਦਿੱਤਾ। ਉਹ ਬੜੀ ਸਾਊ ਔਰਤ ਸੀ। ਸਾਡੇ ਗੁਆਂਢ ਸਾਡਾ ਕਾਫੀ ਖਿਆਲ ਰੱਖਦੇ ਸਨ। ਸ਼ੁੱਕਰਵਾਰ ਨੂੰ DSP ਭਾਈ ਸਾਹਿਬ ਨੇ ਪਟਿਆਲੇ ਕੰਮ ਜਾਣਾ ਸੀ। ਉਹੀ ਆਉਂਦੇ ਹੋਏ ਦਰਜੀ ਕੋਲੋਂ ਸਾਡੇ ਸੂਟ ਫੜ ਲਿਆਏ। ਸਨਿਚਰਵਾਰ ਨੂੰ ਸਵੇਰੇ ਵਾਲੀਆਂ ਵਾਲੀ ਡੱਬੀ ਗਿਫਟ ਪੈਕ ਕਰਵਾ ਕੇ ਨਵੇਂ ਸੂਟ ਅਟੈਚੀ ਕੇਸ 'ਚ ਪਾ ਕੇ ਅਸੀਂ ਡੀਲੈਕਸ ਬੱਸ ਫੜ ਲਈ। ਰਸਤੇ 'ਚ ਇੱਕ ਭਿਆਨਕ ਐਕਸੀਡੈਂਟ ਵੇਖਿਆ। ਇੱਕ ਮੋਟਰਸਾਈਕਲ ਵਾਲਾ ਮੁੰਡਾ ਸੜਕ 'ਤੇ ਚੁਫਾਲ ਮਰਿਆ ਪਿਆ ਸੀ। ਲੋਕ ਦੇਖਦੇ ਕੋਲੋਂ ਦੀ ਲੰਘੀ ਜਾ ਰਹੇ ਸਨ। 2 ਪੁਲਿਸ ਵਾਲੇ ਵੀ ਕੋਲ ਖੜੇ ਸਨ। ਲੱਗਦਾ ਸੀ ਕਾਰ ਜਾਂ ਟਰੱਕ ਵਾਲਾ ਟੱਕਰ ਮਾਰ ਕੇ ਭੱਜ ਗਿਆ। ਮੇਰਾ ਜੀ ਬੜਾ ਘਬਰਾਇਆ ਕਿ ਕਿਸੇ ਦਾ ਜਵਾਨ ਭਾਈ ਜਾਂ ਪੁੱਤਰ ਇਉਂ ਬੇਮੌਤੇ ਮਰ ਗਿਆ ਸੀ। ਮੈਨੂੰ ਖਿਆਲ ਆਇਆ ਕਿ ਸੱਚਮੁੱਚ ਇਹਦੇ ਆਪਣਿਆਂ ਨਾਲ ਲੈਣ ਦੇਣ ਦੇ ਸੰਬੰਧ ਮੁੱਕ ਗਏ। ਇਹ ਵੀ ਬੇਮੌਕੇ ਮੁੱਕ ਗਿਆ। ਕਿਵੇਂ ਜਰੇਗੀ ਉਹ ਮਾਂ ਜਿਹਦੀਆਂ ਅੰਦਰਾਂ ਦਾ ਇਹ ਟੁਕੜਾ ਸੀ? ਕਿਵੇਂ ਜਰੇਗੀ ਉਹ ਭੈਣ ਜਿਹੜੀ ਆਖਦੀ ਹੈ ਭੈਣਾਂ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬਹਿ ਜੀ ਵੀਰ ਨਾ। ਉਹ ਤਾਂ ਭਰਾ ਨੂੰ ਰੁੱਸ ਜਾਣ ਤੋਂ ਵੀ ਵਰਜਦੀ ਹੈ। ਹਮੇਸ਼ਾ ਲਈ ਤੁਰ ਗਏ ਭਰਾ ਦਾ ਬਗੋਚਾ ਉਹ ਕੀ ਸੋਚ ਕੇ ਜਰੇਗੀ? ਤੇ ਪਿਓ ਪੁੱਤਰ ਦੀ ਅਰਥੀ ਨੂੰ ਮੋਢਾ ਦਿੰਦਾ ਇਹ ਸੋਚੇਗਾ ਕਿ ਇਸ ਉਲਟੇ ਕਰਮ ਦਾ ਮੈਂ ਹੀ ਕਾਰਨ ਹਾਂ। ਇਹ ਕਲਯੁਗ ਵਰਤਾਰਾ ਹੀ ਹੈ ਕਿ ਪਿਓ ਦੇ ਮੋਢਿਆਂ ਤੇ ਪੁੱਤਰ ਸ਼ਮਸ਼ਾਨ ਘਾਟ ਜਾ ਰਿਹਾ ਹੋਵੇ।
ਜੀਤ ਨੇ ਮੈਨੂੰ ਹਲੂਣਿਆ। ਕਿਹੜੀ ਸੋਚਾਂ 'ਚ ਪੈ ਗਈ? ਇਹ ਕੋਈ ਅਲੋਕਾਰ ਘਟਨਾ ਤਾਂ ਨਹੀਂ ਸੀ। ਨਿੱਤ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਨੇ, ਅਖਬਾਰ ਭਰੇ ਹੀ ਅਜਿਹੀਆਂ ਖਬਰਾਂ ਨਾਲ ਹੁੰਦੇ ਨੇ। ਮੈਂ ਚੌਂਕ ਕੇ ਜੀਤ ਵੱਲ ਝਾਕੀ। ਇਹ ਘਟਨਾ ਉਹਨੂੰ ਮਹਿਜ ਇੱਕ ਖਬਰ ਲੱਗ ਰਹੀ ਸੀ। ਮੈਨੂੰ ਇੱਕ ਥਾਂ ਪੜ੍ਹੀ ਇਹ ਗੱਲ ਵੀ ਯਾਦ ਆ ਗਈ ਕਿ ਇੱਕ ਵੱਡੀ ਕਾਰ ਨੇ ਸਾਈਕਲ ਸਵਾਰ ਨੂੰ ਦਰੜ ਦਿੱਤਾ। ਜ਼ਖਮੀ ਹੋਏ ਨੂੰ ਕਾਰ ਵਾਲਿਆਂ ਨੇ ਚੁੱਕ ਕੇ ਕਾਰ 'ਚ ਪਾ ਲਿਆ। ਲੋਕਾਂ ਨੇ ਸਮਝਿਆ ਕਿ ਹਸਪਤਾਲ ਲੈ ਕੇ ਜਾਣਗੇ, ਪਰ ਉਹਨਾਂ ਨੇ ਹਸਪਤਾਲ ਤੋਂ ਅੱਗੇ ਲੰਘ ਕੇ ਕਾਫੀ ਦੂਰ ਵਗਦੀ ਭਾਖੜਾ ਨਹਿਰ 'ਚ ਹਨੇਰੇ ਜਿਹੇ ਹੋਏ ਉਹਨੂੰ ਰੁੜਾ ਦਿੱਤਾ, ਤਾਂ ਜੋ ਪੁਲਿਸ ਦੇ ਚੱਕਰਾਂ 'ਚ ਨਾ ਪੈਣਾ ਪਵੇ। ਮੈਂ ਤਾਕੀ ਤੋਂ ਬਾਹਰ ਦੇਖਿਆ। ਅੱਜ ਉਂਝ ਵੀ ਬੜਾ ਮੀਂਹ ਝੱਖੜ ਚੱਲ ਰਿਹਾ ਸੀ। ਅੰਮ੍ਰਿਤਸਰ ਪਹੁੰਚ ਕੇ ਕਾਰਡ ਤੇ ਦੱਸੀ ਐਡਰੈਸ ਅਨੁਸਾਰ ਰਿਕਸ਼ਾ ਲੈ ਕੇ ਹਨੇਰਾ ਹੋਣ ਤੋਂ ਪਹਿਲਾਂ ਸਵਰਨ ਦੇ ਘਰ ਪਹੁੰਚ ਗਈਆਂ। ਉੱਥੇ ਸਾਨੂੰ ਉਹ ਵਿਆਹ ਵਾਲਾ ਘਰ ਹੀ ਨਾ ਲੱਗਿਆ। ਚਾਹ ਦੇ ਨਾਲ ਮਠਿਆਈ ਦੀ ਪਲੇਟ ਰੱਖਦਿਆਂ ਸਵਰਨ ਦੀ ਮਾਂ ਨੇ ਆਪ ਹੀ ਗੱਲ ਤੋਰੀ। ਮੁੰਡਾ ਇੰਜੀਨੀਅਰ ਹੈ, ਵਿਆਹ ਕਰਵਾ ਕੇ ਦੁਬਈ ਜਾ ਰਿਹਾ ਹੈ। ਸਵਰਨ ਆਪਣੇ ਤਾਇਆ ਜੀ ਦੇ ਘਰ ਗਈ ਹੋਈ ਹੈ। ਆਖਦੀ ਸੀ ਕਿ ਸਿਰਫ ਇੱਕੋ ਅਟੈਚੀ ਲੈ ਕੇ ਜਾਣਾ, ਉੱਥੇ ਕਿਹੜਾ ਕੋਈ ਚੀਜ਼ ਨਾਲ ਲਿਜਾ ਸਕਣੀ ਹੈ। ਸਭ ਕਾਸੇ ਦੀ ਥਾਂ ਨਗਦ ਪੈਸੇ ਦੇ ਦਿਓ। ਇਹਦੇ ਬਾਪੂ ਜੀ ਨੇ 20 ਲੱਖ ਰੁਪਏ ਦੇ ਨਾਂ ਜਮ੍ਹਾਂ ਕਰਵਾ ਦਿੱਤੇ ਸੀ। ਪਰਸੋਂ ਚੌਥੇ ਦੀ ਲੜੀ ਜਾਂਦੀ ਹੈ ਕਿ ਮੈਂ ਬਈ ਕਿਹੜਾ ਜ਼ਮੀਨ ਵਿੱਚੋਂ ਹਿੱਸਾ ਲੈਣਾ, ਕੋਠੀ ਮੁੰਡੇ ਨੇ ਸਾਂਭਣੀ ਹੈ, ਮੇਰਾ ਬਣਦਾ ਹਿੱਸਾ ਦੇ ਦਿਓ। ਮੈਂ ਕਿਹਾ ਸੀ ਕੁਝ ਮਗਰੋਂ ਦਿੰਦੇ ਰਹਾਂਗੇ, ਪਰ ਪੈਸੇ ਦੇ ਮਾਮਲੇ 'ਚ ਬੜੀ ਕੋਰੀ ਹੈ। ਹੁਣ ਫੇਰ ਇਹਦੇ ਬਾਪੂ ਜੀ ਪਿੰਡ ਗਏ ਹੋਏ ਆ, ਆੜਤੀਏ ਕੋਲੋਂ ਫੜ ਕੇ ਲਿਆਉਣਗੇ ਜਾਂ ਵਿੱਚ ਮਾੜੀ ਮੋਟੀ ਜ਼ਮੀਨ ਅੱਟਾ ਸੱਟਾ ਕਰਕੇ ਆਉਣਗੇ। ਆਖਦੀ ਹੈ 40 ਲੱਖ ਤੋਂ ਘੱਟ ਨਹੀਂ ਲੈਣਾ। ਅੱਜ ਕੱਲ੍ਹ ਤਾਂ ਭੈਣਾਂ ਸ਼ਰੀਕਣੀਆਂ ਬਣ ਜਾਂਦੀਆਂ ਨੇ। ਇੰਨੇ ਨੂੰ ਸਵਰਨ ਦਾ ਫੌਜੀ ਭਰਾ ਆ ਗਿਆ। ਉਹਨੇ ਸਾਡੇ ਦੋਹਾਂ ਦੇ ਪੈਰੀਂ ਹੱਥ ਲਾਏ, ਕੁਰਸੀ ਖਿੱਚ ਕੇ ਸਾਡੇ ਕੋਲ ਬੈਠ ਗਿਆ। ਤੂੰ ਸਾਨੂੰ ਮਿਲਣ ਕਦੇ ਨਾਭੇ ਆਇਆ ਹੀ ਨਹੀਂ ਵੀਰੇ, ਮੈਂ ਆਖਿਆ। ਉਹ ਬੋਲਿਆ, ਮੈਂ ਤੁਹਾਡੇ ਨਾਲ ਗੁੱਸੇ ਹਾਂ। ਤੁਸੀਂ ਮੇਰੇ ਵਿਆਹ 'ਤੇ ਕਿਉਂ ਨਹੀਂ ਸੀ ਆਈਆਂ? ਬਸ ਵਧਾਈ ਦਾ ਤਾਰ ਪਾ ਕੇ ਉਲਾਂਭਾ ਲਾ ਦਿੱਤਾ। ਨਹੀਂ ਵੀਰੇ, ਸਾਨੂੰ ਤੇਰੇ ਵਿਆਹ ਦਾ ਕਾਰਡ ਹੀ ਲੇਟ ਮਿਲਿਆ ਸੀ। ਹੋਰ ਭਾਬੀ ਕਿੱਥੇ ਹੈ? ਉਹ ਆਪਣੀ ਮਾਸੀ ਦੇ ਮੁੰਡੇ ਦੇ ਵਿਆਹ 'ਤੇ ਲੰਡਨ ਗਈ ਹੋਈ ਹੈ। ਤੇ ਤੂੰ ਨਹੀਂ ਗਿਆ? ਜੀਤ ਨੇ ਪੁੱਛਿਆ। ਸਵਰਨ ਦਾ ਵਿਆਹ ਝਟਪਟ ਫਿਕਸ ਹੋ ਗਿਆ, ਇਸ ਲਈ ਨਹੀਂ ਜਾ ਸਕਿਆ। ਵਧੀਆ ਹੀ ਹੋਣਾ ਜਿਹੜਾ ਸਵਰਨ ਨੂੰ ਮਿਲਿਆ, ਮੈਂ ਆਖਿਆ। ਬੰਦਾ ਤਾਂ ਠੀਕ ਠਾਕ ਹੈ, ਸਾਊ ਹੈ, ਫੈਮਿਲੀ ਚੰਗੀ ਹੈ, ਪੈਸੇ ਕਾਫੀ ਕਮਾ ਲੈਂਦਾ। ਚਲੋ ਤੁਹਾਡਾ ਭਾਰ ਲੱਥਾ। ਤੇ ਨਾਲ ਹੀ ਮੈਂ ਪੁੱਛਿਆ, ਆਪਣੀ ਵਹੁਟੀ ਬਾਰੇ ਦੱਸ, ਉਹਨੂੰ ਔਖਾ ਤਾਂ ਨਹੀਂ ਲੱਗਦਾ ਜੱਟਾਂ ਦੇ ਮੁੰਡੇ ਨਾਲ ਵਿਆਹ ਕਰਵਾ ਕੇ? ਉਹਨੇ ਕਿਹਾ, ਉਹਨੂੰ ਤਾਂ ਕੀ ਔਖਾ ਲੱਗਣਾ, ਕਦੇ ਕਦੇ ਮੈਨੂੰ ਔਖਾ ਲੱਗ ਜਾਂਦਾ। ਕਈ ਵਾਰ ਬਾਜ਼ਾਰ 'ਚ ਜਾਂਦੀ ਜਾਂਦੀ ਆਖੂਗੀ ਕਿ ਫੜਿਓ ਜ਼ਰਾ ਬੇਬੀ ਨੂੰ, ਮੈਂ ਚੂੜੀਆਂ ਲੈ ਲਵਾਂ। ਫਿਰ ਘੰਟਾ ਲਗਾ ਦੂਗੀ ਪਸੰਦ ਕਰਨ ਨੂੰ। ਜੇ ਗੁਰਦੁਆਰੇ ਵੀ ਜਾਣਾ ਹੋਵੇ ਸਾੜੀ ਲਾ ਕੇ ਜਾਊ। ਅਸਲ 'ਚ ਸਾਨੂੰ ਉੱਪਰੋਂ ਪਤਾ ਨਹੀਂ ਲੱਗਦਾ, ਪਰ ਕਮਿਊਨਿਟੀ ਦਾ ਆਪਣਾ ਕਲਚਰ ਹੁੰਦਾ ਹੈ ਜੋ ਇੱਕ ਦੂਜੇ ਨੂੰ ਓਪਰਾ ਲੱਗਦਾ। ਜੀਤੀ ਬੋਲੀ। ਮੈਂ ਆਖਿਆ, ਤਾਂ ਹੀ ਤਾਂ ਪੁਰਾਣੇ ਲੋਕ ਘਰ-ਬਾਰ, ਅੱਗਾ ਪਿੱਛਾ, ਜਾਤ ਗੋਤ ਆਦਿ ਸਭ ਦੇਖ ਕੇ ਮੁੰਡੇ ਕੁੜੀਆਂ ਦੇ ਵਿਆਹ ਕਰਦੇ ਹੁੰਦੇ ਸੀ। ਜੀਤ ਬੋਲੀ, ਇਹ ਸਭ ਫਜ਼ੂਲ ਹੈ। ਇਉਂ ਤਾਂ ਪਹਿਲਾਂ ਲੋਕ ਪੱਤਰੀਆਂ ਮਿਲਾਉਂਦੇ ਸੀ, ਸਾਹੇ ਕੱਢਦੇ ਸੀ, ਫਿਰ ਵੀ ਲੜਾਈ ਝਗੜੇ ਹੁੰਦੇ ਰਹਿੰਦੇ ਸੀ। ਸਵਰਨ ਭਰਾ ਨੇ ਆਖਿਆ, ਅੱਜ ਕੱਲ੍ਹ ਤਾਂ ਲੋਕਾਂ ਨੇ ਜਮਾਂ ਹੀ ਫੱਟੇ ਚੱਕਤੇ। ਹੁਣ ਨਾ ਮਾਂ ਪਿਓ ਨੂੰ ਪੁੱਛਦੇ ਆ, ਨਾ ਜਾਤ ਕੁਜਾਤ ਵੇਖਦੇ ਆ, ਨਾ ਠੀਕ ਬੇਠੀਕ ਸੋਚਦੇ ਆ। ਸਿੱਧੇ ਮੰਦਰ ਗੁਰਦੁਆਰੇ ਜਾ ਕੇ ਵਿਆਹ ਕਰ ਆਉਂਦੇ ਆ। ਫਿਰ ਕੋਰਟ 'ਚ ਜਾ ਪਹੁੰਚਦੇ ਨੇ ਕਿ ਸਾਨੂੰ ਘਰਦਿਆਂ ਤੋਂ ਖਤਰਾ ਹੈ। ਪੁਲਿਸ ਵਾਲੇ ਆ ਕੇ ਘਰਦਿਆਂ ਨੂੰ ਤਾੜ ਦਿੰਦੇ ਆ, ਗੱਲ ਮੁੱਕ ਜਾਂਦੀ ਹੈ। ਇੰਨੇ ਨੂੰ ਸਵਰਨ ਆ ਗਈ, ਤਪਾਕ ਨਾਲ ਮਿਲੀ। ਮੈਨੂੰ ਤਾਂ ਨਹੀਂ ਲੱਗਦਾ ਸੀ ਕਿ ਤੁਸੀਂ ਪਹੁੰਚ ਜਾਓਗੀਆਂ। ਅਸੀਂ ਤੇਰੇ ਵਰਗੀਆਂ ਨਹੀਂ, ਅਸੀਂ ਦੁਬਈ ਵੀ ਆ ਜਾਵਾਂਗੀਆਂ ਜੇ ਤੂੰ ਬੁਲਾਏਂਗੀ। ਕੋਈ ਚਾਹ ਪਾਣੀ ਵੀ ਪੀਤਾ? ਸਵਰਨ ਨੇ ਪੁੱਛਿਆ। ਬੇਜੀ ਨੇ ਸਭ ਕੁਝ ਖਿਲਾਫ ਪਿਲਾ ਦਿੱਤਾ। ਇਹ ਦੱਸ, ਤੈਨੂੰ ਇਹ ਭਾਈ ਕਿੱਥੋਂ ਮਿਲਿਆ? ਮੈਂ ਪੁੱਛਿਆ। ਇਹ ਟੱਕਰਿਆ ਅਖਬਾਰ 'ਚੋਂ। ਪਤਾ ਸਤਾ ਤਾਂ ਐਵੇਂ ਹੀ ਕਰ ਲਿਆ ਸੀ। ਅਜੇ ਤਾਂ ਸਭ ਠੀਕ ਲੱਗਦਾ। ਤੇਰੇ ਮੂਹਰੇ ਕਿਹਦੀ ਮਜਾਲ ਹੈ ਬਈ ਬੇਠੀਕ ਹੋ ਸਕੇ? ਕੀ ਫੇਰ ਕਾਲਜ ਤੋਂ ਅਸਤੀਫਾ ਦੇ ਦੇਣਾ? ਨਹੀਂ, ਅਜੇ 5 ਸਾਲ ਦੀ ਛੁੱਟੀ ਲਈ ਹੈ ਵਿਦਆਊਟ ਪੇ। ਦੇਖਦੇ ਹਾਂ ਫਿਰ ਕੀ ਬਣਦਾ। ਸਵਰਨ ਸਾਡੇ ਵਰਗੀ ਬੁੱਧੂ ਥੋੜ੍ਹਾ ਹੈ। ਬੁੱਧੂਆਂ ਦਾ ਅੱਜ ਕੱਲ੍ਹ ਜ਼ਮਾਨਾ ਨਹੀਂ। ਵੇਖੋ ਵੀਰਾ ਬੁੱਧੂ ਬਣਿਆ, ਦੇਖੋ ਕਿਵੇਂ ਉਹਦੀ ਵਹੁਟੀ ਮੂਹਰੇ ਲਾਈ ਫਿਰਦੀ ਹੈ, ਸਵਰਨ ਨੇ ਆਖਿਆ। ਜੇ ਆਪਸ 'ਚ ਖੁਸ਼ ਨੇ, ਮੂਹਰੇ ਤੇ ਪਿੱਛੇ ਲੱਗਣ 'ਤੇ ਕੀ ਫਰਕ ਪੈਂਦਾ, ਮੈਂ ਆਖਿਆ। ਉਹ ਤਾਂ ਇਹ ਵੀ ਨਹੀਂ ਚਾਹੁੰਦੀ ਕਿ ਵੀਰਾ ਆਪਣੇ ਕਿਸੇ ਨਾਲ ਕੋਈ ਵੀ ਸੰਬੰਧ ਰੱਖੇ, ਸਵਰਨ ਬੋਲੀ। ਕਮਲੀ ਹੈ, ਮੈਂ ਆਖਿਆ। ਬੰਦਾ ਤਾਂ ਇੱਕ ਦਰਖਤ ਹੁੰਦਾ ਹੈ, ਮਾਂ ਪਿਓ ਭੈਣ ਭਾਈ ਉਹਦੇ ਟਾਹਣੇ ਟਾਹਣੀਆਂ ਹੁੰਦੇ ਨੇ। ਕਿਸੇ ਇੱਕ ਨੂੰ ਕੱਟੋ ਤਾਂ ਟਾਹਣ ਜਾਂ ਟਾਹਣੀ ਦੂਰ ਜਾ ਡਿੱਗੇਗੀ, ਪਰ ਕੱਟੇ ਜਾਣ ਦਾ ਦੁੱਖ ਤਾਂ ਰੁੱਖ ਨੂੰ ਹੋਏਗਾ ਹੀ। ਉਸ ਪੀੜ 'ਚੋਂ ਮੁਕਤ ਹੋ ਕੇ ਵਿਚਰ ਨਹੀਂ ਸਕਦਾ। ਇਸ ਗੱਲ ਦਾ ਨੁਕਸਾਨ ਪਤਨੀ ਤੇ ਉਹਦੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ। ਇਸ ਗੱਲ ਦਾ ਇਵਜ਼ ਬਹੁਤੀਆਂ ਔਰਤਾਂ ਨਹੀਂ ਸਮਝਦੀਆਂ, ਮੈਂ ਆਖਿਆ। ਛੱਡੋ ਇਹ ਗੱਲਾਂ, ਆਪਾਂ ਸਵਰਨ ਦੇ ਵਿਆਹ ਤੇ ਗਹਿਣੇ ਦੇਖੀਏ। ਚੱਲ ਬਈ ਸਵਰਨ ਦਿਖਾ, ਜੀਤ ਬੋਲੀ। ਇਹਨੇ ਤਾਂ ਨਿੱਕੀਆਂ ਨਿੱਕੀਆਂ ਨਿੱਤ ਪਾਉਣ ਦੀਆਂ ਚੀਜ਼ਾਂ ਲਈਆਂ ਨੇ, ਬਾਕੀ ਤਾਂ ਪੈਸੇ ਲੈ ਲਏ ਨੇ, ਉਹਦੀ ਮਾਂ ਨੇ ਦੱਸਿਆ।
ਉੱਥੇ ਪਰਦੇਸਾਂ 'ਚ ਕੋਈ ਕੰਮ ਕਰਾਂਗੇ, ਗਹਿਣੇ ਥੋੜ੍ਹਾ ਹੀ ਪਾਣੇ ਨੇ, ਸਵਰਨ ਨੇ ਕਿਹਾ। ਇੰਨੇ ਨੂੰ ਬਾਹਰ ਕਾਰ ਦਾ ਖੜਕਾ ਹੋਇਆ। ਸਵਰਨ ਦੇ ਬਾਪੂ ਜੀ ਅੰਦਰ ਆਏ। ਅਸੀਂ ਉੱਠ ਕੇ ਸਤਿ ਸ਼੍ਰੀ ਅਕਾਲ ਬੁਲਾਈ। ਉਹਨਾਂ ਨੇ ਵੀਰੇ ਨੂੰ ਆਖਿਆ, ਕਾਰ 'ਚ ਪੈਸੇ ਪਏ ਨੇ, ਬੈਂਕ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਸਵਰਨ ਦੇ ਖਾਤੇ 'ਚ ਜਮ੍ਹਾਂ ਕਰਵਾ। ਸਵਰਨ ਦੇ ਬੀਜੀ ਕੁਰਸੀ ਛੱਡ ਕੇ ਪਾਣੀ ਲੈਣ ਚਲੇ ਗਏ। ਕਿੰਨੇ ਲਿਆਏ ਹੋ? ਸਵਰਨ ਨੇ ਬੇਝਿਜਕ ਪੁੱਛਿਆ। ਜਿੰਨੇ ਤੂੰ ਆਖੇ ਸੀ, ਵਿਆਹ ਦੇ ਖਰਚੇ ਤੋਂ ਬਿਨਾਂ ਹੁਣ ਸਾਰੇ ਤੇਰੇ ਖਾਤੇ 'ਚ ਪਾ ਦਿੱਤੇ ਨੇ। ਹੋਰ ਨਾ ਹੁਣ ਕਾਸੇ ਦੀ ਝਾਕ ਰੱਖੀ। ਜਦ ਬਾਪੂ ਜੀ ਨੇ ਆਖਿਆ ਤਾਂ ਉਹਨਾਂ ਦੀ ਆਵਾਜ਼ 'ਚ ਤਲਖੀ ਸੀ। ਅਗਲੇ ਦਿਨ ਸਵੇਰੇ ਸਵੇਰੇ ਆਨੰਦ ਕਾਰਜ ਹੋ ਗਏ। ਡੋਲੀ ਦੇਰ ਨਾਲ ਤੁਰਨੀ ਸੀ। ਅਸੀਂ ਬੇਜੀ ਤੇ ਬਾਪੂ ਜੀ ਨੂੰ ਵਧਾਈ ਦੇ ਕੇ ਸਵਰਨ ਨੂੰ ਮਿਲ ਕੇ ਵੀਰੇ ਨੂੰ ਆਖਿਆ ਕਿ ਸਾਨੂੰ ਬੱਸ ਚੜ੍ਹਾ ਆਵੇਂ। ਬੇਜੀ ਨੇ ਇੱਕ ਸੂਟ ਮਿਠਾਈ ਦਾ ਡੱਬਾ ਜੋ ਪਹਿਲਾਂ ਹੀ ਤਿਆਰ ਕੀਤੇ ਹੋਏ ਸਨ ਫੜਾ ਦਿੱਤੇ। ਵੀਰਾ ਸਾਨੂੰ ਬੱਸ ਚੜ੍ਹਾ ਆਇਆ। ਰਾਤ ਹੋਣ ਤੋਂ ਪਹਿਲਾਂ ਅਸੀਂ ਥੱਕੀਆਂ ਹੋਈਆਂ ਨਾਭੇ ਘਰ ਪਹੁੰਚ ਗਈਆਂ। ਅੰਗ 10ਵਾਂ। 3 ਮਹੀਨੇ ਮਗਰੋਂ ਜੀਤ ਜਦੋਂ ਘਰ ਗਈ ਤਾਂ ਉਹਦੀ ਝਾਈ ਨੇ ਆਖਿਆ, ਜੀਤ ਪਰਸੋਂ ਤੇਰੇ ਭੂਆ ਜੀ ਆਏ ਸੀ ਬਟਾਲੇ ਵਾਲੇ। ਆਖਦੇ ਸੀ ਮੇਰੀ ਨਨਾਣ ਦੇ ਜੇਠ ਦਾ ਮੁੰਡਾ ਇੱਕ ਅਫਸਰ ਬਣਨ ਵਾਲਾ ਹੈ। ਉਹਨੇ ਇਮਤਿਹਾਨ ਤਾਂ ਪਾਸ ਕਰ ਲਿਆ। ਜੇ ਇੰਟਰਵਿਊ 'ਚੋਂ ਪਾਸ ਹੋ ਗਿਆ ਤਾਂ ਆਪਾਂ ਜੀਤ ਦਾ ਰਿਸ਼ਤਾ ਉਹਨੂੰ ਕਰ ਦਿਆਂਗੇ। ਪਰ ਇੰਟਰਵਿਊ ਤੋਂ ਪਾਸ ਕਰਵਾਉਣ ਲਈ ਉਹਦੀ ਮਦਦ ਕਰਨੀ ਪਏਗੀ। ਮੁੰਡਾ ਵੇਖਣ ਨੂੰ ਸੋਹਣਾ ਸੁਨੱਖਾ ਹੈ, ਘਰ-ਬਾਰ ਵੀ ਚੰਗਾ ਹੈ। ਜੀਤ ਜ਼ਰਾ ਤਲਖ ਹੋ ਕੇ ਬੋਲੀ, ਤੁਹਾਨੂੰ ਮੇਰੇ ਵਿਆਹ ਤੋਂ ਬਿਨਾਂ ਕੋਈ ਗੱਲ ਸੁੱਝਦੀ ਹੀ ਨਹੀਂ। ਲੈ ਹੈ, ਕਿੰਨਾ ਕੁ ਹੋਰ ਉਡੀਕੀ ਜਾਈਏ? 3 ਸਾਲ ਹੈ ਤੈਨੂੰ ਨੌਕਰੀ ਕਰਦੀ ਨੂੰ। ਲੋਕ ਆਖਦੇ ਹੋਣਗੇ ਵੀ ਧੀ ਦੀ ਕਮਾਈ ਖਾਣ ਖਾਤਰ ਕੁੜੀ ਦਾ ਵਿਆਹ ਨਹੀਂ ਕਰਦੇ। ਲੋਕਾਂ ਦੇ ਮਾਰੋ ਗੋਲੀ। ਅਸੀਂ ਆਪਣਾ ਠੀਕ ਦੇਖਣਾ ਕਿ ਲੋਕਾਂ ਦਾ? ਦੇਖ, ਰੱਬ ਨਾ ਕਰੇ ਜੇ ਮੈਨੂੰ ਕੁਝ ਹੋ ਗਿਆ, ਤੇਰਾ ਕੀ ਬਣੂਗਾ? ਅੱਗੋਂ ਪਿਓ ਵੀ ਸੰਸਾ ਕਰਦਾ ਤੁਰ ਗਿਆ। ਤੂੰ ਪ੍ਰਿੰਸੀਪਲ ਨੂੰ ਆਖ ਕੇ ਉਹਦੀ ਨੌਕਰੀ ਲਗਵਾ ਦੇ। ਪ੍ਰਿੰਸੀਪਲ ਕੀ ਮੇਰਾ ਮਾਮਾ ਲੱਗਦਾ ਵੀ ਜੋ ਆਖਾਂਗੇ ਉਹੀ ਕਰ ਦੇਊਗਾ। ਚੱਲ ਤੂੰ ਨਾ ਆਖੀ, ਮੈਂ ਆਖ ਦੇਵਾਂਗੀ। ਜਦ ਤੂੰ ਉਹਦੇ ਕਾਲਜ 'ਚ ਨੌਕਰੀ ਕਰਦੀ ਸੀ, ਤੈਨੂੰ ਮਿਲਣ ਗਈ ਨੂੰ ਮੈਨੂੰ ਵੀ ਉਹ ਕਿੰਨੀ ਵਾਰੀ ਮਿਲ ਚੁੱਕਿਆ। ਜੀਤ ਚੁੱਪ ਕਰ ਗਈ। ਉਹ ਸੋਚਦੀ ਸੀ ਕਿ ਜੋਗੀ ਨੇ ਤਾਂ ਵਿਆਹ ਵੀ ਕਰਵਾ ਲਿਆ ਤੇ ਦੇਸ਼ ਆ ਕੇ ਇੱਕ ਵੱਡੀ ਪਾਰਟੀ ਵੀ ਦੇ ਗਿਆ ਤੇ ਲੋਕੀ ਆਖਦੇ ਸੀ ਕਿ ਉਹਦੀ ਵਹੁਟੀ ਪਰੀਆਂ ਵਰਗੀ ਸੋਹਣੀ ਹੈ। ਚਲੋ ਉਹਦੀ ਮਰਜ਼ੀ। ਫਿਰ ਉੱਥੋਂ ਉੱਠ ਕੇ ਕਿਤਾਬ ਪੜ੍ਹਨ ਲੱਗ ਪਈ। ਵਿੱਚ ਵਿੱਚ ਉਹਨੂੰ ਖਿਆਲ ਆ ਜਾਂਦਾ ਕਿ ਇੱਕ ਦਿਨ ਝਾਈ ਜੀ ਦੁਨੀਆ 'ਤੇ ਨਹੀਂ ਰਹਿਣਗੇ। ਮੈਂ ਕਾਹਦੇ ਲਈ ਜੀਵਾਂਗੀ? ਕੀ ਜੋਗੀ ਹੀ ਮੇਰੀ ਜ਼ਿੰਦਗੀ ਦਾ ਆਦ ਅੰਤ ਹੈ? ਫਿਰ ਉਹਨੇ ਕਿਤਾਬ ਪਰਾਂ ਰੱਖ ਦਿੱਤੀ। ਉਹਦਾ ਮਨ ਭਟਕ ਰਿਹਾ ਸੀ। ਝਾਈ ਨੇ ਉਹਦੀ ਪਸੰਦ ਦੀ ਮੇਵੇ ਪਾ ਕੇ ਖੀਰ ਬਣਾਈ, ਆਲੂ ਗੋਭੀ ਦੀ ਸਬਜ਼ੀ ਨਾਲ ਅੰਬ ਦਾ ਅਚਾਰ, ਥਾਲੀ 'ਚ ਕੌਲੀਆਂ ਰੱਖ ਕੇ ਰੋਟੀ ਉਹਦੇ ਮੂਹਰੇ ਲਿਆ ਰੱਖਤੀ। ਉਹ ਚੁੱਪਚਾਪ ਬੇਧਿਆਨੇ ਰੋਟੀ ਖਾਂਦੀ ਰਹੀ। ਇੱਕ ਫੁਲਕਾ ਖਾ ਕੇ ਉਹਨੇ ਹੋਰ ਫੁਲਕਾ ਲੈਣ ਤੋਂ ਨਾਂਹ ਕਰ ਦਿੱਤੀ। ਝਾਈ ਉਹਦੇ ਮੂੰਹ ਵੱਲ ਝਾਕਦੀ ਬੋਲੀ, ਅੰਨ ਵਿੱਚ ਹੀ ਪ੍ਰਾਣ ਨੇ, ਕਮਜ਼ੋਰੀ ਨਾਲ 100 ਬਿਮਾਰੀਆਂ ਲੱਗਦੀਆਂ ਨੇ। ਰੋਟੀ ਖਾ ਕੇ ਹੱਥ ਧੋ ਕੇ ਤੌਲੀਏ ਨਾਲ ਹੱਥ ਪੂੰਝਦੀ ਜੀਤ ਬੋਲੀ, ਝਾਈ ਜੀ, ਕੱਲ ਆਪਾਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਲਈ ਨਾ ਚੱਲੀਏ? ਝਾਈ ਨੇ ਆਖਿਆ, ਚੱਲਦੇ ਹਾਂ, ਨਾਲੇ ਮੈਂ ਸੁੱਖ ਕੇ ਆਵਾਂਗੀ ਕਿ ਰੱਬ ਤੈਨੂੰ ਕਿਸੇ ਤਨ ਪੱਤਣ ਲਾਵੇ। ਜੀਤ ਹੱਸ ਕੇ ਬੋਲੀ, ਮੇਰੇ ਬਾਰੇ ਸੁੱਖਾਂ ਸੁੱਖਣ ਦੀ ਥਾਂ ਤੁਸੀਂ ਰੱਬ ਤੋਂ ਆਪਣੇ ਲਈ ਮੰਗਿਆ ਕਰੋ ਜੋ ਮੰਗਣਾ। ਮੈਂ ਆਪਣੇ ਬਾਰੇ ਕੀ ਮੰਗਣਾ ਹੈ? ਗਾਂ ਹੀ ਜਾ ਕੇ ਪੁੱਛੂੰ ਵੀ ਰੱਬਾ ਮੇਰੀ ਵਾਰੀ ਨੂੰ ਤੇਰੇ ਘਰ ਸਭ ਕੁਝ ਹੀ ਮੁੱਕ ਗਿਆ ਸੀ, ਇੱਕ ਧੀ ਦੇ ਕੇ ਹੱਥ ਝਾੜ ਲਏ। ਝਾਈ ਜੀ, ਪਾਪਾ ਜੀ ਤੁਹਾਨੂੰ ਬਹੁਤ ਯਾਦ ਆਉਂਦੇ ਹੋਣਗੇ। ਜੀਤ ਨੇ ਪੁੱਛਿਆ। ਤੈਨੂੰ ਨਹੀਂ ਆਉਂਦੇ? ਉਹਨੇ ਜਵਾਬ ਦੇਣ ਦੀ ਥਾਂ ਉਹ ਤੋਂ ਹੀ ਪੁੱਛਿਆ। ਜੀਤ ਚੁੱਪ ਹੀ ਰਹੀ। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਇੰਨੀ ਭੀੜ ਸੀ ਕਿ ਜੀਤ ਦਾ ਜਿਵੇਂ ਪ੍ਰਕਰਮਾਂ 'ਚ ਖੜੀ ਦਾ ਹੀ ਜੀ ਕਾਲਾ ਪੈਣ ਲੱਗ ਪਿਆ। ਉਹਨੇ ਆਖਿਆ, ਝਾਈ ਜੀ, ਤੁਸੀਂ ਅੰਦਰ ਜਾ ਕੇ ਮੱਥਾ ਟੇਕ ਆਓ, ਪ੍ਰਸ਼ਾਦ ਚੜ੍ਹਾਓ, ਮੈਂ ਇੱਥੇ ਸਰੋਵਰ ਦੇ ਕੰਢੇ ਬੈਠਦੀ ਹਾਂ। ਹੁਣ ਜੇ ਇੱਥੇ ਤੱਕ ਆਏ ਹਾਂ ਤਾਂ ਗਾਹਾਂ ਵੀ ਚੱਲ। ਘੰਟਾ ਲਾਈਨ 'ਚ ਲੱਗ ਕੇ ਵਾਰੀ ਨਹੀਂ ਆਉਣੀ। ਮੈਂ ਇੱਥੇ ਬੈਠ ਕੇ ਨਮਸਕਾਰ ਕਰ ਦਿਆਂਗੀ। ਝਾਈ ਨੇ ਹੋਰ ਜ਼ਿੱਦ ਨਾ ਕੀਤੀ ਤੇ ਉਹ ਪ੍ਰਸ਼ਾਦ ਲੈ ਕੇ ਮੱਥਾ ਟੇਕਣ ਚਲੀ ਗਈ। ਸਰੋਵਰ ਦੇ ਕੰਢੇ ਬੈਠੀ ਜੀਤ ਜਿਵੇਂ ਕਈ ਸਦੀਆਂ ਘੁੰਮ ਆਈ ਤੇ ਗੁਰੂਆਂ ਨੂੰ ਨਮਸਕਾਰ ਕਰ ਆਈ ਤੇ ਫਿਰ ਸਰੋਵਰ ਦੇ ਪਾਣੀ 'ਚ ਹਰਮੰਦਰ ਦੇ ਡੋਲ ਦੇ ਪਰਛਾਵੇਂ ਨੂੰ ਤੱਕ ਕੇ ਸੋਚਣ ਲੱਗੀ, ਇਹ ਹਰਮੰਦਰ ਸਾਹਿਬ ਇੰਨੇ 100 ਸਾਲ ਤੋਂ ਪਾਣੀ 'ਚ ਖੜੋਤਾ ਹੈ, ਕਿਹਦੇ ਸਹਾਰੇ? ਇੱਥੇ ਆ ਕੇ ਲੋਕ ਆਪਣੇ ਆਪ ਨੂੰ ਭੁੱਲ ਜਾਣ ਦੀ ਥਾਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਅਰਦਾਸਾਂ ਕਰਦੇ ਨੇ। ਪਰ ਰੱਬ ਜੀ, ਮੈਂ ਤੁਹਾਡੇ ਕੋਲੋਂ ਕੁਛ ਨਹੀਂ ਮੰਗਦੀ, ਮੇਰੀ ਕੋਈ ਇੱਛਾ ਨਹੀਂ, ਮੈਨੂੰ ਕੁਛ ਨਹੀਂ ਚਾਹੀਦਾ। ਤੇ ਫਿਰ ਪਤਾ ਨਹੀਂ ਕਿਹੜੀਆਂ ਸੋਚਾਂ ਮਗਰ ਘੁੰਮਦੀ ਰਹੀ। ਘੰਟੇ 1.5 ਘੰਟੇ ਮਗਰੋਂ ਝਾਈ ਜੀ ਨੇ ਇਹ ਆਖ ਕੇ ਉਹਦੀਆਂ ਸੋਚਾਂ 'ਚੋਂ ਜਗਾਇਆ, ਲੈ ਫੜ ਪ੍ਰਸ਼ਾਦ, ਕਰ ਹੱਥ। ਉਹਨੇ ਦੋਵੇਂ ਹੱਥ ਕੱਢ ਕੇ ਪ੍ਰਸ਼ਾਦ ਲੈ ਲਿਆ। ਪ੍ਰਸ਼ਾਦ ਲੈ ਕੇ ਮੱਥੇ ਨੂੰ ਲਾਇਆ, ਫਿਰ ਪ੍ਰਸ਼ਾਦ ਖਾ ਕੇ ਹੱਥ ਰੁਮਾਲ ਨਾਲ ਪੂੰਝ ਲਏ। ਕਿੰਨੀਆਂ ਹੀ ਮੱਛੀਆਂ ਸਰੋਵਰ ਦੇ ਪਾਣੀ 'ਚ ਤੈਰਦੀਆਂ ਫਿਰ ਰਹੀਆਂ ਸਨ। 84 ਲੱਖ ਜੂਨਾਂ 'ਚੋਂ ਇਹ ਵੀ ਇੱਕ ਜੂਨ ਹੁੰਦੀ ਹੈ। ਮੈਂ ਵੀ ਕਦੇ ਇਸ ਜੂਨ 'ਚ ਹੋਵਾਂਗੀ। ਇਸ ਸਰੋਵਰ 'ਚ ਮੱਛੀਆਂ ਕਿੰਨੀਆਂ ਸੁੱਖ ਸ਼ਾਂਤੀ ਨਾਲ ਰਹਿੰਦੀਆਂ ਨੇ।
ਇਸੇ ਤਰ੍ਹਾਂ ਹੀ ਕੁਝ ਲੋਕ ਸ਼ਾਂਤੀ ਨਾਲ ਰਹਿੰਦੇ ਨੇ। ਸੁੱਖ ਅਸਲ 'ਚ ਕੀ ਹੁੰਦਾ ਹੈ? ਉਹਨੇ ਆਪਣੇ ਆਪ ਨੂੰ ਪ੍ਰਸ਼ਨ ਕੀਤਾ। ਦੂਰੋਂ ਹੀ ਨਮਸਕਾਰ ਕਰਕੇ ਪਰਿਕਰਮਾ ਤੋਂ ਪੌੜੀਆਂ ਚੜ੍ਹ ਕੇ ਉੱਪਰ ਦਰਸ਼ਨੀ ਡਿਊੜੀ ਤੋਂ ਦੋਵੇਂ ਬਾਹਰ ਆ ਗਈਆਂ। ਪਿੰਗਲਵਾੜੇ ਵਾਲਾ ਭਾਈ ਆਪਣੀ ਕਾਲੀ ਸੰਦੂਕੜੀ ਰੱਖੀ ਜਿੱਤੇ ਜੰਦਰਾ ਲਾ ਕੇ ਮੁਹਰ ਲਾਈ ਹੋਈ ਸੀ, ਪਿੰਗਲਵਾੜੇ ਵਾਲੇ ਵਰਕੇ ਕੋਲ ਧਰੀ ਲੰਘਦੇ ਲੋਕਾਂ ਵੱਲ ਦੇਖ ਰਿਹਾ ਸੀ। ਝਾਈ ਨੇ ਇੱਕ ਨੋਟ ਦੂਰਾ ਤੀਰਾ ਕਰਕੇ ਸੰਦੂਕੜੀ ਦੀ ਗਲੀ ਥਾਣੀ ਪਾ ਦਿੱਤਾ। ਨੀਲੇ ਚੋਗੇ ਤੇ ਨੀਲੀ ਦਸਤਾਰ ਵਾਲੇ ਉਸ ਨਿਹੰਗ ਸਿੰਘ ਨੇ ਇੱਕ ਵਰਕਾ ਝਾਈ ਨੂੰ ਦਿੱਤਾ। ਬਾਹਰ ਆ ਕੇ ਝਾਈ ਨੇ ਪਲਾਸਟਿਕ ਦੀ ਇੱਕ ਕੇਨੀ ਖਰੀਦੀ। ਜੀਤ ਨੇ ਆਖਿਆ, ਸਰੋਵਰ 'ਚੋਂ ਜਲ ਭਰ ਲਿਆ। ਇਹ ਜਲ ਲੋਕੀ ਘਰ ਲਿਜਾ ਕੇ ਘਰ ਨੂੰ ਪਵਿੱਤਰ ਕਰਨ ਲਈ ਛਿੜਕਦੇ ਹਨ, ਜਾਂ ਫਿਰ ਜੇ ਕਿਧਰੇ ਗੰਗਾ ਜਲ ਨਾ ਹੋਵੇ ਤਾਂ ਚਮਚਾ ਮਰਦੇ ਬੰਦੇ ਦੇ ਮੂੰਹ 'ਚ ਪਾ ਦਿੰਦੇ ਨੇ। ਲੁਧਿਆਣੇ ਆ ਕੇ ਅਗਲੇ ਦਿਨ ਜੀਤ ਨਾਭੇ ਆ ਗਈ। ਕੁਝ ਦਿਨਾਂ ਮਗਰੋਂ ਝਾਈ ਜੀ ਉਸ ਲੜਕੇ ਨੂੰ ਨਾਲ ਲੈ ਕੇ, ਜਿਹਦਾ ਨਾਂ ਹਰਪਾਲ ਸੀ, ਨਾਭੇ ਆ ਗਏ ਤੇ ਦੱਸਣ ਲੱਗੇ ਕਿ ਅਸੀਂ ਪ੍ਰਿੰਸੀਪਲ ਸਾਹਿਬ ਕੋਲ ਰੋਹਤਕ ਚੱਲੇ ਹਾਂ। ਤੂੰ ਫੋਨ ਕਰ ਦੇ ਕਿ ਮੇਰੇ ਝਾਈ ਜੀ ਆ ਰਹੇ ਨੇ। ਚਾਹ ਪਾਣੀ ਤੋਂ ਮਗਰੋਂ ਉਹਨਾਂ ਨੂੰ ਖਾਣਾ ਵੀ ਖਿਲਾਇਆ। ਜੀਤ ਨੇ ਪ੍ਰਿੰਸੀਪਲ ਨੂੰ ਫੋਨ ਵੀ ਕਰ ਦਿੱਤਾ। ਉਹਨਾਂ ਦੇ ਜਾਣ ਮਗਰੋਂ ਮੈਂ ਜੀਤ ਨੂੰ ਆਖਿਆ, ਤੇਰੀ ਝਾਈ ਜੀ ਕਿੰਨੇ ਸਮਝਦਾਰ ਨੇ। ਇਸ ਬਹਾਨੇ ਤੈਂ ਬੰਦਾ ਦੇਖ ਲਿਆ ਤੇ ਬੰਦੇ ਨੇ ਤੈਨੂੰ ਦੇਖ ਲਿਆ। ਉਹਨੇ ਤੈਨੂੰ ਤਾਂ ਪਸੰਦ ਕਰ ਹੀ ਲੈਣਾ ਸੀ। ਉਂਝ ਬੰਦਾ ਵੀ ਮਾੜਾ ਨਹੀਂ, ਜੋੜੀ ਠੀਕ ਰਹੇਗੀ। ਜੀਤ ਨੇ ਅੱਗੋਂ ਕੁਛ ਨਹੀਂ ਆਖਿਆ। ਨਾ ਉਹਦਾ ਮਨ ਹਾਂ ਕਰ ਰਿਹਾ ਸੀ, ਨਾ ਕਰ ਰਿਹਾ ਸੀ। ਝਾਈ ਜੀ ਰੋਹਤਕ ਤੋਂ ਉਸ ਲੜਕੇ ਹਰਪਾਲ ਦੇ ਨਾਲ ਹੀ ਕਾਰ 'ਚ ਵਾਪਸ ਚਲੇ ਗਏ। ਇਸ ਵਾਰੀ ਮੈਂ ਐਤਵਾਰ ਨੂੰ ਪਟਿਆਲੇ ਨਹੀਂ ਸੀ ਗਈ। ਸੰਸਕ੍ਰਿਤ ਵਾਲੇ ਪ੍ਰੋਫੈਸਰ ਸਾਹਿਬ ਨਾਰਾਜ਼ ਹੁੰਦੇ ਸੀ ਕਿ ਮੈਂ ਪੜ੍ਹਾਈ ਨੀਅਤ ਨਾਲ ਨਹੀਂ ਕਰਦੀ। ਉਸੇ ਦਿਨ ਪ੍ਰਿੰਸੀਪਲ ਗਰੋਵਰ ਵੀ ਘੰਟੇ ਕੁ ਲਈ ਆ ਗਏ। ਜੀਤ ਤੋਂ ਉਸ ਲੜਕੇ ਬਾਰੇ ਪੁੱਛਦੇ ਰਹੇ। ਉਹਨਾਂ ਨੇ ਦੱਸਿਆ ਕਿ PCS ਦੀ ਇੰਟਰਵਿਊ 'ਚ ਕਾਫੀ ਜ਼ੋਰ ਲਾਉਣਾ ਪਏਗਾ, ਪਰ ਜੇ ਤੈਨੂੰ ਇਹ ਮੁੰਡਾ ਠੀਕ ਲੱਗਦਾ ਤਾਂ ਮੈਂ ਪੂਰੀ ਕੋਸ਼ਿਸ਼ ਕਰ ਲਵਾਂਗਾ। ਜੀਤ ਨੇ ਕੋਈ ਉੱਤਰ ਨਾ ਦਿੱਤਾ। PCS ਅਫਸਰ ਨਾਲ ਜੀਤ ਦਾ ਵਿਆਹ ਹੋ ਜਾਏਗਾ, ਹੋਰ ਜੀਤ ਨੂੰ ਕੀ ਚਾਹੀਦਾ? ਮੈਂ ਕਿਹਾ, ਜੀਤ ਠੀਕ ਹੈ ਨਾ? ਉਹਦੇ ਮੋਢੇ ਤੇ ਪ੍ਰਿੰਸੀਪਲ ਨੇ ਹੱਥ ਰੱਖ ਕੇ ਕਿਹਾ, ਜਿਵੇਂ ਤੁਹਾਨੂੰ ਠੀਕ ਲੱਗੇ। ਜੀਤ ਬੋਲੀ। 2 ਮਹੀਨੇ ਮਗਰੋਂ ਇੰਟਰਵਿਊ ਹੋਈ। ਇਹ ਲੜਕਾ ਸਿਲੈਕਟ ਹੋ ਗਿਆ। ਅਗਲੇ ਮਹੀਨੇ ਜੀਤ ਦਾ ਉਸ ਨਾਲ ਵਿਆਹ ਹੋ ਗਿਆ। ਜੀਤ ਦੇ ਵਿਆਹ ਮਗਰੋਂ ਮੈਂ ਵੀ ਆਪਣੀ ਬਦਲੀ ਪਟਿਆਲੇ ਦੀ ਕਰਵਾ ਲਈ। ਜੀਤ ਨੇ ਸਵਰਨ ਵਾਂਗ ਹੀ ਮੁੜ ਕੇ ਨਾ ਕੋਈ ਫੋਨ ਕੀਤਾ, ਨਾ ਚਿੱਠੀ ਪਾਈ, ਨਾ ਹੀ ਕੋਈ ਦੁੱਖ ਸੁੱਖ ਦਾ ਸੁਨੇਹਾ ਭੇਜਿਆ। ਉਹ ਆਪਣੇ ਪਤੀ ਨਾਲ ਬਠਿੰਡੇ ਰਹਿੰਦੀ ਸੀ। ਉੱਥੋਂ ਦੇ ਸਰਕਾਰੀ ਕਾਲਜ 'ਚ ਉਹਦੀ ਬਦਲੀ ਹੋ ਗਈ ਸੀ। ਸਾਲ ਕੁ ਮਗਰੋਂ ਇੰਨਾ ਪਤਾ ਲੱਗਾ ਕਿ ਜੀਤ ਦੇ ਘਰ ਪੁੱਤਰ ਹੋਇਆ। ਉਹਦੇ ਝਾਈ ਤਾਂ ਬਹੁਤ ਖੁਸ਼ ਹੋਏ ਹੋਣਗੇ। ਮੈਂ ਸੋਚਿਆ, ਬਠਿੰਡਾ ਪਟਿਆਲੇ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਸੀ, ਪਰ ਮੈਂ ਬਿਨਾਂ ਬੁਲਾਇਆ ਜੀਤ ਨੂੰ ਮਿਲਣ ਨਹੀਂ ਸੀ ਜਾਣਾ ਚਾਹੁੰਦੀ। 2 ਸਾਲਾਂ ਮਗਰੋਂ ਸਵਰਨ ਦਾ ਫੌਜੀ ਭਾਈ ਇੱਕ ਦਿਨ ਮੈਨੂੰ ਪਟਿਆਲੇ ਬਾਜ਼ਾਰ 'ਚ ਮਿਲ ਗਿਆ। ਮੈਂ ਪੁੱਛਿਆ ਕਿ ਵੀਰੇ, ਸਵਰਨ ਦਾ ਕੀ ਹਾਲ ਹੈ? ਉਹਨੇ ਦੱਸਿਆ ਕਿ ਮੌਜਾਂ 'ਚ ਹੀ ਹੋਣੀ ਹੈ। ਆਈ ਤਾਂ ਹੈ ਨਹੀਂ ਮੁੜ ਕੇ। ਬਾਪੂ ਜੀ ਨੂੰ ਵੱਡੇ ਵੱਡੇ ਚੈੱਕ ਭੇਜ ਦਿੰਦੀ ਹੈ ਵੀ 5-7 ਮੀਲ ਬਾਹਰ 10 ਕੁ ਕਿੱਲੇ ਤਾਂ ਸਾਨੂੰ ਫਾਰਮ ਖਰੀਦ ਦਿਓ। ਉਹਦਾ ਸਾਰਾ ਧਿਆਨ ਪ੍ਰਾਪਰਟੀ ਬਣਾਉਣ 'ਚ ਹੈ। ਆਪਣੀ ਜੌਬ ਕਰਦੀ ਹੈ, ਇੱਕ ਬੇਟਾ ਹੈ, ਉਹਦੇ ਲਈ ਦਿਨ ਰਾਤ ਲਈ ਆਇਆ ਰੱਖੀ ਹੋਈ ਹੈ। ਉਹਨੇ ਅੱਗੋਂ ਪੁੱਛਿਆ, ਉਹ ਤਾਂ ਠੀਕ ਹੋਣੀ ਹੈ, ਤੂੰ ਆਪਣਾ ਹਾਲ ਸੁਣਾ। ਮੇਰਾ ਹਾਲ ਠੀਕ ਹੈ। ਤੇਰੀ ਮੇਮ ਸਾਹਿਬ ਦਾ ਕੀ ਹਾਲ ਹੈ? ਮੈਂ ਪੁੱਛਿਆ। ਖੁਸ਼ ਹੈ, ਵਧੀਆ। ਤੇ ਬੱਚੇ? ਇੱਕ ਬੇਟੀ ਹੈ, ਹੁਣ ਉਹਨੂੰ ਹੋਸਟਲ ਪਾ ਦਿੱਤਾ। ਏਡੇ ਛੋਟੇ ਬੱਚਿਆਂ ਨੂੰ ਵੀ ਹੋਸਟਲ ਵਾਲੇ ਲੈ ਲੈਂਦੇ ਨੇ? ਮੈਂ ਪੁੱਛਿਆ। ਅਗਲਿਆਂ ਨੇ ਤਾਂ ਪੈਸੇ ਕਮਾਉਣੇ ਨੇ, ਉਹਨੇ ਕਿਹਾ। ਮੈਂ ਪੁੱਛਿਆ, ਫਿਰ ਤੇਰੀ ਵਹੁਟੀ ਸਾਰਾ ਦਿਨ ਕੀ ਕਰਦੀ ਰਹਿੰਦੀ ਹੈ? ਉਹਨੇ ਕਿਹਾ, ਫੌਜੀਆਂ ਦੀਆਂ ਵਹੁਟੀਆਂ ਨੇ ਕੀ ਕਰਨਾ ਹੁੰਦਾ? ਸ਼ਾਪਿੰਗ, ਕਿੱਟੀ ਪਾਰਟੀਆਂ, ਡਿਨਰ, ਡਾਂਸ, ਕਲੱਬ, ਇਉਂ ਹੀ ਵਕਤ ਲੰਘ ਜਾਂਦਾ। ਚੱਲ ਫਿਰ ਘਰ ਚੱਲੀਏ। ਮੈਂ ਆਖਿਆ, ਨਹੀਂ ਭੈਣ, ਮੈਂ ਫੇਰ ਕਦੇ ਆਊਂਗਾ, ਮੈਂ ਛੇਤੀ ਮੁੜਨਾ। ਜੀਤ ਭੈਣ ਜੀ ਦਾ ਕੀ ਹਾਲ ਹੈ? ਵੱਡੀ ਅਫਸਰ ਨਹੀਂ ਬਣ ਕੇ ਉਹ ਸਭ ਨੂੰ ਭੁੱਲ ਹੀ ਗਈ ਹੈ। ਮੈਂ ਕਿਹਾ, ਤੇ ਨਾਲ ਹੀ ਆਪਣੀ ਭੈਣ ਬਾਰੇ ਕਿਹਾ ਕਿ ਤੇਰੀ ਯੂਨਿਟ ਵਿੱਚ ਕੋਈ ਅੱਛਾ ਲੜਕਾ ਹੋਏ ਤਾਂ ਦੱਸੀ, ਆਪਾਂ ਨਿੱਕੀ ਦਾ ਵਿਆਹ ਵੀ ਕਰਨਾ। ਠੀਕ ਹੈ, ਫਿਰ ਜ਼ਰੂਰ ਆ ਕੇ ਦੱਸੂਗਾ। ਹੀ ਆਖ ਕੇ ਉਹ ਮੇਰੇ ਤੋਂ ਵਿਦਾ ਲੈਂਦਾ ਜੀਪ 'ਚ ਜਾ ਬੈਠਾ। ਘਰ ਆਉਂਦੀ ਮੈਂ ਸੋਚ ਰਹੀ ਸੀ ਕਿ ਜਿਹੜੀਆਂ ਮਾਵਾਂ ਆਪਣੇ ਬੱਚੇ ਆਪ ਨਹੀਂ ਪਾਲ ਰਹੀਆਂ, ਉਹਨਾਂ ਬੱਚਿਆਂ ਦੇ ਸੰਸਕਾਰ ਤਾਂ ਖਿਡਾਵੀਆਂ ਤੱਕ ਹੀ ਰਹਿ ਜਾਂਦੇ ਨੇ। ਹੁਣ ਮੈਨੂੰ ਸਮਝ ਲੱਗੀ ਕਿ ਸਾਡੀਆਂ ਮਾਵਾਂ ਨੇ ਸਾਨੂੰ ਕਿੰਨਾ ਕੁਝ ਆਪਣਾ ਦੇ ਦਿੱਤਾ ਹੈ, ਕਿਉਂਕਿ ਉਹ ਬੱਚਿਆਂ ਨੂੰ ਸਾਹ ਨਾਲ ਪਾਲਦੀਆਂ ਸੀ। ਮੈਂ ਜਦੋਂ ਬੇਜੀ ਨੂੰ ਪੁੱਛਿਆ ਸੀ ਕਿ ਅੱਜ ਕੱਲ੍ਹ ਪਹਿਲੇ ਵਰਗੇ ਮਹਾਂਪੁਰਸ਼ ਕਿਉਂ ਨਹੀਂ ਹੁੰਦੇ, ਤਾਂ ਉਹਨਾਂ ਨੇ ਆਖਿਆ ਸੀ, ਕਿਸੇ ਵੱਡੇ ਬੰਦੇ ਦੇ ਜਨਮ ਲਈ ਕਿਸੇ ਵੱਡੀ ਔਰਤ ਦੀ ਕੁੱਖ ਚਾਹੀਦੀ ਹੈ। ਮਨੁੱਖੀ ਜਨਮ ਧਾਰਨ ਲਈ ਤਾਂ ਦੇਵਤੇ ਵੀ ਤਾਂਘਦੇ ਨੇ, ਪਰ ਉਹਨਾਂ ਨੂੰ ਯੋਗ ਕੁੱਖਾਂ ਨਹੀਂ ਮਿਲਦੀਆਂ। ਸੋਚਦੀ ਮੈਂ ਘਰ ਅੱਪੜ ਗਈ। ਬੇਜੀ ਨੇ ਦੱਸਿਆ, ਤੇਰੀ ਇੱਕ ਚਿੱਠੀ ਆਈ ਹੈ। ਖੋਲ੍ਹੀ, ਦੇਖਿਆ ਜੀਤ ਦੀ ਹੈ। ਉਸ 'ਚ ਲਿਖਿਆ ਸੀ ਕਿ ਐਸੀ ਗੱਲ ਨਹੀਂ ਕਿ ਮੈਂ ਤੈਨੂੰ ਯਾਦ ਨਹੀਂ ਕਰਦੀ, ਮਨ ਹੀ ਮਨ ਮੈਂ ਤੇਰੇ ਨਾਲ ਬਥੇਰੀਆਂ ਗੱਲਾਂ ਕਰ ਲੈਂਦੀ ਹਾਂ। ਸਾਡੇ ਘਰ ਇੱਕ ਬੇਟੀ ਤੇ ਬੇਟਾ ਆ ਗਏ ਨੇ।
ਬੇਟੇ ਦਾ ਨਾਮ ਮੈਂ ਜੋਗਿੰਦਰ ਰੱਖਿਆ। ਹੋ ਸਕਦਾ ਕਦੇ ਇਹਨੂੰ ਪਿਆਰ ਕਰਨ ਵਾਲੀ ਕੁੜੀ ਇਹਨੂੰ ਜੋਗੀ ਆਖ ਕੇ ਬੁਲਾਇਆ ਕਰੇ। ਇਹ ਗੱਲ ਸਿਰਫ ਮੈਂ ਤੈਨੂੰ ਦੱਸ ਰਹੀ ਹਾਂ। ਬੇਟੀ ਦਾ ਨਾਂ ਤੇਰੇ ਨਾਂ ਉੱਤੇ ਰੱਖਿਆ ਜੋਤ, ਪਰ ਮੈਂ ਚਾਹੁੰਦੀ ਹਾਂ ਕਿ ਤੇਰੇ ਵਾਂਗ ਹੀ ਇਕੱਲੀ ਨਾ ਬਲਦੀ ਰਹੇ, ਸਗੋਂ ਕਿਸੇ ਘਰ ਦੀ ਜਾਂ ਮਨ ਦੀ ਰੌਸ਼ਨੀ ਬਣੇ। ਪ੍ਰਿੰਸੀਪਲ ਸਾਹਿਬ ਕਦੇ ਕਦੇ ਆ ਜਾਂਦੇ ਨੇ, ਪਰ ਇਹ ਗੱਲ ਮੇਰੇ ਹਸਬੈਂਡ ਨੂੰ ਬਿਲਕੁਲ ਪਸੰਦ ਨਹੀਂ। ਆਖਦੇ ਸੀ ਕਿ ਸਾਡੇ ਘਰ ਕੀ ਲੈਣ ਆਉਂਦਾ, ਪਰ ਸ਼ਰਮੋ ਸ਼ਰਮੀ ਕੁਝ ਆਖਿਆ ਨਹੀਂ ਜਾਂਦਾ। ਹਾਂ ਸੱਚ, ਮੈਂ ਤੈਨੂੰ ਇਸ ਲਈ ਚਿੱਠੀ ਲਿਖ ਰਹੀ ਹਾਂ ਕਿ ਆਉਂਦੇ ਐਤਵਾਰ ਨੂੰ ਪ੍ਰਿੰਸੀਪਲ ਦੇ ਬੇਟੇ ਬਿੱਟੂ ਦਾ ਵਿਆਹ ਮੋਨਾ ਨਾਲ ਹੋ ਰਿਹਾ। ਤੈਨੂੰ ਪਤਾ ਹੈ ਨਾ ਮੋਨਾ ਬਾਰੇ? ਉਹ ਰੋਹਤਕ ਪ੍ਰਿੰਸੀਪਲ ਦੇ ਕਾਲਜ ਵਿੱਚ ਹੀ ਲੈਕਚਰਰ ਹੈ। ਜਾਣਾ ਤਾਂ ਪਏਗਾ ਹੀ, ਵੱਡਾ ਗਿਫਟ ਵੀ ਲੈ ਕੇ ਜਾਣਾ ਪਏਗਾ। ਤੇਰੇ ਘਰ ਦਾ ਪਤਾ ਨਾ ਹੋਣ ਕਰਕੇ ਪ੍ਰਿੰਸੀਪਲ ਨੇ ਤੇਰਾ ਕਾਰਡ ਵੀ ਸਾਡੇ ਘਰ ਹੀ ਭੇਜ ਦਿੱਤਾ, ਜੋ ਮੈਂ ਤੈਨੂੰ ਭੇਜ ਰਹੀ ਹਾਂ। ਜੇ ਤੇਰੇ ਚੱਲਣ ਦੀ ਸਲਾਹ ਹੋਵੇ ਤਾਂ ਫੋਨ ਕਰਕੇ ਦੱਸ ਦੇਈਂ। ਅਸੀਂ ਤੈਨੂੰ ਜਾਂਦੇ ਹੋਏ ਨਾਲ ਹੀ ਲਈ ਜਾਵਾਂਗੇ ਅਤੇ ਮੁੜਦੇ ਹੋਏ ਡ੍ਰੌਪ ਵੀ ਕਰ ਦੇਵਾਂਗੇ। ਉਂਝ ਤਾਂ ਸਭ ਕੁਝ ਠੀਕ ਠਾਕ ਹੈ। ਪਤਾ ਨਹੀਂ ਕਿਉਂ ਮੈਨੂੰ ਲੱਗਦਾ ਰਹਿੰਦਾ ਜਿਵੇਂ ਕੋਈ ਭੁਚਾਲ ਆਉਣ ਵਾਲਾ ਹੋਵੇ। ਸਾਰੀਆਂ ਬਿਲਡਿੰਗਾਂ ਢਹਿ ਢੇਰੀ ਹੋ ਜਾਣਗੀਆਂ ਅਤੇ ਮਲਬੇ ਹੇਠਾਂ ਅਸੀਂ ਸਾਰੇ ਦਬ ਜਾਵਾਂਗੇ। ਸੋਚ ਕੇ ਮੇਰਾ ਦਮ ਘੁੱਟਣ ਲੱਗ ਜਾਂਦਾ ਹੈ। ਹਰਪਾਲ ਹੋਰੀ ਆਖਦੇ ਸੀ ਕਿ ਤੇਰੀ ਸਹੇਲੀ ਨੇ ਵਿਆਹ ਕਿਉਂ ਨਹੀਂ ਕੀਤਾ। ਮੈਂ ਆਖਿਆ ਕਿ ਉਹਨੂੰ ਉਹਦੇ ਮੇਚ ਦਾ ਬੰਦਾ ਨਹੀਂ ਮਿਲਿਆ। ਪਰ ਜੋਤ, ਵਿਆਹ ਤਾਂ ਬੂਰ ਦਾ ਲੱਡੂ ਹੈ, ਜਿਹਨੇ ਖਾਧਾ ਉਹ ਵੀ ਪਛਤਾਇਆ, ਜਿਹਨੇ ਨਾ ਖਾਧਾ ਉਹ ਵੀ ਪਛਤਾਇਆ। ਤੂੰ ਭੈੜੀ ਹੈ, ਕਦੇ ਯਾਦ ਹੀ ਨਹੀਂ ਕੀਤਾ। ਤੂੰ ਤਾਂ ਘਰੇ ਆ ਸਕਦੀ ਸੀ, ਇੰਨੀਆਂ ਗੱਲਾਂ ਫੋਨ 'ਤੇ ਨਹੀਂ ਕਰ ਸਕਦੀ ਸੀ। ਇਸ ਲਈ ਚਿੱਠੀ ਲਿਖੀ, ਤੂੰ ਮੈਨੂੰ ਫੋਨ 'ਤੇ ਦੱਸ ਦੇਈਂ ਕਿ ਰੋਹਤਕ ਚੱਲੇਂਗੀ ਕਿ ਨਹੀਂ। ਤੇਰੀ ਜੀਤ। ਬਾਅਦ 'ਚ ਮੈਂ ਚਿੱਠੀ 2-3 ਵਾਰੀ ਪੜ੍ਹੀ। ਜੋ ਉਸਨੇ ਵਿੱਚ ਨਹੀਂ ਲਿਖਿਆ ਸੀ ਉਹ ਵੀ ਮੈਨੂੰ ਸਮਝ ਆ ਗਿਆ। ਮੈਂ ਰੋਹਤਕ ਜਾਣਾ ਨਹੀਂ ਸੀ, ਇਸ ਲਈ ਕੋਈ ਵੀ ਜਵਾਬ ਨਾ ਭੇਜਿਆ। ਮੈਨੂੰ ਲੱਗਿਆ ਕਿ ਜੇ ਮੈਂ ਵਿਆਹ 'ਤੇ ਗਈ, ਮੁੜ ਕੇ ਕਿਸੇ ਦਿਨ ਗੁਰੋਵਰ ਸਾਡੇ ਘਰ ਆ ਧਮਕੇਗਾ। ਮੇਰੀ ਮਾਂ ਨੇ ਤਾਂ ਬਾਹਰੋਂ ਹੀ ਆਖ ਕੇ ਮੋੜ ਦੇਣਾ ਕਿ ਮੈਂ ਘਰ ਨਹੀਂ। ਇੱਕ ਦਿਨ ਸਾਡੇ ਕਾਲਜ ਦਾ ਇੱਕ ਪ੍ਰੋਫੈਸਰ ਇਉਂ ਹੀ ਭੁੱਲਿਆ ਚੁੱਕਿਆ ਸਾਡੇ ਘਰ ਆ ਗਿਆ। ਪਤਾ ਨਹੀਂ ਕੀ ਕਰਨ ਆ ਗਿਆ। ਬੇਜੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਪੁੱਛਿਆ, ਕੀ ਕੰਮ ਹੈ ਕਾਕਾ? ਉਹਨੇ ਕਿਹਾ, ਗੱਲ ਕਰਨੀ ਸੀ ਮੈਡਮ ਨਾਲ। ਉੱਥੇ ਖੜੇ ਬੇਜੀ ਬੋਲੇ ਕਿ ਨਿੱਤ ਤਾਂ ਉਹ ਕਾਲਜ ਜਾਂਦੀ ਹੈ, ਉੱਥੇ ਗੱਲ ਕਰ ਲਿਆ ਕਰੋ ਜਿਹੜੀ ਕਰਨੀ ਹੈ। ਠੀਕ ਹੈ, ਉੱਥੇ ਗੱਲ ਕਰ ਲਵਾਂਗੇ ਜੀ, ਆਖ ਕੇ ਉਹ ਕੱਚਾ ਜਿਹਾ ਹੋ ਕੇ ਮੁੜ ਗਿਆ। ਪਤਾ ਲੱਗਣ 'ਤੇ ਮੈਂ ਬੇਜੀ ਨੂੰ ਆਖਿਆ ਕਿ ਕਿਸੇ ਭਲੇ ਮਾਨਸ ਦੀ ਇਉਂ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ। ਬੇਜੀ ਬੋਲੇ, ਮੈਂ ਜਾਣਦੀ ਹਾਂ ਅੱਜ ਕੱਲ੍ਹ ਦੇ ਭਲੇ ਮਾਨਸਾਂ ਨੂੰ। ਬੇਜੀ ਨਾਲ ਕੋਈ ਬਹਿਸ ਨਹੀਂ ਸੀ ਕੀਤੀ ਜਾ ਸਕਦੀ। ਰੋਹਤਕ ਵਿਆਹ ਤੋਂ ਮੁੜਦੇ ਹੋਏ ਜੀਤ ਆਪਣੇ ਪਰਿਵਾਰ ਨਾਲ ਸਾਡੇ ਘਰ ਆ ਗਈ। ਹਰਪਾਲ ਨੂੰ ਇਸ ਗੱਲ 'ਚ ਕੋਈ ਇਤਰਾਜ਼ ਨਾ ਲੱਗਾ ਜਦੋਂ ਜੀਤ ਨੇ ਆਖਿਆ ਕਿ ਤੁਸੀਂ ਆਪਣੇ ਫਰੈਂਡ ਨੂੰ ਮਿਲ ਆਓ, ਜਿੰਨੇ ਵਜੇ ਜਾਣਾ ਹੋਇਆ ਸਾਨੂੰ ਜਾਂਦੇ ਹੋਏ ਲੈ ਜਾਈਓ। ਮੈਂ ਆਖਿਆ ਕਿ ਨਹੀਂ, ਚਾਹ ਪੀ ਕੇ ਚਲੇ ਜਾਣਾ। ਹਰਪਾਲ ਹੱਸ ਕੇ ਆਖਣ ਲੱਗਾ ਕਿ ਮੇਰੇ ਨਾਂ ਦਾ ਕੱਪ ਵੀ ਜੀਤੀ ਨੂੰ ਪਿਲਾ ਦਿਓ। ਮੈਨੂੰ ਚਾਹ ਦੀ ਲੋੜ ਨਹੀਂ, ਮੈਂ ਚੱਲਦਾ। 2-3 ਕੰਮ ਕਰਕੇ ਮੈਂ 2 ਘੰਟੇ 'ਚ ਪਰਤ ਆਵਾਂਗਾ। ਬੜੇ ਸੋਹਣੇ ਸਨ ਜੀਤ ਦੇ ਬੱਚੇ। ਬੇਜੀ ਨੇ ਉਹਨਾਂ ਨੂੰ ਬਿਸਕਿਟ ਕੱਢ ਕੇ ਦਿੱਤੇ। ਸਾਡਾ ਸਾਰਾ ਟੱਬਰ ਹੀ ਜੀਤ ਦੇ ਬੱਚਿਆਂ ਨੂੰ ਖਿਡੌਣਿਆਂ ਵਾਂਗ ਚੁੱਕੀ ਫਿਰਦਾ ਸੀ। ਸ਼ੁਕਰ ਹੈ ਮੇਰੀ ਧੀ ਆਈ ਹੈ, ਬੇਜੀ ਨੇ ਆਖਿਆ। ਤੁਹਾਡਾ ਜਮਾਈ ਕਿਤੇ ਜਾਣ ਹੀ ਨਹੀਂ ਦਿੰਦਾ, ਹੱਸ ਕੇ ਜੀਤ ਨੇ ਆਖਿਆ। ਅਸੀਂ ਕੁੜੀ ਵਿਆਹੀ ਹੈ, ਵੇਚੀ ਨਹੀਂ, ਬੇਜੀ ਨੇ ਕਿਹਾ। ਬੇਜੀ ਜਦੋਂ ਹੋਰ ਕੰਮ ਕਰਨ ਲਈ ਦੂਜੇ ਕਮਰੇ 'ਚ ਗਏ ਤੇ ਮੈਂ ਜੀਤ ਨੂੰ ਪੁੱਛਿਆ ਕਿ ਬਿੱਟੂ ਨਾਲ ਮੋਨਾ ਦੀ ਸ਼ਾਦੀ ਕਿਵੇਂ ਸੰਭਵ ਹੋ ਗਈ। ਜੀਤ ਜਾਣਦੀ ਸੀ ਕਿ ਮੈਂ ਸਾਰੀ ਗੱਲ ਸਮਝਦੀ ਹਾਂ। ਆਖਣ ਲੱਗੀ, ਪ੍ਰਿੰਸੀਪਲ ਸਾਹਿਬ ਬੜੀ ਦੂਰ ਦੀ ਸੋਚਦੇ ਨੇ। ਬਿੱਟੂ ਦੀ ਨੌਕਰੀ ਦਿੱਲੀ ਹੈ ਅਤੇ ਮੋਨਾ ਦੀ ਰੋਹਤਕ। ਹੁਣ ਤਾਂ ਮੋਨਾ ਨੂੰ ਕਾਲਜ ਦੇ ਕੁਆਟਰ 'ਚ ਰਹਿਣ ਦੀ ਲੋੜ ਨਹੀਂ, ਆਰਾਮ ਨਾਲ ਪ੍ਰਿੰਸੀਪਲ ਦੀ ਕੋਠੀ ਰਿਹਾ ਕਰੇਗੀ। ਇਹ ਗੱਲ ਗਲਤ ਹੈ। ਬਿੱਟੂ ਨੇ ਪ੍ਰਿੰਸੀਪਲ ਦੇ ਆਖਣ 'ਤੇ ਹਾਂ ਕਰਤੀ ਹੋਣੀ ਹੈ, ਮੈਂ ਆਖਿਆ। ਬਿੱਟੂ ਦੀ ਮਾਂ ਨੇ ਕੁਝ ਨਹੀਂ ਕਿਹਾ। ਔਰਤਾਂ ਤਾਂ ਔਰਤ ਦੀ ਅੱਖ ਪਛਾਣ ਲੈਂਦੀਆਂ ਨੇ। ਮੈਂ ਰੁਕ ਕੇ ਫੇਰ ਪੁੱਛਿਆ, ਬਿੱਟੂ ਦੀ ਮਾਂ ਤਾਂ ਭਗਤਣੀ ਹੈ, ਸਾਰਾ ਦਿਨ ਪਾਠ ਪੂਜਾ ਕਰੀ ਜਾਂਦੀ ਹੈ। ਬਿੱਟੂ ਦੀ ਭੈਣ ਨੇ ਜ਼ਰੂਰ ਕਿਹਾ ਸੀ ਕਿ ਸੋਚ ਲੈ, ਵੱਡੇ ਸ਼ਹਿਰਾਂ ਦੀਆਂ ਕੁੜੀਆਂ ਚੰਟ ਹੁੰਦੀਆਂ ਨੇ। ਪਰ ਬਿੱਟੂ ਆਖਣ ਲੱਗਾ ਕਿ ਪਾਪਾ ਨੂੰ ਤਾਂ ਸਭ ਪਤਾ ਹੀ ਹੋਣਾ। 2-3 ਸਾਲਾਂ ਤੋਂ ਇੱਥੇ ਜੌਬ ਕਰ ਰਹੀ ਹੈ, ਜੀਤ ਬੋਲੀ। ਪਿਛਲੇ ਜਨਮਾਂ ਦੇ ਪਤਾ ਨਹੀਂ ਕਿੰਨੇ ਹਿਸਾਬ ਕਿਤਾਬ ਚੁਕਾਉਣੇ ਹੁੰਦੇ ਨੇ, ਇਸੇ ਕਰਕੇ ਕੋਈ ਵਿਧ ਬਣਦੀ ਹੈ। ਹੁਣ ਜੋ ਕਰਾਂਗੇ ਉਹ ਚੰਗੀ ਮਾੜੀ ਕਮਾਈ ਅਗਲੇ ਜਨਮ ਭੁਗਤਣੀ ਪਏਗੀ, ਮੈਂ ਆਖਿਆ। ਤੂੰ ਇਸੇ ਲਈ ਦੂਜਿਆਂ ਦਾ ਕਰਦੀ ਰਹਿੰਦੀ ਹੈ, ਆਪਣਾ ਕਿਸੇ ਤੋਂ ਕੁਝ ਨਹੀਂ ਕਰਵਾਉਂਦੀ ਤਾਂ ਜੋ ਪਿਛਲੇ ਕਰਮ ਤੇਰੇ ਕੱਟੇ ਜਾਣ ਤੇ ਅੱਗੇ ਲਈ ਪੱਟੀ ਪੂਛ ਰੱਖਣੀ ਹੈ। ਤੂੰ ਸੱਚੋ ਸੱਚ ਦੱਸ ਜੀਤ, ਤੇਰੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਮੈਂ ਪੁੱਛਿਆ। ਮੈਂ ਹੁਣ ਕਾਸੇ ਬਾਰੇ ਨਹੀਂ ਸੋਚਦੀ। ਜਿਵੇਂ ਲੰਘਦੇ ਨੇ ਦਿਨ ਲੰਘਾਈ ਜਾਂਦੀ ਹਾਂ। ਨਾ ਦੁੱਖ ਦਾ ਪਤਾ ਲੱਗਦਾ, ਨਾ ਸੁੱਖ ਦਾ। ਮੈਂ ਕਿਤੇ ਮਰ ਤਾਂ ਨਹੀਂ ਗਈ। ਨਾ ਕੁਝ ਪਾਉਣ ਨੂੰ ਜੀਅ ਕਰਦਾ, ਨਾ ਕੁਝ ਖਾਣ ਨੂੰ, ਨਾ ਕਿਧਰੇ ਜਾਣ ਨੂੰ, ਨਾ ਕੁਝ ਯਾਦ ਆਉਂਦਾ। ਬਸ ਜੀਵੀ ਜਾਈਦਾ। ਸ਼ਾਇਦ ਅਣਜੀਵਿਆਂ ਹੀ ਵਕਤ ਲੰਘੀ ਜਾ ਰਿਹਾ। ਪਰ ਬੱਚੇ ਤਾਂ ਤੇਰੇ ਸੈਲਫ ਦਾ ਪਾਰਟ ਨਹੀਂ, ਇਹ ਤਾਂ ਰੱਬ ਦੇ ਜੀਅ ਨੇ ਜੋ ਤੇਰੇ ਰਾਹੀਂ ਇਸ ਸੰਸਾਰ 'ਚ ਆਏ ਨੇ ਜੀਤ, ਮੈਂ ਕਿਹਾ। ਤੂੰ ਤਾਂ ਬ੍ਰਹਮ ਗਿਆਨੀਆਂ ਵਰਗੀਆਂ ਗੱਲਾਂ ਕਰਨ ਲੱਗ ਪਈ ਹੈ, ਜੀਤ ਨੇ ਕਿਹਾ।
ਧੰਨਵਾਦ।